ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈਬ ਪੰਜਾਬ ਦੇ ਉੱਤੇ। ਜਿਵੇਂ ਕਿ ਆਪਾਂ ਇੱਥੇ ਸਟਾਰਟ ਕੀਤਾ ਹੋਇਆ ਵਾਰਡ ਅਟੈਂਡੈਂਟ ਦੇ ਪੇਪਰ ਲਈ ਪਾਰਟ ਬੀ ਦੀ ਸੀਰੀਜ਼ ਹੋਮ ਬੇਸਡ ਤੇ ਹਸਪੀਟਲ ਬੇਸਡ ਕੇਅਰ ਦੇ ਉੱਤੇ। ਉਸੇ ਦਾ ਹੀ ਅਗਲਾ ਪਾਰਟ ਲੈ ਕੇ ਆਏ ਹਾਂ ਆਪਾਂ। ਟੌਪਿਕ ਹੈਗਾ ਆਪਣਾ ਫੂਡ ਐਂਡ ਨਿਊਟ੍ਰੀਸ਼ਨਸ। ਬਹੁਤ ਵਧੀਆ ਟੌਪਿਕ ਹੈ। ਇਸ ਤੋਂ ਉਮੀਦ ਹੈ ਕਿ 2 ਜਾਂ 3 ਕੁਐਸਚਨ ਪੁੱਛੇ ਜਾ ਸਕਦੇ ਆ ਆਉਣ ਵਾਲੇ ਪੇਪਰ ਦੇ ਵਿੱਚ। ਅਤੇ ਇਹ ਜਿਹੜਾ ਆਪਾਂ ਟੌਪਿਕ ਕਰਵਾ ਰਹੇ ਹਾਂ ਇਹ ਬਿਲਕੁਲ ਸਿਲੇਬਸ ਦੇ ਅਕੋਰਡਿੰਗ ਕਰਵਾ ਰਹੇ ਹਾਂ, ਜਿਹੜਾ ਕਿ ਕੋਰਸ ਚੱਲ ਰਿਹਾ ਹੈ ਬਾਬਾ ਫਰੀਦ ਯੂਨੀਵਰਸਿਟੀ ਦੇ ਅੰਡਰ ਹੋਮ ਬੇਸਡ ਕੇਅਰ ਅਤੇ ਹਸਪੀਟਲ ਬੇਸਡ ਕੇਅਰ ਅਟੈਂਡੈਂਟ ਦਾ। ਆਈ ਹੋਪ ਕਿ ਤੁਹਾਨੂੰ ਇਹ ਵੀਡੀਓ ਬਹੁਤ ਜ਼ਿਆਦਾ ਹੈਲਪਫੁਲ ਰਹੂਗੀ ਪੇਪਰ ਵਾਸਤੇ। ਅਤੇ ਇਸ ਦੇ ਨਾਲ ਹੀ ਆਪਾਂ ਕਰਾਂਗੇ MCQ ਅਤੇ ਲਾਸਟ ਦੇ ਵਿੱਚ ਆਪਾਂ, ਜਿਵੇਂ ਕਿ ਤੁਹਾਨੂੰ ਪਤਾ ਹੈ ਪੁਰਾਣੇ ਬੱਚਿਆਂ ਨੂੰ ਜਿਹੜੇ ਨਵੇਂ ਜੋੜੇ ਆ, ਐਂਡ ਦੇ ਵਿੱਚ ਕੀ ਆ ਕਿ ਆਪਾਂ ਇੱਕ ਕੁਐਸਚਨ ਪੁੱਛਦੇ ਹਾਂ, ਤੁਸੀਂ ਕਮੈਂਟ ਬਾਕਸ ਦੇ ਵਿੱਚ ਉਹਦਾ ਆਨਸਰ ਲਿਖ ਕੇ ਜਾਣਾ। ਉੱਥੋਂ ਤੁਹਾਨੂੰ ਪਤਾ ਚੱਲੂਗਾ ਕਿ ਤੁਹਾਡੀ ਕਿੰਨੀ ਕੁ ਤਿਆਰੀ ਹੋ ਰਹੀ ਹੈ ਜਾਂ ਤੁਸੀਂ ਕਿਹੜੇ ਲੈਵਲ 'ਤੇ ਖੜ੍ਹੇ ਹੋ। ਚਲੋ ਸਟਾਰਟ ਕਰਦੇ ਹਾਂ। ਅੱਜ ਦੀ ਵੀਡੀਓ ਵੈਸੇ ਵੀ ਲੰਬੀ ਹੋਣ ਲੱਗੀ ਹੋ ਸਕਦੀ ਹੈ ਕਿਉਂਕਿ ਇਹ ਟੌਪਿਕ ਹੈਗਾ ਕਾਫੀ ਵਾਸਟ। ਫਿਰ ਵੀ ਮੈਂ ਕਵਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਜੇ ਨਹੀਂ ਕਵਰ ਹੋਊਗਾ ਤਾਂ ਆਪਾਂ ਅਗਲੇ ਪਾਰਟ ਦੇ ਵਿੱਚ ਜਿਹੜਾ ਰਹਿ ਗਿਆ, ਜਿਹੜਾ ਬਹੁਤ ਜ਼ਿਆਦਾ ਮਹੱਤਵਪੂਰਨ ਹੋਊਗਾ ਪੇਪਰ ਵਾਸਤੇ, ਆਪਾਂ ਦੁਬਾਰਾ ਕਰ ਲਾਂਗੇ। ਅਤੇ ਵੀਡੀਓ ਨੂੰ ਤੁਹਾਨੂੰ ਆਪਣੇ ਆਪ ਹੀ ਤੁਸੀਂ ਲਾਈਕ ਅਤੇ ਸ਼ੇਅਰ ਕਰ ਦੇਣਾ ਜਦੋਂ ਤੁਹਾਨੂੰ ਚੰਗੀ ਲੱਗੂਗੀ। ਐਂਡ ਤੱਕ ਦੇਖਿਓ, ਪਹਿਲਾਂ ਵੀਡੀਓ ਸਮਝਣ ਦੀ ਕੋਸ਼ਿਸ਼ ਕਰਿਓ। ਲਾਈਕ ਸ਼ੇਅਰ ਤਾਂ ਬਾਅਦ ਦੀਆਂ ਗੱਲਾਂ ਨੇ। ਚਲੋ ਸਟਾਰਟ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਵੀ ਕੁਐਸਚਨ ਕਿਸ ਤਰ੍ਹਾਂ ਬਣ ਸਕਦਾ ਜਾਂ ਬਣਾਇਆ ਜਾ ਸਕਦਾ ਹੈ। ਕਹਿੰਦਾ ਵੀ ਸਰੀਰ ਨੂੰ ਵਿਕਾਸ, ਊਰਜਾ ਅਤੇ ਮੁਰੰਮਤ ਅਤੇ ਰੱਖ ਰਖਾਵ ਲਈ ਜਿਹੜੇ ਲੋੜੀਂਦੇ ਪਦਾਰਥ ਹੁੰਦੇ ਉਹਨੂੰ ਕੀ ਕਹਿੰਦੇ ਆ। ਮੰਨ ਲਓ ਜਿਵੇਂ ਆਪਣਾ ਜਿਹੜੀ ਬੋਡੀ ਹੈ, ਆਪਾਂ ਕੁਛ ਖਾਂਦੇ ਪੀਂਦੇ ਹਾਂ, ਆਪਾਂ ਨੂੰ ਕੀ ਮਿਲਦੀ ਹੈ, ਐਨਰਜੀ ਮਿਲਦੀ ਹੈ, ਆਪਣੀ ਗਰੋਥ ਹੁੰਦੀ ਹੈ, ਜਾਂ ਆਪਣੀ ਕੋਈ ਚੀਜ਼ ਜਿਵੇਂ ਕੋਈ ਅੰਗ ਕੋਈ ਸੱਟ ਵੱਜ ਗਈ ਉਹਦਾ ਮਤਲਬ ਕਿ ਮੁਰੰਮਤ ਹੋ ਜਾਂਦੀ ਹੈ, ਜਾਂ ਆਟੋਮੈਟਿਕਲੀ ਕੀ ਆਪਾਂ ਰਿਕਵਰ ਕਰ ਲੈਂਦੇ ਹਾਂ। ਠੀਕ ਹੈ, ਉਹਨਾਂ ਵਾਸਤੇ ਕਹਿੰਦਾ ਜਿਹੜੀ ਜ਼ਰੂਰੀ ਚੀਜ਼ਾਂ ਉਹ ਕੀ ਚਾਹੀਦੀਆਂ ਨੇ, ਤਾਂ ਉਹਦੇ ਵਾਸਤੇ ਬੇਸਿਕਲੀ ਨਿਊਟ੍ਰੀਐਂਟਸ ਚਾਹੀਦੇ ਹੁੰਦੇ ਆ, ਜਿਹਨੂੰ ਕਹਿ ਦਿੰਦੇ ਆ ਪੌਸ਼ਟਿਕ ਤੱਤ ਕਹਿ ਦਿਓ, ਜਾਂ ਪੌਸ਼ਟਿਕ ਆਹਾਰ ਕਹਿ ਦਿਓ, ਜਾਂ ਇਕੱਲਾ ਪੌਸ਼ਟਿਕ ਕਹਿ ਦਿਓ। ਸਭ ਦਾ ਇੱਕੋ ਮੀਨਿੰਗ ਹੈ। ਠੀਕ ਹੈ ਜੀ, ਇਹਦੇ ਉੱਪਰ ਹੀ ਆਪਣੀ ਸਾਰੀ ਅੱਜ ਵੀਡੀਓ ਬੇਸਡ ਇਸ ਟੌਪਿਕ ਦੇ ਉੱਪਰ, ਅਤੇ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਟੌਪਿਕ ਹੈਗਾ। ਅੱਗੇ ਗੱਲ ਕਰਦੇ ਹਾਂ ਕੁਐਸਚਨ ਕਿਵੇਂ ਪੁੱਛਿਆ ਜਾ ਸਕਦਾ ਹੈ। ਜਦੋਂ ਤੁਸੀਂ ਵੀਡੀਓ ਸਾਰੀ ਦੇਖ ਲਓਗੇ ਐਂਡ ਦੇ ਵਿੱਚ ਤੁਸੀਂ ਇਹਨਾਂ ਸਾਰੇ ਪ੍ਰਸ਼ਨਾਂ ਦਾ ਬਹੁਤ ਹੀ ਆਸਾਨੀ ਨਾਲ ਉੱਤਰ ਦੇ ਸਕਦੇ ਹੋ। ਕਹਿੰਦਾ ਹੇਠ ਦਿੱਤੇ ਸਾਰੇ ਖਾਣੇ, ਠੀਕ ਹੈ, ਵਿੱਚੋਂ ਪਾਏ ਜਾਂਦੇ ਪੌਸ਼ਟਿਕ ਤੱਤ ਡੈਸ਼ ਨੂੰ ਛੱਡ ਕੇ, ਮਤਲਬ ਕਿ ਜਿਹੜੇ ਥੱਲੇ ਆਪਾਂ ਕੋਈ ਵੀ ਰੋਟੀ, ਕੋਈ ਆਪਾਂ ਮੀਟ ਮੱਛੀ, ਜਾਂ ਕੋਈ ਆਂਡੇ, ਜਾਂ ਕੋਈ ਸੋਇਆਬੀਨ, ਜਾਂ ਆਪਾਂ ਕੋਈ ਆਪਣਾ ਗਿਰੀਦਾਰ ਪਦਾਰਥ ਖਾਂਦੇ ਹਾਂ, ਉਹਨਾਂ ਵਿੱਚ ਕਹਿੰਦਾ ਜਿਹੜੀ ਚੀਜ਼ਾਂ ਪਾਈਆਂ ਜਾਂਦੀਆਂ ਇੱਕ ਚੀਜ਼ ਨੂੰ ਛੱਡ ਕੇ, ਤਾਂ ਪ੍ਰੋਟੀਨ ਮੋਸਟਲੀ ਹੁੰਦਾ ਆਪਣੇ ਜਿਹੜੇ ਆਪਾਂ ਭੋਜਨ ਖਾਂਦੇ ਹਾਂ, ਕਾਰਬੋਹਾਈਡਰੇਟ ਵੀ ਹੁੰਦੇ ਆ, ਵਿਟਾਮਿਨ ਵੀ ਹੁੰਦੇ ਆ। ਪਲਾਜ਼ਮਾ ਨਹੀਂ ਹੁੰਦਾ ਗਾ। ਪਲਾਜ਼ਮਾ ਕੀ ਆਪਣੀ ਬੋਡੀ ਖੁਦ ਤਿਆਰ ਕਰਦੀ ਆ। ਜਦੋਂ ਭੋਜਨ ਟੁੱਟ ਕੇ ਨਿੱਕੇ ਨਿੱਕੇ ਕਣਾਂ 'ਚ ਆਪਣੀ ਬੋਡੀ 'ਚ ਜਾਂਦਾ, ਉਸ ਤੋਂ ਬਾਅਦ ਪਲਾਜ਼ਮਾ ਤਿਆਰ ਹੁੰਦਾ ਹੈ। ਠੀਕ ਹੈ, ਪਲਾਜ਼ਮਾ ਕੀ ਹੈ, ਇੱਕ ਇੰਟਰਨਲ ਪ੍ਰੋਸੈਸ ਆ ਜਿਹੜਾ ਆਪਣੀ ਬੋਡੀ ਤਿਆਰ ਕਰਦੀ ਹੈ ਭੋਜਨ ਤੋਂ। ਤਾਂ ਪਲਾਜ਼ਮਾ ਨਹੀਂ ਹੋਊਗਾ, ਪਲਾਜ਼ਮਾ ਡਾਇਰੈਕਟ ਨਹੀਂ ਆਪਾਂ ਲੈਂਦੇ ਕਿ ਬਾਅਦ 'ਚ ਬਣਦਾ, ਤਾਂ ਰਾਈਟ ਆਨਸਰ ਕੀ ਹੋ ਜਾਊਗਾ, ਪਲਾਜ਼ਮਾ। ਚਲੋ ਸਟਾਰਟ ਕਰਦੇ ਹਾਂ। ਠੀਕ ਹੈ, ਫੂਡ ਕਹਿੰਦਾ ਵੀ ਭੋਜਨ ਕੀ ਚੀਜ਼ ਹੁੰਦੀ ਹੈ। ਵੈਸੇ ਤਾਂ ਸਾਰਿਆਂ ਨੂੰ ਪਤਾ ਹੀ ਹੋਊਗਾ, ਪਰ ਫਿਰ ਵੀ ਆਪਾਂ ਇੱਕ ਵਾਰੀ, ਕਈ ਬੱਚਿਆਂ ਦਾ ਬੇਸ ਇੰਨਾ ਹਾਈ ਲੈਵਲ ਦਾ ਨਹੀਂ ਹੈਗਾ ਗਾ, ਆਪਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ। ਤਾਂ ਭੋਜਨ ਕੀ ਹੈ, ਕਹਿੰਦਾ ਭੋਜਨ ਕੋਈ ਵੀ ਖਾਣਯੋਗ ਪਦਾਰਥ ਹੈ ਜੋ ਕਿ ਆਪਣੀ ਬੋਡੀ ਦੇ ਵਿਕਾਸ ਵਾਸਤੇ, ਉਹਦੀ ਕੇਅਰ ਕਰਨ ਵਾਸਤੇ, ਮੁਰੰਮਤ ਵਾਸਤੇ ਵਰਤਿਆ ਜਾਂਦਾ ਹੈ ਜਾਂ ਹੈਲਪ ਕਰਦਾ ਆਪਣੀ। ਅਤੇ ਕਹਿੰਦਾ ਵੀ ਆਪਾਂ ਡੇਲੀ ਕੁਛ ਨਾ ਕੁਛ ਪਦਾਰਥ ਖਾਂਦੇ ਹਾਂ ਕਿਉਂਕਿ ਆਪਾਂ ਸਰੀਰ ਦੀ ਕੋਈ ਜ਼ਰੂਰਤ ਪੂਰੀ ਕਰਨੀ ਆ, ਆਪਾਂ ਐਨਰਜੀ ਚਾਹੀਦੀ ਆਪਾਂ ਨੂੰ, ਤਾਂ ਉਹਦੇ ਵਾਸਤੇ ਆਪਾਂ ਜਿਹੜੀ ਚੀਜ਼ ਖਾਂਦੇ ਉਹਨੂੰ ਕੀ ਕਹਿ ਦਿੰਦੇ ਹਾਂ, ਭੋਜਨ। ਉਹ ਕੁਛ ਵੀ ਹੋ ਸਕਦਾ, ਚਾਹੇ ਲਿਕੁਇਡ ਹੋਵੇ, ਚਾਹੇ ਸੋਲਿਡ ਹੋਵੇ, ਚਾਹੇ ਕੋਈ ਮਿਨਰਲ ਹੋਣ, ਚਾਹੇ ਪ੍ਰੋਟੀਨ ਹੋਣ, ਚਾਹੇ ਵਿਟਾਮਿਨ ਹੋਣ, ਸਾਰਾ ਕੁਛ ਹੀ ਭੋਜਨ ਦੇ ਵਿੱਚ ਆ ਜਾਂਦਾ ਹੈ। ਠੀਕ ਹੈ ਜੀ, ਅੱਗੇ ਆਪਾਂ ਕਰਦੇ ਹਾਂ। ਦੇਖੋ ਭੋਜਨ ਕਹਿੰਦਾ ਕਰਦਾ ਕੀ ਆ, ਭੋਜਨ ਕੀ ਕਰਦਾ, ਕਹਿੰਦਾ ਜਿਹੜੇ ਆਪਣੇ ਸਰੀਰ ਦੇ ਵਿੱਚ ਸ਼ਾਮਲ ਜਿਹੜੇ ਪੌਸ਼ਟਿਕ ਤੱਤ ਹੈ, ਉਹਦੇ ਜ਼ਰੀਏ ਆਪਣੇ ਸਰੀਰ ਨੂੰ ਵਧਣ ਵਿੱਚ, ਸਿਹਤਮੰਦ ਰੱਖਣ ਵਿੱਚ, ਮਜ਼ਬੂਤ ਰੱਖਣ ਵਿੱਚ ਕੀ ਕਰਦਾ, ਹੈਲਪ ਕਰਦਾ ਹੈ। ਤਾਂ ਜਿੰਨੇ ਵੀ ਸਾਰੇ ਜਿਹੜੇ ਪੌਸ਼ਟਿਕ ਤੱਤ ਹੁੰਦੇ ਆਪਾਂ ਨੂੰ ਕਿੱਥੋਂ ਮਿਲਦੇ ਨੇ, ਭੋਜਨ ਤੋਂ ਮਿਲਦੇ ਨੇ, ਚਾਹੇ ਆਪਾਂ ਭੋਜਨ ਕਿਸੇ ਵੀ ਰੂਪ 'ਚ ਖਾਈਏ। ਠੀਕ ਹੈ ਜੀ, ਕੁਐਸਚਨ ਪੁੱਛਿਆ ਜਾ ਸਕਦਾ ਕਿ ਨਿਊਟ੍ਰੀਐਂਟਸ ਕਿੱਥੋਂ ਮਿਲਦੇ ਆਪਾਂ ਨੂੰ, ਤਾਂ ਆਪਾਂ ਨੂੰ ਫੂਡ ਤੋਂ ਮਿਲਦੇ ਆ। ਫੂਡ ਕੋਈ ਵੀ ਹੋ ਸਕਦਾ, ਇਹ ਮੈਟਰ ਨਹੀਂ ਕਰਦਾ ਗਾ। ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਵੀ ਨਿਊਟ੍ਰੀਸ਼ਨ ਕੀ ਹੁੰਦੀ, ਚੀਜ਼ ਕੀ ਹੁੰਦੀ ਹੈ, ਜਿਹਨੂੰ ਪੋਸ਼ਣ ਕਹਿ ਦਿੰਦੇ ਆ। ਅਤੇ ਇਹਦੇ ਓਪੋਜਿਟ ਹੁੰਦਾ ਕੁਪੋਸ਼ਣ। ਕੁਪੋਸ਼ਣ ਉਦੋਂ ਹੁੰਦਾ, ਕੁਪੋਸ਼ਣ ਇੱਕ ਰੋਗ ਹੈ, ਉਦੋਂ ਹੁੰਦਾ ਜਦੋਂ ਆਪਣੇ ਵਿੱਚ ਕੀ ਆ, ਸਹੀ ਮਾਤਰਾ ਦੇ ਵਿੱਚ ਕੀ ਨਹੀਂ ਪਾਏ ਜਾਂਦੇ, ਕਿ ਪੌਸ਼ਟਿਕ ਤੱਤ ਨਹੀਂ ਪਾਏ ਜਾਂਦੇ। ਇਹ ਕੁਐਸਚਨ ਵੀ ਪੁੱਛਿਆ ਜਾ ਸਕਦਾ ਹੈ। ਕਹਿੰਦਾ ਪੋਸ਼ਣ ਕੀ ਆ, ਕਹਿੰਦਾ ਇੱਕ ਬੈਲੈਂਸ ਡਾਈਟ ਹੈ, ਜਿਹਨੂੰ ਕਹਿ ਦਿੰਦੇ ਆ ਸੰਤੁਲਿਤ ਖੁਰਾਕ ਕਹਿ ਸਕਦੇ ਹਾਂ ਆਪਾਂ, ਕਿ ਪ੍ਰੋਪਰ ਆਪਾਂ ਜਿੰਨੀ ਆਪਾਂ ਨੂੰ ਜ਼ਰੂਰਤ ਹੈ ਬੋਡੀ ਨੂੰ,
ਜਿੰਨੀ ਆਪਾਂ ਨੂੰ ਚਾਹੀਦੀ ਆ ਆਪਣੀ ਬੇਸਿਕ ਨੀਡ ਵਾਸਤੇ ਬੋਡੀ ਦੇ ਆਪਾਂ ਪ੍ਰੋਪਰ ਲੈ ਰਹੇ ਹਾਂ, ਤਾਂ ਆਪਣੀ ਉਹ ਕੀ ਹੋ ਜੂਗੀ, ਇੱਕ ਬੈਲੈਂਸ ਡਾਈਟ ਹੋ ਜੂਗੀ। ਜੇ ਆਪਣੀ ਕਿਸੇ ਚੀਜ਼ ਦੀ ਕਮੀ ਹੋ ਗਈ ਤਾਂ ਆਪਾਂ ਨੂੰ ਉਹ ਤੋਂ ਕੋਈ ਨਾ ਕੋਈ ਡੈਫੀਸ਼ੈਂਸੀ ਹੋਊਗੀ, ਜਿਹਨੂੰ ਕਹਿ ਦਿੰਦੇ ਆ ਬਿਮਾਰੀ। ਕੋਈ ਨਾ ਕੋਈ ਬਿਮਾਰੀ ਜ਼ਰੂਰ ਲੱਗੂਗੀ ਕਿਸੇ ਚੀਜ਼ ਦੀ ਕਮੀ ਦੇ ਨਾਲ, ਠੀਕ ਹੈ। ਉਹ ਸਾਰਾ ਕੁਝ ਪੜ੍ਹਾਂਗੇ ਆਪਾਂ ਅੱਗੇ ਜਾ ਕੇ। ਪਹਿਲਾਂ ਆਪਾਂ ਪੜ੍ਹਦੇ ਹਾਂ ਨਿਊਟ੍ਰੀਸ਼ਨ ਹੁੰਦੀ ਕੀ ਆ। ਕਹਿੰਦਾ ਵੀ ਪੋਸ਼ਣ ਉਹ ਪ੍ਰਕਿਰਿਆ ਹੈ ਜਿਸ ਦੁਆਰਾ ਸਰੀਰ ਭੋਜਨ ਦੀ ਵਰਤੋਂ ਵਿਕਾਸ ਵਾਸਤੇ, ਰੱਖ ਰਖਾਵ ਵਾਸਤੇ ਅਤੇ ਸਿਹਤਮੰਦ ਜ਼ਿੰਦਗੀ ਲਈ ਕਰਦਾ ਹੈ। ਤਾਂ ਜੋ ਵੀ ਭੋਜਨ ਤੋਂ ਕਹਿੰਦਾ ਤੁਸੀਂ ਖਾਂਦੇ ਹੋ, ਉਹ ਤੁਹਾਡੀ ਸਿਹਤ ਨੂੰ ਕੀ ਕਰਦਾ, ਪ੍ਰਭਾਵਿਤ ਕਰਦਾ ਹੈ। ਜੇ ਤੁਸੀਂ ਅੱਛਾ ਚੀਜ਼ ਖਾ ਰਹੇ ਹੋ ਤਾਂ ਤੁਹਾਡੀ ਸਿਹਤ ਅੱਛੀ ਹੋਊਗੀ, ਜੇ ਤੁਸੀਂ ਮਾੜੀ ਚੀਜ਼ ਖਾਓਗੇ ਤਾਂ ਤੁਹਾਡੀ ਸਿਹਤ ਕੀ ਹੋਊਗੀ, ਡਾਊਨ ਹੋ ਜਾਊਗੀ, ਮਾੜੀ ਹੋ ਜਾਊਗੀ। ਤਾਂ ਸਾਰਾ ਕੁਝ ਕਿਸ 'ਤੇ ਡਿਪੈਂਡ ਕਰਦਾ, ਆਪਣੇ ਪੋਸ਼ਣ 'ਤੇ ਡਿਪੈਂਡ ਕਰਦਾ, ਆਪਣੇ ਪੌਸ਼ਟਿਕ ਤੱਤ 'ਤੇ ਡਿਪੈਂਡ ਕਰਦਾ, ਆਪਣੀ ਡਾਈਟ 'ਤੇ ਡਿਪੈਂਡ ਕਰਦਾ ਹੈ। ਨੈਕਸਟ ਦੇਖਦੇ ਹਾਂ ਆਪਾਂ। ਕਹਿੰਦਾ ਵੀ ਹੁੰਦੇ ਕੀ ਆ ਜਿਹੜੇ ਪੌਸ਼ਟਿਕ ਤੱਤ ਹੁੰਦੇ ਆ ਜਾਂ ਨਿਊਟ੍ਰੀਸ਼ਨਸ ਹੁੰਦੀ ਕੀ ਆ। ਕਹਿੰਦਾ ਵੀ ਇਹ ਉਹ ਪ੍ਰਕਿਰਿਆ ਹੈ ਜਾਂ ਉਹ ਪ੍ਰਕਿਰਿਆ ਦਾ ਸੁਮੇਲ ਹੈ ਜਿਸ ਦੁਆਰਾ ਕਹਿੰਦਾ ਜੀਵਤ ਜੀਵ, ਠੀਕ ਹੈ, ਜਿਹੜੇ ਜੀਵਤ ਜੀਵ ਹੁੰਦੇ ਕਹਿੰਦਾ ਭੋਜਨ ਦੇ ਪਦਾਰਥਾਂ ਨੂੰ ਸਰੀਰ ਦੇ ਵਾਧੇ ਵਾਸਤੇ, ਕਾਰਜਾਂ ਵਾਸਤੇ, ਸਰੀਰ ਦੇ ਹਿੱਸਿਆਂ ਵਾਸਤੇ ਕਹਿੰਦਾ ਲੋੜੀਂਦਾ ਭੋਜਨ ਪ੍ਰਾਪਤ ਕਰਦੇ ਆ, ਠੀਕ ਹੈ। ਚਾਹੇ ਉਹ ਕੋਈ ਵੀ ਜੀਵ ਆ, ਲਿਵਿੰਗ ਹੈ, ਨੋਨ ਲਿਵਿੰਗ ਚੀਜ਼ ਆ, ਪਲਾਂਟਸ ਵੀ ਲੈਂਦੇ ਆ ਨਿਊਟ੍ਰੀਸ਼ਨਸ, ਹੈ ਨਾ। ਤਾਂ ਹਰੇਕ ਚੀਜ਼ ਜਿਹੜੀ ਜੀਵਤ ਜੀਵ ਵੀ ਲੈਂਦੇ ਆ, ਚਾਹੇ ਕੋਈ ਪਸ਼ੂ ਹੈ, ਚਾਹੇ ਆਪਾਂ ਇਨਸਾਨ ਆ, ਤਾਂ ਸਾਰੇ ਇਸ ਕੈਟਾਗਰੀ 'ਚ ਆ ਜਾਂਦੇ ਆ, ਕਿਉਂਕਿ ਬੇਸਿਕ ਨੀਡ ਸਭ ਨੇ ਪੂਰੀ ਕਰਨੀ ਹੈ। ਉਸ ਤੋਂ ਬਾਅਦ ਕੀ ਹੈ, ਕਹਿੰਦਾ ਵੀ ਪੋਸ਼ਣ ਦਾ ਉਦੇਸ਼ ਕੀ ਹੈ। ਕਹਿੰਦਾ ਵੀ ਸਰੀਰ ਅਤੇ ਮਾਨਸਿਕ ਵਿਕਾਸ ਵਾਸਤੇ, ਆਪਾਂ ਮੈਂਟਲੀ ਵੀ ਆਪਣੀ ਗਰੋਥ ਹੁੰਦੀ ਹੈ ਅਤੇ ਫਿਜ਼ੀਕਲੀ ਵੀ ਹੁੰਦੀ ਹੈ। ਉਸ ਤੋਂ ਬਾਅਦ ਕਹਿੰਦਾ ਵੀ ਜੋ ਵੀ ਬਿਮਾਰੀਆਂ ਹੁੰਦੀਆਂ ਆਪਾਂ ਨੂੰ, ਇਨਫੈਕਸ਼ਨ ਹੁੰਦੀ ਹੈ, ਉਹਨਾਂ ਤੋਂ ਬਚਾਉਣ ਵਾਸਤੇ ਵੀ ਜੇ ਅਗਰ ਆਪਣੀ ਡਾਈਟ ਸਹੀ ਹੋਊਗੀ ਤਾਂ ਆਪਣਾ ਕੀ ਹੋਊਗਾ, ਜਿਹੜਾ ਆਪਣਾ ਸਿਸਟਮ ਹੋਊਗਾ, ਇਮਿਊਨਿਟੀ ਸਿਸਟਮ ਹੋਊਗਾ ਕਿ ਬਹੁਤ ਸਟਰੋਂਗ ਹੋਊਗਾ, ਆਪਾਂ ਬਿਮਾਰੀਆਂ ਨਾਲ ਆਸਾਨੀ ਨਾਲ ਲੜ ਸਕਦੇ ਹਾਂ। ਅਤੇ ਥਰਡ ਜੋ ਮੋਸਟ ਇੰਪੋਰਟੈਂਟ ਹੈਗਾ ਕਿ ਆਪਾਂ ਨੂੰ ਜਿਹੜੀ ਬੇਸਿਕ ਐਨਰਜੀ ਤਾਂ ਮਿਲੂਗੀ ਜੇ ਆਪਾਂ ਰੋਟੀ ਖਾਵਾਂਗੇ। ਜੇ ਆਪਾਂ ਭੁੱਖੇ ਹੋਵਾਂਗੇ ਤਾਂ ਆਪਾਂ ਕੰਮ ਨਹੀਂ ਕਰ ਸਕਦੇ, ਕਿਉਂਕਿ ਆਪਣੇ ਵਿੱਚ ਕੀ ਹੋਊਗੀ, ਊਰਜਾ ਨਹੀਂ ਹੋਊਗੀ, ਊਰਜਾ ਪ੍ਰਦਾਨ ਨਹੀਂ ਹੋਊਗੀ ਆਪਣੇ ਸਰੀਰ ਦੇ ਅੰਗਾਂ ਨੂੰ। ਤਾਂ ਸਾਰਾ ਕੁਛ ਇਹ ਬੇਸਿਕ ਹੈ, ਤੁਹਾਨੂੰ ਪਤਾ ਵੀ ਹੋਊਗਾ। ਉਸ ਤੋਂ ਬਾਅਦ ਕਹਿੰਦਾ ਵੀ ਭੋਜਨ ਨੂੰ ਆਪਾਂ ਕਿੰਨੇ ਭਾਗਾਂ 'ਚ ਵੰਡ ਸਕਦੇ ਹਾਂ ਜਾਂ ਵਰਗੀਕਰਨ ਕਿਵੇਂ ਕਰ ਸਕਦੇ ਹਾਂ। ਤਾਂ ਪਹਿਲਾਂ ਆਪਾਂ ਬੇਸਿਕ ਕਰਦੇ ਹਾਂ ਵੀ ਭੋਜਨ ਦਾ ਵਰਗੀਕਰਨ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਵੈਜੀਟੇਰੀਅਨ ਅਤੇ ਨੋਨ ਵੈਜੀਟੇਰੀਅਨ, ਮਤਲਬ ਸ਼ਾਕਾਹਾਰੀ ਭੋਜਨ ਅਤੇ ਮਾਸਾਹਾਰੀ ਭੋਜਨ। ਸ਼ਾਕਾਹਾਰੀ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਜੋ ਵੀ ਪੌਦਿਆਂ ਤੋਂ ਆਪਾਂ ਭੋਜਨ ਲੈਂਦੇ ਹਾਂ, ਚਾਹੇ ਉਹ ਕਣਕ ਹੈ, ਚਾਹੇ ਉਹ ਚਾਵਲ ਨੇ, ਚਾਹੇ ਉਹ ਨਟਸ ਨੇ, ਜੋ ਕੁਛ ਵੀ ਚੀਜ਼ ਹੈ ਜਿਹੜੀ ਕਿ ਸ਼ਾਕਾਹਾਰੀ ਚੀਜ਼ਾਂ ਉਹ ਹੁੰਦੀਆਂ ਜਿਹੜੀਆਂ ਕਿ ਆਪਾਂ ਪੌਦਿਆਂ ਵਗੈਰਾ ਤੋਂ ਲੈਂਦੇ ਹਾਂ। ਅਤੇ ਮਾਸਾਹਾਰੀ ਤੁਹਾਨੂੰ ਪਤਾ ਹੀ ਹੈ, ਜਿਵੇਂ ਅੰਡੇ ਹੋ ਗਏ, ਮੀਟ ਹੋ ਗਏ, ਮੱਛੀਆਂ ਹੋ ਗਈਆਂ, ਜਿਹੜੀਆਂ ਕਿ ਜਾਨਵਰਾਂ ਤੋਂ ਆਪਾਂ ਜਿਹੜਾ ਭੋਜਨ ਲੈਂਦੇ ਹਾਂ ਉਹਨੂੰ ਕੀ ਕਹਿ ਦਿੰਦੇ ਹਾਂ ਆਪਾਂ, ਮਾਸਾਹਾਰੀ ਜਾਂ ਨੋਨ ਵੈਜੀਟੇਰੀਅਨ ਕਹਿ ਦਿੰਦੇ ਹਾਂ। ਇਹ ਪਹਿਲਾ ਸੀਗਾ। ਸੈਕਿੰਡ ਹੈਗਾ ਰਸਾਇਣਾਂ ਦੇ ਦੁਆਰਾ ਭੋਜਨ ਦਾ ਵਰਗੀਕਰਨ। ਰਸਾਇਣ ਹੁੰਦੇ ਆ ਜਿਵੇਂ ਮੰਨ ਲਓ ਕਾਰਬੋਹਾਈਡਰੇਟ ਲੈਂਦੇ ਆਪਾਂ, ਪ੍ਰੋਟੀਨ ਲੈਂਦੇ ਹਾਂ, ਚਰਬੀ ਆਪਣੇ 'ਚ ਬਣਦੀ ਜਿਹਨੂੰ ਫੈਟਸ ਕਹਿ ਦਿੰਦੇ ਆ, ਵਿਟਾਮਿਨ ਲੈਂਦੇ ਹਾਂ, ਮਿਨਰਲਸ ਲੈਂਦੇ ਹਾਂ ਜਿਹਨੂੰ ਆਪਾਂ ਖਣਿਜ ਕਹਿ ਦਿੰਦੇ ਹਾਂ। ਤਾਂ ਸਾਰਾ ਕੁਛ ਆਪਾਂ ਕੱਲਾ ਕੱਲਾ ਪੜਾਂਗੇ। ਸਭ ਤੋਂ ਮੋਸਟ ਇੰਪੋਰਟੈਂਟ ਪਾਰਟ ਆਪਣੀ ਵੀਡੀਓ ਦਾ ਇਹੀ ਰਹੂਗਾ, ਕਾਰਬੋਹਾਈਡਰੇਟ ਵਗੈਰਾ, ਪ੍ਰੋਟੀਨ ਵਗੈਰਾ ਅਤੇ ਵਿਟਾਮਿਨ ਕਿਹੜੇ ਕਿਹੜੇ ਆ ਅਤੇ ਕਿਹੜੀ ਵਿਟਾਮਿਨ ਦੀ ਕਮੀ ਨਾਲ ਕਿਹੜਾ ਰੋਗ ਹੋ ਸਕਦਾ ਹੈ। ਇਹਦੇ ਵਿੱਚ ਕੀ ਆ ਕਿ ਆਪਾਂ ਇੰਪੋਰਟੈਂਟ ਚੀਜ਼ਾਂ ਕੀਤੀਆਂ ਪੇਪਰ ਦੇ ਪੁਆਇੰਟ ਆਫ ਵਿਊ ਤੋਂ, ਕਿਉਂਕਿ ਇਹ ਟੌਪਿਕ ਇੱਦਾਂ ਹੁੰਦਾ ਹੈ ਕਿ ਇਹਦੇ 'ਤੇ ਅਗਰ ਮੈਂ 10 ਵੀਡੀਓ ਬਣਾਵਾਂ ਤਾਂ 10 ਵੀਡੀਓ ਆਸਾਨੀ ਨਾਲ ਬਣ ਜਾਣਗੀਆਂ। ਤਾਂ ਆਪਾਂ ਇੰਨਾ ਡੀਪਲੀ ਨਹੀਂ ਪੜ੍ਹਨਾ ਗਾ, ਆਪਾਂ ਆਪਣਾ ਫੋਕਸ ਪੇਪਰ 'ਤੇ ਕਰਨਾ ਹੈ, ਠੀਕ ਹੈ। ਤਾਂ ਐਕਸਟਰਾ ਨਾ ਪੜ੍ਹੋ, ਉਹੀ ਚੀਜ਼ ਪੜ੍ਹੋ ਜਿਹੜੀ ਕਿ ਦੇਖੋ ਅੱਜ ਕੱਲ੍ਹ ਸਮਾਰਟ ਵਰਕ ਦੀ ਜ਼ਰੂਰਤ ਹੈ। ਹਾਰਡ ਵਰਕ ਨਾਲੋਂ ਸਮਾਰਟ ਵਰਕ ਕਰਨਾ ਜ਼ਰੂਰੀ ਹੈ। ਤਾਂ ਸਮਾਰਟ ਵਰਕ ਕਰੋ, ਹਾਰਡ ਵਰਕ ਨਾ ਕਰੋ, ਠੀਕ ਹੈ। ਹੁਣ ਕੁਐਸਚਨ ਕਿਵੇਂ ਬਣ ਸਕਦਾ ਹੈ। ਕਹਿੰਦਾ ਹੇਠ ਲਿਖਿਆਂ ਵਿੱਚੋਂ ਕਿਹੜੇ ਊਰਜਾ ਪ੍ਰਦਾਨ ਕਰਦੇ ਨੇ, ਮਤਲਬ ਕਿ ਆਪਾਂ ਨੂੰ ਬੇਸਿਕ ਜਿਹੜੀ ਆਪਣੀ એનર્ਜੀ ਦਿੰਦੇ ਨੇ। ਤਾਂ ਪ੍ਰੋਟੀਨ ਅਤੇ ਖਣਿਜ, ਵਿਟਾਮਿਨ ਅਤੇ ਖਣਿਜ, ਪਾਣੀ ਅਤੇ ਰਸਤਾ, ਪਾਣੀ ਮਤਲਬ ਕਹਿ ਲਓ, ਠੀਕ ਹੈ, ਰਸਤਾ ਤਾਂ ਵੈਸੇ ਲਿਖਿਆ ਗਿਆ। ਤਾਂ ਕਾਰਬੋਹਾਈਡਰੇਟ ਅਤੇ ਚਰਬੀ ਜਿਹੜੇ ਹੈਗੇ ਜਿਹਨੂੰ ਫੈਟਸ ਕਹਿ ਦਿੰਦੇ ਆ, ਸਭ ਤੋਂ ਮੋਸਟ ਇੰਪੋਰਟੈਂਟ ਨੇ ਕਿ ਆਪਾਂ ਨੂੰ ਜਿਹੜੀ એનર્ਜੀ ਮਿਲਦੀ ਹੈ ਇਹਨਾਂ ਤੋਂ ਹੀ ਮਿਲਦੀ ਹੈ, ਕਾਰਬੋਹਾਈਡਰੇਟ ਅਤੇ ਚਰਬੀ ਤੋਂ। ਅਤੇ ਕਿਹੜੇ ਕਾਰਬੋਹਾਈਡਰੇਟ ਪ੍ਰੋਵਾਈਡ ਕਰਦੇ ਆ, ਕਿਹੜੇ ਚਰਬੀ ਪ੍ਰੋਵਾਈਡ ਕਰਦੇ ਭੋਜਨ, ਉਹ ਵੀ ਤੁਹਾਨੂੰ ਮੈਂ ਪੜ੍ਹਾਊਂਗਾ ਅੱਗੇ ਜਾ ਕੇ, ਠੀਕ ਹੈ। ਇਹ ਕੁਐਸਚਨ ਆਇਆ ਹੋਇਆ ਕਿਤੇ ਨਾ ਕਿਤੇ, ਤਾਂ ਮੈਂ ਤੁਹਾਨੂੰ ਪਾਏ ਹੋਏ ਆ ਕੁਐਸਚਨ ਸਾਰੇ ਕਿ ਤੁਹਾਨੂੰ ਪਤਾ ਚੱਲ ਜਾਏ ਕਿ ਕਿਵੇਂ ਕੁਐਸਚਨ ਆ ਸਕਦਾ ਹੈ। ਅਗਲਾ ਵਰਗੀਕਰਨ ਕਿਵੇਂ ਕਰ ਸਕਦੇ ਹਾਂ। ਕਹਿੰਦਾ ਭੋਜਨ ਦਾ ਆਪਾਂ ਕਹਿੰਦਾ ਵੀ ਪੂਰਵ ਪ੍ਰਭਾਵਸ਼ਾਲੀ ਕਾਰਜਾਂ ਦੁਆਰਾ ਭੋਜਨ ਦਾ ਵਰਗੀਕਰਨ, ਮਤਲਬ ਕਿ ਊਰਜਾ ਸਪਲਾਈ ਕਰਨ ਵਾਲੇ ਕਿਹੜੇ ਆ, ਸਰੀਰ ਬਣਾਉਣ ਵਾਲੇ ਕਿਹੜੇ ਆ, ਠੀਕ ਹੈ। ਜਿਵੇਂ ਊਰਜਾ ਸਭ ਤੋਂ ਜ਼ਿਆਦਾ ਮਿਲਦੀ ਆਪਾਂ ਨੂੰ ਅਨਾਜ ਤੋਂ, ਸ਼ੱਕਰ ਤੋਂ। ਕਹਿੰਦਾ ਕਿ ਜੜ੍ਹਾਂ ਮੰਨ ਲਓ ਕੋਈ ਆਪਾਂ ਕੋਈ ਚੀਜ਼ ਖਾਂਦੇ ਹਾਂ, ਠੀਕ ਹੈ, ਕੰਦ ਹੋ ਗਈ, ਚਰਬੀ ਹੋ ਗਈ, ਤੇਲਸ ਹੋ ਗਏ, ਵੈਜੀਟੇਬਲ ਆਇਲ ਵਗੈਰਾ ਜਿਹਨੂੰ ਆਪਾਂ ਖਾਂਦੇ ਪੀਂਦੇ ਹਾਂ। ਉਸ ਤੋਂ ਬਾਅਦ ਕਹਿੰਦਾ ਵੀ ਜਿਵੇਂ ਹੁਣ ਜੇ ਆਪਾਂ ਬੋਡੀ ਵਗੈਰਾ ਬਣਾਉਣੀ ਹੋਵੇ, ਸਰੀਰ ਮਜ਼ਬੂਤ ਕਰਨਾ ਹੋਵੇ, ਆਪਾਂ ਦੁੱਧ ਪੀਂਦੇ ਹਾਂ, ਹੈ ਨਾ, ਮੀਟ ਹੋ ਗਿਆ, ਪੋਲਟਰੀ ਹੋ ਗਈ, ਜਿਵੇਂ ਛੋਟੇ ਉਹ ਮਤਲਬ ਮੀਟ ਵਗੈਰਾ ਖਾਂਦੇ ਆ, ਮੱਛੀਆਂ ਹੋ ਗਈਆਂ, ਦਾਲ ਹੋ ਗਈ, ਮੂੰਗਫਲੀ ਹੋ ਗਈ, ਠੀਕ ਹੈ। ਤਾਂ ਇਹਨਾਂ ਤੋਂ ਕੀ ਬਣਦਾ, ਆਪਣਾ ਸਰੀਰ ਬੋਡੀ ਵਗੈਰਾ ਬਣਦੀ ਆਪਣੀ, ਠੀਕ ਹੈ। ਇਹ ਹੈਗਾ ਵਰਗੀਕਰਨ, ਸਿਰਫ ਉਹਦਾ ਭੋਜਨ ਦਾ ਵੰਡ ਰਹੇ ਹਾਂ, ਕਿਹੜੇ ਕਿਹੜੇ ਭਾਗਾਂ 'ਚ ਭੋਜਨ ਨੂੰ ਵੰਡ ਸਕਦੇ ਹਾਂ। ਅਗਲਾ ਭੋਜਨ ਦਾ ਵਰਗੀਕਰਨ ਹੈਗਾ, ਕਹਿੰਦਾ ਵੀ ਸਰੋਤਾਂ ਦੁਆਰਾ। ਸਰੋਤ ਹੁੰਦੇ ਆ ਕਿ ਕਿਹੜੀ ਕਿਹੜੀ ਚੀਜ਼ਾਂ ਤੋਂ ਆਪਾਂ ਚੀਜ਼ ਖਾ ਸਕਦੇ ਹਾਂ। ਜਿਵੇਂ ਅਨਾਜ ਅਤੇ ਬਾਜਰਾ ਖਾ ਸਕਦੇ ਹਾਂ ਆਪਾਂ, ਫਲੀਆਂ ਖਾ ਸਕਦੇ ਹਾਂ, ਜਿਵੇਂ ਦਾਲਾਂ ਹੋ ਗਈਆਂ,
ਹਰੀਆਂ ਸਬਜ਼ੀਆਂ ਖਾ ਸਕਦੇ ਹਾਂ, ਫਲ ਖਾ ਸਕਦੇ ਹਾਂ, ਮੀਟ ਮੱਛੀ ਖਾ ਸਕਦੇ ਹਾਂ, ਦੁੱਧ ਪੀ ਸਕਦੇ ਹਾਂ, ਹੈ ਨਾ, ਅੰਡੇ ਖਾ ਸਕਦੇ ਹਾਂ। ਤਾਂ ਸਾਰੇ ਕੀ ਹੋ ਗਏ, ਸਰੋਤ ਹੋ ਗਏ ਜਿੱਥੋਂ ਆਪਾਂ ਕੀ ਲੈਂਦੇ ਹਾਂ, ਭੋਜਨ ਲੈਂਦੇ ਹਾਂ। ਭੋਜਨ ਦੇ ਵਿੱਚੋਂ ਕੀ ਲੈਂਦੇ ਹਾਂ, ਪੌਸ਼ਟਿਕ ਤੱਤ ਆਪਾਂ ਆਪਣੀ ਬੋਡੀ ਵਾਸਤੇ ਯੂਜ਼ ਕਰਦੇ ਹਾਂ। ਹੁਣ ਅੱਗੇ ਕਹਿੰਦਾ ਵੀ ਨਿਊਟਰੀਐਂਟਸ ਹੁੰਦੇ ਕੀ ਆ, ਪੌਸ਼ਟਿਕ ਤੱਤ ਹੁੰਦੇ ਕੀ ਆ। ਕਹਿੰਦਾ ਉਹ ਪਦਾਰਥ ਆ ਜਿਸ ਦੀ ਜ਼ਰੂਰਤ ਕਹਿੰਦਾ ਜੀਵਤ ਚੀਜ਼ਾਂ ਨੂੰ ਜਿੰਦਾ ਰੱਖਣ ਅਤੇ ਇਸ ਦੇ ਵਧਣ ਵਿੱਚ ਸਹਾਇਤਾ ਕਰਦੀ ਹੈ। ਠੀਕ ਹੈ ਜੀ। ਆਪਾਂ ਮੰਨ ਲਓ ਅਗਰ ਆਪਾਂ ਭੋਜਨ ਨਹੀਂ ਲਵਾਂਗੇ, ਆਪਾਂ 10 ਦਿਨ 15 ਦਿਨ ਤੋਂ ਬਾਅਦ ਕੀ ਹੋ ਜੂਗੀ, ਆਪਣੇ ਡੈਥ ਹੋਣ ਦੇ ਚਾਂਸ ਵੱਧ ਜਾਂਦੇ ਆ, ਕਿਉਂਕਿ ਆਪਣੀ ਬੋਡੀ ਦੇ ਵਿੱਚ ਕੀ ਰਹੂਗੀ, ਐਨਰਜੀ ਨਹੀਂ ਰਹੂਗੀ, ਅਤੇ ਜਿਹੜੀ ਆਪਣੀ ਬੇਸਿਕ ਨੀਡ ਨਹੀਂ ਪੂਰੀ ਹੋਊਗੀ ਤਾਂ ਬੋਡੀ ਕੀ ਹੋ ਜੂਗੀ, ਆਟੋਮੈਟਿਕਲੀ ਡੈਡ ਹੋ ਜੂਗੀ। ਉਸ ਤੋਂ ਬਾਅਦ ਕਹਿੰਦਾ ਵੀ ਸਰੀਰ ਦੁਆਰਾ ਭੋਜਨ ਤੋਂ ਪ੍ਰਾਪਤ ਉਪਯੋਗੀ ਰਸਾਇਣ ਪਦਾਰਥਾਂ ਨੂੰ ਪੌਸ਼ਟਿਕ ਤੱਤ ਕਹਿੰਦੇ ਆ। ਜਿਵੇਂ ਤੁਹਾਨੂੰ ਮੈਂ ਦੱਸਿਆ ਹੀ ਆ, ਕਾਰਬੋਹਾਈਡਰੇਟ ਹੋ ਗਏ, ਫੈਟਸ ਹੋ ਗਏ, ਚਰਬੀ ਹੋ ਗਈ, ਚਰਬੀ ਨੂੰ ਫੈਟਸ ਕਹਿ ਦਿੰਦੇ ਆ, ਮਿਨਰਲਸ ਹੋ ਗਏ, ਖਣਿਜ ਹੋ ਗਏ, ਸਾਰੇ ਕੀ ਇੱਕ ਰਸਾਇਣਿਕ ਪਦਾਰਥ ਨੇ ਜਿਹੜੇ ਕਿ ਆਪਾਂ ਨੂੰ ਪੌਸ਼ਟਿਕ ਤੱਤਾਂ ਤੋਂ ਮਿਲਦੇ ਨੇ, ਜਾਂ ਪੌਸ਼ਟਿਕ ਤੱਤ ਆਪਾਂ ਉਹਨੂੰ ਕਹਿੰਦੇ ਆ। ਉਸ ਤੋਂ ਬਾਅਦ ਕਹਿੰਦਾ ਵੀ ਜੋ ਚੰਗੀ ਊਰਜਾ ਪ੍ਰਦਾਨ ਕਰਨੀ, ਚੰਗਾ ਵਿਕਾਸ, ਟਿਸ਼ੂਆਂ ਦੇ ਜਿਹੜੇ ਸੈਲਸ ਹੁੰਦੇ ਆ ਉਹਨਾਂ ਦੀ ਮੁਰੰਮਤ, ਸੈਲਸ ਬਣਨੇ। ਤੁਸੀਂ ਦੇਖਿਆ ਹੋਊਗਾ ਅੱਜ ਕੱਲ੍ਹ ਸੈੱਲ ਬੜੇ ਡਾਊਨ ਹੋ ਰਹੇ ਆ ਲੋਕਾਂ ਦੇ, ਕਿਉਂਕਿ ਉਹਦੇ ਵਿੱਚ ਕੀ ਹੁੰਦਾ ਕਿ ਆਪਣੀ ਡਾਈਟ ਬਿਲਕੁਲ ਸਹੀ ਨਹੀਂ ਹੁੰਦੀ ਗੀ। ਡਾਈਟ ਦੀ ਕਮੀ ਨਾਲ ਕੀ ਆ, ਸੈੱਲ ਬਣਨੇ ਘੱਟ ਜਾਂਦੇ। ਜਦੋਂ ਸੈੱਲ ਘੱਟ ਜਾਣਗੇ, ਆਪਣਾ ਬਿਮਾਰੀਆਂ ਦੇ ਨਾਲ ਲੜਨ ਦੀ ਸ਼ਕਤੀ ਘੱਟ ਜਾਊਗੀ। ਮੰਨ ਲਓ ਆਪਾਂ ਨੂੰ ਸਿੰਪਲ ਬੁਖਾਰ ਵੀ ਹੁੰਦਾ ਤਾਂ ਕਈ ਦਿਨ ਬੁਖਾਰ ਆਪਣਾ ਹਟਦਾ ਨਹੀਂ ਗਾ, ਕਿਉਂਕਿ ਜਿਹੜੇ ਸੈੱਲਸ ਹੁੰਦੇ ਆ ਉਹ ਕੀ ਲੜਦੇ ਆ ਬਿਮਾਰੀਆਂ ਦੇ ਨਾਲ। ਤਾਂ ਜਿਹੜੀ ਆਪਣਾ ਪੌਸ਼ਟਿਕ ਤੱਤ ਹੁੰਦੇ ਆ ਉਹ ਕੀ ਕਰਦੇ, ਆਪਾਂ ਨੂੰ ਸੈੱਲ ਨੂੰ ਵਧਣ ਵਿੱਚ, ਉਹਨਾਂ ਦੀ ਮੁਰੰਮਤ ਕਰਨ ਵਿੱਚ, ਨਵੇਂ ਸੈੱਲ ਬਣਨ ਦੇ ਵਿੱਚ ਵੀ ਮਦਦ ਕਰਦੇ ਆ। ਠੀਕ ਹੈ ਜੀ। ਤਾਂ ਆਈ ਹੋਪ ਤੁਹਾਨੂੰ ਸਾਰਾ ਕੁਝ ਸਮਝ ਆ ਗਿਆ ਹੋਊਗਾ ਕਿ ਆਪਣੇ ਵਾਸਤੇ ਨਿਊਟਰੀਐਂਟਸ ਕਿੰਨੇ ਇੰਪੋਰਟੈਂਟ ਹੈ, ਪੌਸ਼ਟਿਕ ਤੱਤ ਕਿੰਨੇ ਜ਼ਿਆਦਾ ਮਹੱਤਵਪੂਰਨ ਨੇ। ਇਸ ਤੋਂ ਬਾਅਦ ਕਹਿੰਦਾ ਵੀ ਜਿਹੜੇ ਪੌਸ਼ਟਿਕ ਤੱਤ ਹੁੰਦੇ ਆ ਵੀ ਉਹ ਆਪਣਾ ਕਹਿੰਦਾ ਖਾਸ ਕਾਰਜ ਕਰਦੇ ਆ। ਕਹਿੰਦਾ ਜ਼ਿਆਦਾਤਰ ਜਿਹੜੇ ਆਪਾਂ ਭੋਜਨ ਖਾਂਦੇ ਹਾਂ, ਜਿਵੇਂ ਮੰਨ ਲਓ ਸਿੰਪਲ ਮੈਂ ਦੁੱਧ ਵੀ ਪੀਂਦਾ, ਉਹਦੇ ਵਿੱਚ ਇਹ ਨਹੀਂ ਕਿ ਇੱਕ ਪੌਸ਼ਟਿਕ ਤੱਤ ਹੋਊਗਾ, ਇੱਕ ਤੋਂ ਵੱਧ ਵੀ ਹੋ ਸਕਦਾ, ਇੱਕ ਵੀ ਹੋ ਸਕਦਾ ਅਤੇ ਇੱਕ ਤੋਂ ਜ਼ਿਆਦਾ ਵੀ ਹੋ ਸਕਦਾ ਹੈ। ਤਾਂ ਪੌਸ਼ਟਿਕ ਤੱਤ ਨੂੰ ਇਹ ਸਭ ਤੋਂ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਜਿਹੜਾ ਪੌਸ਼ਟਿਕ ਤੱਤ ਆ ਉਹਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ। ਇੱਕ ਹੁੰਦਾ ਮੈਕਰੋ ਹੁੰਦਾ ਲਾਰਜ ਚੀਜ਼, ਕੋਈ ਬਹੁਤ ਵੱਡੀ। ਇੱਕ ਹੁੰਦਾ ਮਾਈਕਰੋ ਹੁੰਦਾ ਛੋਟਾ। ਚਲੋ ਤੁਸੀਂ ਇਸ ਚੀਜ਼ ਦੇ ਵਿੱਚ ਵੀ ਨਾ ਜਾਇਓ, ਤਾਂ ਜਸਟ ਤੁਸੀਂ ਯਾਦ ਰੱਖਣਾ ਮੈਕਰੋ ਅਤੇ ਮਾਈਕਰੋ ਦੋ ਤਰ੍ਹਾਂ ਦੇ ਪੌਸ਼ਟਿਕ ਤੱਤ ਹੁੰਦੇ ਆ ਜਿਨ੍ਹਾਂ ਨੂੰ ਦੋ ਭਾਗਾਂ 'ਚ ਵੰਡਿਆ ਗਿਆ। ਆਪਾਂ ਇਕੱਲਾ ਪੜ੍ਹਦੇ ਹਾਂ ਕੀ ਹੁੰਦਾ। ਪਹਿਲਾਂ ਗੱਲ ਕਰਦੇ ਹਾਂ ਮੈਕਰੋ ਦੀ। ਕਹਿੰਦਾ ਮੈਕਰੋ ਕੀ ਚੀਜ਼ ਹੁੰਦਾ, ਕਹਿੰਦਾ ਪ੍ਰੋਟੀਨ, ਚਰਬੀ, ਕਾਰਬੋਹਾਈਡਰੇਟ ਹੁੰਦੇ ਆ ਜਿਨ੍ਹਾਂ ਨੂੰ ਅਕਸਰ ਪ੍ਰੋਕਸੀਟ ਸਿਧਾਂਤ ਕਿਹਾ ਜਾਂਦਾ ਹੈ, ਕਿਉਂਕਿ ਇਹ ਕਹਿੰਦਾ ਭੋਜਨ ਦਾ ਮੁੱਖ ਹਿੱਸਾ ਹੁੰਦੇ ਨੇ। ਮੇਨ ਜਿਹੜਾ ਪਾਰਟ ਹੁੰਦਾ ਆਪਣੇ ਜਿਹੜੀ ਆਪਾਂ ਡਾਈਟ ਲੈਂਦੇ ਹਾਂ ਉਹਦਾ ਮੇਨ ਪਾਰਟ ਕੀ ਹੁੰਦਾ, ਮੈਕਰੋ ਹੁੰਦੇ ਆ, ਮੈਕਰੋ ਨਿਊਟਰੀਐਂਟਸ ਹੁੰਦੇ ਆ। ਅਤੇ ਕਹਿੰਦਾ ਜਿਹੜੇ ਮੈਕਰੋ ਨਿਊਟਰੀਐਂਟਸ ਹੁੰਦੇ ਆ ਕਹਿੰਦਾ ਪੌਸ਼ਟਿਕ ਤੱਤ ਹਨ ਜੋ ਕਹਿੰਦਾ ਆਪਾਂ ਨੂੰ ਕੈਲਰੀ ਹੋ ਗਈ, ਊਰਜਾ ਹੋ ਗਈ ਪ੍ਰਦਾਨ ਕਰਦੇ, ਜਿਹੜੇ ਬੇਸਿਕ ਜਿਹੜੀ ਆਪਾਂ ਨੂੰ ਐਨਰਜੀ ਮਿਲਦੀ ਹੈ ਇਹਨਾਂ ਤੋਂ ਮਿਲਦੀ ਹੈ ਮੈਕਰੋ ਤੋਂ। ਅਤੇ ਜਿਹੜੀ ਆਪਾਂ ਜ਼ਿੰਦਗੀ ਡੇਲੀ ਜੀਣ ਵਾਸਤੇ ਗਤੀਵਿਧੀਆਂ ਕਰਦੇ ਹਾਂ, ਮੰਨ ਲਓ ਆਪਾਂ ਕੋਈ ਭੱਜਦੇ ਹਾਂ, ਖਾਂਦੇ ਹਾਂ, ਪੀਂਦੇ ਹਾਂ, ਕੰਮ ਕਰਦੇ ਹਾਂ, ਤਾਂ ਉਹਦੀ ਮੈਕਰੋ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ ਆਪਾਂ ਨੂੰ। ਠੀਕ ਆ ਜੀ। ਮੇਨ ਆਪਣੇ ਜਿਹੜੇ ਪੌਸ਼ਟਿਕ ਤੱਤ ਆ, ਜਿਹੜੇ ਮੇਨ ਆਪਣਾ ਪਾਰਟ ਹੈ ਭੋਜਨ ਦਾ, ਉਹ ਕਿਹੜੇ ਨੇ, ਮੈਕਰੋ ਪੌਸ਼ਟਿਕ ਤੱਤ ਨੇ। ਤਾਂ ਇੱਥੋਂ ਕੁਐਸਚਨ ਪੁੱਛਿਆ ਜਾ ਸਕਦਾ ਕਿ ਜਿਹੜੀ ਆਪਣੀ ਬੇਸਿਕ ਨੀਡ ਹੈ ਜਾਂ ਪ੍ਰਾਇਮਰੀ ਨੀਡ ਆਪਣੇ ਭੋਜਨ ਦੇ ਵਿੱਚ ਕਿਹੜੇ ਪੌਸ਼ਟਿਕ ਤੱਤ ਦੀ ਆ, ਮੈਕਰੋ ਦੀ ਹੈ ਕਿ ਮਾਈਕਰੋ ਦੀ ਹੈ ਜਾਂ ਦੋਨਾਂ ਦੀ ਆ। ਹੈ ਤਾਂ ਦੋਨਾਂ ਦੀ ਹੈ, ਲੇਕਿਨ ਸਭ ਤੋਂ ਮੋਸਟ ਇੰਪੋਰਟੈਂਟ ਕਿਹੜੇ ਆ, ਪ੍ਰਾਇਮਰੀ ਕਿਹੜੇ ਆ, ਮੈਕਰੋ ਹੈਗੇ ਆ। ਤਾਂ ਮੈਕਰੋ ਨੂੰ ਕਹਿੰਦਾ ਤਿੰਨ ਭਾਗਾਂ 'ਚ ਵੰਡਿਆ ਜਾ ਸਕਦਾ ਹੈ। ਕਿਹੜੇ ਹੁੰਦੇ ਮੈਕਰੋ, ਪ੍ਰੋਟੀਨ, ਕਾਰਬੋਹਾਈਡਰੇਟ ਹੋ ਗਏ ਅਤੇ ਆਪਣੇ ਫੈਟਸ ਹੋ ਗਏ ਜਿਹਨੂੰ ਕਹਿ ਦਿੰਦੇ ਆ ਚਰਬੀ। ਤਾਂ ਇਹ ਸਲਾਈਡ ਸਭ ਤੋਂ ਮੋਸਟ ਇੰਪੋਰਟੈਂਟ ਆਪਣੀ, ਠੀਕ ਹੈ, ਅੱਜ ਦੀ ਵੀਡੀਓ ਦੀ। ਬਾਕੀ ਸਾਰੀ ਵੀਡੀਓ ਇੰਪੋਰਟੈਂਟ ਹੈ ਪਰ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਸੈਕਿੰਡ ਗੱਲ ਕਰਦੇ ਹਾਂ ਆਪਾਂ ਮਾਈਕਰੋ ਦੀ। ਠੀਕ ਹੈ, ਇਹ ਆਪਾਂ ਮੈਕਰੋ ਪੜ੍ਹ ਲਏ, ਮਾਈਕਰੋ ਪੜ੍ਹਦੇ ਹੁਣ ਆਪਾਂ। ਮਾਈਕਰੋ ਕੀ ਹੁੰਦਾ, ਕਹਿੰਦਾ ਰਸਾਇਣਿਕ ਤੱਤ ਹੋ ਗਏ, ਜਿਵੇਂ ਆਪਣੇ ਸਰੀਰ ਦੇ ਵਿੱਚ ਕੀ ਹੁੰਦਾ, ਵਿਟਾਮਿਨ ਹੋ ਗਏ, ਕੈਲਸ਼ੀਅਮ ਹੋ ਗਿਆ ਹੱਡੀਆਂ ਨੂੰ ਮਜ਼ਬੂਤ ਕਰਨ ਵਾਸਤੇ, ਸੋਡੀਅਮ ਹੋ ਗਿਆ, ਪੋਟਾਸ਼ੀਅਮ ਹੋ ਗਿਆ, ਬਹੁਤ ਸਾਰੇ ਰਸਾਇਣਿਕ ਪਦਾਰਥ ਹੁੰਦੇ ਆ। ਤਾਂ ਉਹ ਕਿਹੜੀ ਕੈਟਾਗਰੀ 'ਚ ਆ ਜਾਂਦੇ ਆ, ਉਹ ਆ ਜਾਂਦੇ ਆ ਮਾਈਕਰੋ ਦੇ ਵਿੱਚ। ਠੀਕ ਹੈ, ਅਤੇ ਇਹ ਮੰਨ ਲਓ ਕਿ ਆਪਣੇ ਇਹ ਕੀ ਕੰਮ ਕਰਦੇ ਆ, ਇਹ ਮਤਲਬ ਕਿ ਘੱਟ ਵੱਧ ਹੋ ਸਕਦੇ ਆ। ਜੇ ਕਿਸੇ ਦੀ ਉਮਰ ਜਿਵੇਂ ਕੋਈ ਜਵਾਨ ਬੱਚਾ ਹੈ ਉਹ ਇਹਨਾਂ ਨੂੰ ਵੱਧ ਲਊਗਾ, ਬੁਢਾਪੇ ਦੇ ਵਿੱਚ ਜਾ ਕੇ ਆਪਾਂ ਇਹ ਖੁਰਾਕ ਘੱਟ ਲਵਾਂਗੇ। ਜਾਂ ਆਪਣੀ ਸਰੀਰ ਦੀ ਸਥਿਤੀ 'ਤੇ, ਜਾਂ ਆਪਾਂ ਕਿੰਨਾ ਕੁ ਕੰਮ ਕਰਦੇ ਹਾਂ, ਆਪਾਂ ਫਿਜ਼ੀਕਲ ਵਰਕ ਕਿੰਨਾ ਕਰਦੇ ਹਾਂ, ਜਾਂ ਆਪਾਂ ਬੈਠਣ ਵਾਲਾ ਕੰਮ ਕਰਦੇ ਹਾਂ, ਉਹ 'ਤੇ ਵੀ ਨਿਰਭਰ ਕਰਦਾ ਮਾਈਕਰੋ। ਠੀਕ ਹੈ, ਤਾਂ ਡਿਪੈਂਡ ਕਰਦਾ ਆਪਣੀ ਜਿਹੜੀ ਐਕਟੀਵਿਟੀ ਆ ਉਹ 'ਤੇ ਵੀ ਇਹ ਡਿਪੈਂਡ ਕਰੂਗੀ ਖੁਰਾਕ ਕਿ ਆਪਾਂ ਕਿਹੋ ਜਿਹੀ ਖੁਰਾਕ ਲੈਂਦੇ ਹਾਂ, ਤਾਂ ਆਪਾਂ ਨੂੰ ਲੋੜ ਆ ਜਾਂ ਨਹੀਂ ਲੋੜ ਆ ਮਾਈਕਰੋ ਦੀ। ਤਾਂ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਮੈਕਰੋ ਅਤੇ ਮਾਈਕਰੋ ਪੌਸ਼ਟਿਕ ਤੱਤ। ਅੱਗੇ ਪੜ੍ਹਦੇ ਹਾਂ ਆਪਾਂ। ਹੁਣ ਆਪਾਂ ਗੱਲ ਕਰਦੇ ਜਿਹੜੀ ਮੇਨ ਆਪਾਂ ਪੜ੍ਹਨੀ ਅੱਜ, ਪਹਿਲਾਂ ਪੜ੍ਹਦੇ ਆਪਾਂ ਕਾਰਬੋਹਾਈਡਰੇਟ ਹੁੰਦੇ ਕੀ ਆ। ਕਹਿੰਦਾ ਜਿਹੜੇ ਭੋਜਨ ਦਾ ਮੁੱਖ ਹਿੱਸਾ ਜਾਂ ਊਰਜਾ ਜਿਹੜੀ ਆਪਣੀ ਐਨਰਜੀ ਆ, ਤੁਹਾਨੂੰ ਮੈਂ ਪਿੱਛੇ ਕੁਐਸਚਨ ਕਰਾਇਆ ਸੀਗਾ ਕਿ ਜਿਹੜੀ ਐਨਰਜੀ ਦਾ ਮੁੱਖ ਸਰੋਤ ਕਿਹੜੇ ਆ, ਕਾਰਬੋਹਾਈਡਰੇਟ ਅਤੇ ਫੈਟਸ, ਤੁਹਾਨੂੰ ਮੈਂ ਦੋਨੇ ਕਰਾਏ ਸੀਗੇ। ਤਾਂ ਇਹ ਕੀ ਹੁੰਦਾ ਵੀ ਮੁੱਖ ਹਿੱਸਾ ਹੁੰਦਾ ਕਿਹਦਾ, ਆਪਣੀ ਊਰਜਾ ਵਾਸਤੇ, ਮੁੱਖ ਸਰੋਤ ਆਪਣੀ ਊਰਜਾ ਦਾ। ਤਾਂ ਬੇਸਿਕਲ ਜਿਹੜੇ ਕਾਰਬੋਹਾਈਡਰੇਟ ਮਿਲਦੇ ਕਿੱਥੋਂ ਆਪਾਂ ਨੂੰ, ਜਿਹੜੀ ਮਿੱਠੀਆਂ ਚੀਜ਼ਾਂ ਹੁੰਦੀਆਂ ਜਿਵੇਂ ਸ਼ੂਗਰ ਹੋ ਗਈ, ਸਟਾਰਚ ਹੋ ਗਈ, ਉੱਥੋਂ ਆਪਾਂ ਸਰੀਰ ਨੂੰ ਮਿਲਦਾ ਹੈ ਕਿ ਜਿਹੜਾ ਕਿ ਗਲੂਕੋਜ਼ ਦੇ ਵਿੱਚ ਤੋੜਦਾ ਇਹ ਚੀਜ਼ਾਂ ਨੂੰ, ਕਿ ਅੰਦਰ ਜਾ ਕੇ ਕੀ ਪ੍ਰੋਸੈਸਿੰਗ ਹੁੰਦੀ ਹੈ, ਇਹ ਗਲੂਕੋਜ਼ ਦੇ ਵਿੱਚ ਤੋੜ ਦਿੰਦਾ ਇਹਨਾਂ ਨੂੰ।
ਤਾਂ ਇਹਦਾ ਕਾਰਜ ਕੀ ਹੁੰਦਾ, ਕਹਿੰਦਾ ਸਰੀਰ ਦੇ ਵਿੱਚ ਊਰਜਾ ਉਤਪਾਦਨ ਕੰਮ ਕਰਦਾ। ਕਹਿੰਦਾ ਬੈਕਟੀਰੀਆ ਜਿਹੜੇ ਹੁੰਦੇ ਆਪਣੇ ਸਰੀਰ ਦੇ ਵਿੱਚ ਜਿਹੜੇ ਰੋਗਾਂ ਨਾਲ ਲੜਦੇ ਆ ਉਹਨਾਂ ਦੇ ਵਧਣ ਵਿੱਚ ਕਹਿੰਦਾ ਸਹਾਇਕ ਹੁੰਦਾ। ਤੇ ਬੇਸਿਕਲੀ ਜਿਵੇਂ ਆਪਾਂ ਨੂੰ ਕੌਨਸਟੀਪੇਸ਼ਨ ਵਗੈਰਾ ਰਹਿੰਦੀ ਹੈ, ਕਬਜ਼ ਵਗੈਰਾ ਰਹਿੰਦੀ ਹੈ, ਉਹਦੇ ਰੋਕਥਾਮ ਦੇ ਵਿੱਚ ਕੀ ਕਰਦਾ ਆਪਾਂ ਨੂੰ ਬਹੁਤ ਜ਼ਿਆਦਾ ਲਾਭਦਾਇਕ ਹੁੰਦਾ ਕਾਰਬੋਹਾਈਡਰੇਟਸ। ਦੇਖਦੇ ਹਾਂ ਵੀ ਕਿੱਥੋਂ ਕਿੱਥੋਂ ਮਿਲਦਾ ਆਪਾਂ ਨੂੰ, ਸਰੋਤ ਕਿਹੜੇ ਕਿਹੜੇ ਨੇ ਇਹਦੇ। ਜਿਹੜਾ ਸਟਾਰਚ ਹੁੰਦਾ ਆਪਾਂ ਨੂੰ ਮਿਲਦਾ, ਜਿਵੇਂ ਰੋਟੀ ਖਾਂਦੇ ਆਪਾਂ, ਚੌਲ ਖਾ ਲਏ, ਆਲੂ ਖਾ ਲਏ, ਮੱਕੀ ਖਾ ਲਈ, ਮਟਰ ਖਾ ਲਏ, ਜਿਹੜੀ ਮਿੱਠੀਆਂ ਚੀਜ਼ਾਂ ਹੋ ਗਈਆਂ। ਤੇ ਸ਼ੱਕਰ ਜਿਵੇਂ ਹੋ ਗਿਆ, ਜਿਵੇਂ ਚੀਨੀ, ਸ਼ਹਿਦ, ਗਲੂਕੋਜ਼ ਤੋਂ ਸ਼ੱਕਰ ਮਿਲਦਾ ਆਪਾਂ ਨੂੰ। ਤੇ ਸੈਲੂਲੋਜ਼ ਕਿੱਥੋਂ ਮਿਲਦਾ ਆਪਾਂ ਨੂੰ, ਆਪਾਂ ਸੈਲੂਲੋਜ਼ ਨੂੰ ਨਾ ਡਾਇਰੈਕਟ ਹਜਮ ਨਹੀਂ ਕਰ ਸਕਦੇ, ਪਰੰਤੂ ਆਪਾਂ ਇਹਨੂੰ ਲੈਂਦੇ ਹਾਂ ਫਾਈਬਰ ਦੇ ਰੂਪ ਦੇ ਵਿੱਚ, ਡਾਇਰੈਕਟ ਨਹੀਂ ਲੈਂਦੇ ਗੇ, ਇੱਕ ਫਾਈਬਰ ਦੇ ਰੂਪ ਦੇ ਵਿੱਚ ਲੈਂਦੇ ਹਾਂ, ਤਾਂ ਜੋ ਇਹ ਆਪਣੀ ਖੁਰਾਕ ਦਾ ਇੱਕ ਮਹੱਤਵਪੂਰਨ ਅੰਗ ਹੁੰਦਾ ਹੈ। ਠੀਕ ਆ ਭਾਈ, ਤਿੰਨੇ ਚੀਜ਼ਾਂ ਯਾਦ ਹੋ ਗਈਆਂ, ਸਰੋਤ ਕੀ ਆ ਤੇ ਕਾਰਬੋਹਾਈਡਰੇਟ ਹੁੰਦੇ ਕੀ ਆ, ਇਹ ਵੀ ਧਿਆਨ 'ਚ ਰੱਖਣੇ ਆ ਤੁਸੀਂ। ਕੁਐਸਚਨ ਕਿਸੇ ਤਰ੍ਹਾਂ ਨਾਲ ਪੁੱਛਿਆ ਜਾ ਸਕਦਾ ਹੈ। ਨੈਕਸਟ ਕੈਟਾਗਰੀ ਆ ਗਈ ਆਪਣੇ ਪ੍ਰੋਟੀਨ। ਪ੍ਰੋਟੀਨ ਤਾਂ ਸਾਰਿਆਂ ਨੂੰ ਪਤਾ ਹੋਊਗਾ, ਠੀਕ ਹੈ, ਪ੍ਰੋਟੀਨ ਆਪਾਂ ਲੈਂਦੇ ਵੀ ਬਹੁਤ ਆ। ਤਾਂ ਕਹਿੰਦਾ ਪ੍ਰੋਟੀਨ ਕੰਮ ਕੀ ਕਰਦਾ, ਕਹਿੰਦਾ ਜਿਵੇਂ ਆਪਣੇ ਅੰਗ ਹੁੰਦੇ ਆ, ਮਾਸਪੇਸ਼ੀਆਂ ਹੋ ਗਈਆਂ ਜਿਹੜੀਆਂ ਨਾੜਾਂ ਵਗੈਰਾ ਆਪਣੀਆਂ, ਦਿਮਾਗ ਹੋ ਗਿਆ, ਆਪਣਾ ਬ੍ਰੇਨ ਹੋ ਗਿਆ, ਖੂਨ, ਚਮੜੀ, ਕਹਿੰਦਾ ਨਹੁੰ ਹੋ ਗਏ, ਹੱਡੀਆਂ, ਸਰੀਰ ਦੇ ਜਿਹੜੇ ਜਿੰਨੇ ਵੀ ਤਰਲ ਪਦਾਰਥਾਂ ਦੇ ਨਿਰਮਾਣ ਦੀ ਸਮੱਗਰੀ ਆ ਪ੍ਰੋਟੀਨ। ਠੀਕ ਹੈ ਜੀ, ਇੱਕ ਮਾਈਕਰੋ ਨਿਊਟਰੀਐਂਟ ਹੈ ਜੋ ਕਹਿੰਦਾ ਜੋ ਮਾਸਪੇਸ਼ੀਆਂ ਦੇ ਪੁੰਜ ਨੂੰ ਬਣਾਉਣ ਵਿੱਚ ਜ਼ਰੂਰੀ ਹੈ। ਮਾਸਪੇਸ਼ੀਆਂ ਦਾ ਪੁੰਜ ਹੁੰਦਾ ਭਾਈ, ਜਿਵੇਂ ਮੰਨ ਲਓ ਤੁਹਾਨੂੰ ਮੈਂ ਇੱਕ ਡਾਇਗਰਾਮ ਕਰਾਈ ਸੀ, ਇੱਕ ਬੰਦਾ ਬਣਿਆ ਸੀ, ਉਹਦੇ ਸਾਰੇ ਸਰੀਰ ਦੇ ਵਿੱਚ ਰੈੱਡ ਕਲਰ ਦੀਆਂ ਮਾਸਪੇਸ਼ੀਆਂ ਤੁਹਾਨੂੰ ਦਿਖਾਈਆਂ ਸੀਗੀਆਂ। ਮਾਸਪੇਸ਼ੀਆਂ ਦੇ ਥਰੂ ਹੀ ਆਪਣੇ ਜਾਂਦਾ ਨਾ ਸਾਰਾ ਕੁਝ ਸਰੀਰ ਦੇ ਵਿੱਚ, ਲਹੂ ਵਗੈਰਾ ਜਿਹਦਾ ਸਰਕੂਲੇਟ ਹੁੰਦਾ। ਤਾਂ ਉਹਦੇ ਵਾਸਤੇ ਕਹਿੰਦਾ ਕੀ ਜ਼ਰੂਰੀ ਆ, ਪ੍ਰੋਟੀਨ ਸਭ ਤੋਂ ਜ਼ਿਆਦਾ ਜ਼ਰੂਰੀ ਆ। ਤੇ ਪ੍ਰੋਟੀਨ ਕੰਮ ਕੀ ਕਰਦਾ, ਜਿਹੜੇ ਆਪਣੇ ਸਰੀਰ ਦੇ ਵਿੱਚ ਸੈੱਲ ਹੁੰਦੇ ਆ, ਟਿਸ਼ੂ ਹੁੰਦੇ ਆ, ਉਹਨਾਂ ਦੇ ਜਿਹੜੇ ਬਲੌਕ ਬਣਦੇ ਆ ਉਹਨਾਂ ਨੂੰ ਬਣਾਉਣ ਦੇ ਵਿੱਚ ਕੰਮ ਕਰਦਾ। ਜਾਂ ਆਪਣੇ ਸਰੀਰ ਦੇ ਵਿੱਚ HB ਹੁੰਦਾ, ਜਿਹਨੂੰ ਹੀਮੋਗਲੋਬਿਨ ਕਹਿ ਦਿੰਦੇ ਆਪਾਂ, ਖੂਨ। ਠੀਕ ਹੈ, ਤਾਂ ਹੀਮੋਗਲੋਬਿਨ ਨੂੰ ਨਿਯਮਿਤ ਵੀ ਕੌਣ ਕਰਦਾ, ਪ੍ਰੋਟੀਨ ਹੀ ਕਰਦਾ। ਘਟਣ ਵਧਣ ਨਾਲ ਕੀ ਹੁੰਦਾ, ਪ੍ਰੋਬਲਮ ਹੋ ਸਕਦੀ ਹੈ HB ਦੇ। ਤਾਂ ਕੁਐਸਚਨ ਕੀ ਪੁੱਛਿਆ ਗਿਆ, ਕਹਿੰਦਾ ਵੀ ਹੇਠ ਲਿਖਿਆਂ ਵਿੱਚੋਂ ਕਿਸ ਨੂੰ ਪ੍ਰੋਟੀਨ ਦਾ ਆਸਾਨੀ ਨਾਲ ਪਚਣਯੋਗ ਸਰੋਤ ਮੰਨਿਆ ਗਿਆ। ਤਾਂ ਮਤਲਬ ਪ੍ਰੋਟੀਨ ਜਿਵੇਂ ਸਭ ਤੋਂ ਜ਼ਿਆਦਾ ਕਿੱਥੇ ਪਾਇਆ ਜਾਂਦਾ, ਜਾਂ ਮੰਨ ਲਈਏ ਆਪਾਂ ਸੋਇਆਬੀਨ ਦੇ ਵਿੱਚ ਸਭ ਤੋਂ ਜ਼ਿਆਦਾ ਪਾਇਆ ਜਾਂਦਾ ਹੈ। ਠੀਕ ਹੈ, ਕਈ ਬੰਦਿਆਂ ਨੂੰ ਭੁਲੇਖਾ ਹੋਊਗਾ ਕਿ ਅੰਡੇ ਜਾਂ ਮੀਟ ਮੱਛੀ ਦੇ ਵਿੱਚ ਹੋਊਗਾ, ਨਹੀਂ, ਸੋਇਆਬੀਨ ਦੇ ਵਿੱਚ ਕੀ ਆ, ਮੋਸਟ ਇੰਪੋਰਟੈਂਟ, ਮਤਲਬ ਕਿ ਸਭ ਤੋਂ ਜ਼ਿਆਦਾ ਕੁਆਂਟਿਟੀ ਦੇ ਵਿੱਚ ਕੀ ਹੁੰਦਾ, ਪ੍ਰੋਟੀਨ ਹੁੰਦਾ ਸੋਇਆਬੀਨ ਦੇ ਵਿੱਚ। ਨੈਕਸਟ ਦੱਸਦੇ ਹਾਂ ਵੀ ਸੋਰਸ ਕਿੱਥੋਂ ਕਿੱਥੋਂ ਮਿਲਦਾ ਆਪਾਂ ਨੂੰ। ਤਾਂ ਦੋਨੇ ਸਰੋਤ ਨੇ ਆਪਣੇ, ਵੈਜੀਟੇਰੀਅਨ ਵੀ ਆ, ਨੋਨ ਵੈਜੀਟੇਰੀਅਨ ਵੀ ਆ। ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਪ੍ਰੋਟੀਨ ਆ ਤਾਂ ਦੁੱਧ ਪੀਓ ਭਾਈ, ਅੰਡੇ ਖਾਓ, ਮੀਟ ਮੱਛੀ ਖਾਓ, ਪਨੀਰ ਖਾਓ, ਦਾਲਾਂ ਖਾਓ, ਅਨਾਜ ਖਾਓ, ਸੋਇਆਬੀਨ ਖਾਓ। ਤਾਂ ਸਾਰੇ ਕੀ ਹੋ ਜਾਣਗੇ, ਇਹਦੇ ਸੋਰਸ ਹੋ ਜਾਣਗੇ ਜਿੱਥੇ ਤੋਂ ਆਪਾਂ ਲੈ ਸਕਦੇ ਹਾਂ ਪ੍ਰੋਟੀਨ। ਤਾਂ ਅਗਲਾ ਕੁਐਸਚਨ ਕਿਵੇਂ ਪੁੱਛਿਆ ਗਿਆ, ਕਹਿੰਦਾ ਵੀ ਹੇਠ ਲਿਖਿਆਂ ਵਿੱਚੋਂ ਕਿਹੜਾ ਪੂਰਨ ਪ੍ਰੋਟੀਨ ਮੰਨਿਆ ਗਿਆ। ਪੂਰਨ ਪ੍ਰੋਟੀਨ ਭੋਜਨ ਮਤਲਬ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪੂਰੀ ਬੈਲੈਂਸ ਡਾਈਟ ਪ੍ਰੋਟੀਨ ਵਾਸਤੇ ਕਿਹੜੀ ਆ। ਤੁਹਾਨੂੰ ਮੈਂ ਦੱਸ ਕੇ ਹਟਿਆ, ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈਗਾ ਸੋਇਆਬੀਨ ਆਪਣੇ ਵਾਸਤੇ। ਸੋਇਆਬੀਨ ਦੇ ਵਿੱਚ ਸਭ ਤੋਂ ਮੋਸਟ ਜ਼ਿਆਦਾ ਕੁਆਂਟਿਟੀ, ਲਾਰਜ ਕੁਆਂਟਿਟੀ ਦੇ ਵਿੱਚ ਕੀ ਹੁੰਦਾ, ਪ੍ਰੋਟੀਨ ਹੁੰਦਾ। ਸੈਕਿੰਡ ਗੱਲ ਕਰਦੇ ਹਾਂ, ਥਰਡ ਮਤਲਬ ਕਿ ਕਾਰਬੋਹਾਈਡਰੇਟ ਪੜ੍ਹ ਲਏ ਆਪਾਂ, ਪ੍ਰੋਟੀਨ ਪੜ੍ਹ ਲਿਆ, ਅੱਗੇ ਗੱਲ ਕਰਦੇ ਹਾਂ ਫੈਟਸ ਦੀ, ਜਿਹਨੂੰ ਕਹਿ ਦਿੰਦੇ ਆ ਚਰਬੀ। ਕਹਿੰਦਾ ਵੀ ਇਹ ਕੀ ਕਰਦੀ ਆ, ਵੀ ਜਿਵੇਂ ਛੋਟੀਆਂ ਇਕਾਈਆਂ ਦਾ ਨਿਰਮਾਣ ਕਰਦੀ, ਜਿਸਨੂੰ ਆਪਾਂ ਫੈਟੀ ਐਸਿਡ ਕਹਿੰਦੇ ਆ, ਹੈ ਨਾ। ਆਪਣੀ ਬੋਡੀ ਦੇ ਵਿੱਚ ਕੀ ਹੁੰਦੇ ਆ, ਫੈਟੀ ਐਸਿਡ ਹੁੰਦੇ ਆ, ਜਿਹਨੂੰ ਆਪਾਂ ਛੋਟੀਆਂ ਇਕਾਈਆਂ ਵੀ ਕਹਿ ਦਿੰਦੇ ਆ। ਉਹਨਾਂ ਨੂੰ ਬਣਾਉਣ ਵਾਸਤੇ ਬਹੁਤ ਲਾਭਦਾਇਕ ਹੁੰਦੀ ਆ ਆਪਣੇ ਫੈਟਸ ਵਗੈਰਾ। ਤਾਂ ਫੈਟਸ ਬੇਸਿਕਲੀ ਦੋ ਤਰ੍ਹਾਂ ਦੇ ਹੁੰਦੇ, ਇੱਕ ਹੁੰਦੇ ਸੈਚੂਰੇਟਿਡ ਹੁੰਦੇ ਆ, ਇੱਕ ਹੁੰਦੇ ਅਨਸੈਚੂਰੇਟਿਡ। ਸੈਚੂਰੇਟਿਡ ਹੋ ਗਿਆ ਜਿਵੇਂ ਮੰਨ ਲਓ ਜਿਹੜੇ ਮੱਛੀ ਦੇ ਤੇਲ ਤੋਂ, ਜਿਵੇਂ ਮੱਛੀ ਦਾ ਤੇਲ ਛੱਡ ਕੇ ਜਿੰਨੇ ਵੀ ਜਾਨਵਰਾਂ ਦੀ ਚਰਬੀਆਂ ਹੁੰਦੀਆਂ ਜਿਹੜਾ ਉਸ ਤੋਂ ਬਣਦੇ ਆ, ਦੈਟ ਇਜ਼ ਕਾਲਡ ਸੈਚੂਰੇਟਿਡ ਫੈਟੀ ਐਸਿਡ। ਤੇ ਅਨਸੈਚੂਰੇਟਿਡ ਹੁੰਦਾ ਵੀ ਨਾਰੀਅਲ ਦੇ ਤੇਲ ਨੂੰ ਛੱਡ ਕੇ ਜਿੰਨੇ ਵੀ ਸਬਜ਼ੀਆਂ ਦੇ ਤੇਲ ਹੁੰਦੇ ਆ ਉਹਨਾਂ ਤੋਂ ਬਣਦੇ ਆ ਅਨਸੈਚੂਰੇਟਿਡ ਫੈਟੀ ਐਸਿਡ। ਤਾਂ ਇੱਥੋਂ ਕੁਐਸਚਨ ਪੁੱਛਿਆ ਜਾ ਸਕਦਾ ਕਿ ਜਿਹੜਾ ਮੱਛੀ ਦਾ ਤੇਲ ਹੈਗਾ ਉਹ ਸੈਚੂਰੇਟਿਡ ਦੇ ਅੰਡਰ ਆਉਂਦਾ ਜਾਂ ਨਹੀਂ ਆਉਂਦਾ। ਤਾਂ ਮੱਛੀ ਦੇ ਤੇਲ ਨੂੰ ਛੱਡ ਕੇ ਜਿੰਨੀਆਂ ਵੀ ਜਾਨਵਰਾਂ ਦੀ ਚਰਬੀਆਂ ਆ ਗਈਆਂ ਸਾਰੀਆਂ ਹੀ ਸੈਚੂਰੇਟਿਡ ਹੁੰਦੀਆਂ ਨੇ, ਸਿਰਫ ਮੱਛੀ ਦੇ ਤੇਲ ਨੂੰ ਛੱਡ ਕੇ। ਤੇ ਅਨਸੈਚੂਰੇਟਿਡ ਦੇ ਵਿੱਚ ਜੇ ਪੁੱਛੂਗਾ ਤਾਂ ਨਾਰੀਅਲ ਦਾ ਤੇਲ ਛੱਡ ਕੇ ਬਾਕੀ ਸਾਰੇ ਤੇਲ, ਚਾਹੇ ਤੁਸੀਂ ਜਿਹੜਾ ਮਰਜ਼ੀ ਤੇਲ ਯੂਜ਼ ਕਰਦੇ ਹੋ, ਉਹ ਕੀ ਹੋਊਗਾ, ਅਨਸੈਚੂਰੇਟਿਡ ਕੈਟਾਗਰੀ ਦੇ ਅੰਡਰ ਆਊਗਾ। ਠੀਕ ਹੈ ਜੀ। ਤਾਂ ਕਹਿੰਦਾ ਸੈਚੂਰੇਟਿਡ ਜਿਹੜੇ ਫੈਟੀ ਐਸਿਡ ਹੁੰਦੇ ਨਾ, ਸਭ ਤੋਂ ਜ਼ਿਆਦਾ ਕਹਿੰਦੇ ਇਹਦੇ ਵਿੱਚ ਕੀ ਹੁੰਦਾ, ਕੋਲੈਸਟਰੋਲ ਵਗੈਰਾ ਹੁੰਦਾ ਹੈ। ਠੀਕ ਹੈ, ਜਿਵੇਂ ਮੰਨ ਲਓ ਆਪਣੇ ਸਰੀਰ ਦੇ ਵਿੱਚ ਆਪਾਂ ਕਹਿੰਦੇ ਨੇ ਕੋਲੈਸਟਰੋਲ ਦਾ ਪੱਧਰ ਵੱਧ ਗਿਆ, ਤਾਂ ਉਹਦੇ ਨਾਲ ਕੀ ਹੁੰਦਾ, ਆਪਾਂ ਨੂੰ ਹਾਰਟ ਅਟੈਕ ਆਉਣ ਦੇ ਚਾਂਸ ਵੱਧ ਜਾਂਦੇ ਆ। ਤਾਂ ਇਹ ਵੀ ਪੁੱਛਿਆ ਜਾ ਸਕਦਾ ਸਭ ਤੋਂ ਜ਼ਿਆਦਾ ਜਿਹੜੀ ਕੋਲੈਸਟਰੋਲ ਕਿਹਦੇ ਵਿੱਚ ਹੁੰਦਾ, ਤਾਂ ਸੈਚੂਰੇਟਿਡ ਦੇ ਵਿੱਚ ਹੁੰਦਾ। ਸੈਚੂਰੇਟਿਡ ਜਿਹੜੇ ਫੈਟੀ ਐਸਿਡ ਹੁੰਦੇ ਆ ਉਹਦੇ ਵਿੱਚ ਸਭ ਤੋਂ ਵੱਧ ਮਾਤਰਾ ਵਿੱਚ ਪਾਇਆ ਜਾਂਦਾ ਕਿ ਕੋਲੈਸਟਰੋਲ ਪਾਇਆ ਜਾਂਦਾ। ਤਾਂ ਫੰਕਸ਼ਨ ਕੀ ਆ, ਫੈਟਸ ਕਾਹਤੋਂ ਕੀ ਕੰਮ ਕਰਦੇ ਆ, ਜਿਵੇਂ ਆਪਣੀ ਚਰਬੀ ਵਗੈਰਾ ਹੋ ਗਈ। ਚਰਬੀ ਹੁੰਦਾ ਇੱਕ ਤਰ੍ਹਾਂ ਦਾ ਫੈਟਸ, ਆਪਣੇ ਸਰੀਰ ਦੇ ਵਿੱਚ ਕਿਸੇ 'ਚ ਮੋਟਾਪਾ ਆ ਗਿਆ ਉਹਦਾ ਮਤਲਬ ਕਿ ਉਹਦੇ ਵਿੱਚ ਫੈਟਸ ਬਹੁਤ ਜ਼ਿਆਦਾ ਮਾਤਰਾ 'ਚ ਵੱਧ ਗਏ। ਤਾਂ ਜਾਂ ਕਿਸੇ ਦੇ ਵਿੱਚ ਮਤਲਬ ਕਿਸੇ ਦਾ ਵੇਟ ਡਾਊਨ ਜਾ ਰਿਹਾ ਹੈ, ਜਿੰਨਾ ਉਹਨਾਂ ਨਾਲ ਵੇਟ ਹੋਣਾ ਚਾਹੀਦਾ, ਤਾਂ ਉਹਦਾ ਮਤਲਬ ਕੀ ਆ, ਉਹਦੇ ਵਿੱਚ ਕੀ ਆ, ਫੈਟਸ ਘੱਟ ਨੇ। ਤਾਂ ਕਹਿੰਦਾ ਵੀ ਜਿਵੇਂ ਡਾਈਟਰੀ ਫੈਟਸ ਲੈਣੇ ਜ਼ਰੂਰੀ ਆ, ਕਿਉਂਕਿ ਚਮੜੀ ਦੀ ਇਕਸਾਰਤਾ ਅਤੇ ਵਿਕਾਸ ਵਾਸਤੇ, ਰੱਖ ਰਖਾਵ ਵਾਸਤੇ ਕਹਿੰਦਾ ਆਪਾਂ ਨੂੰ ਕੀ ਲੈਣੇ ਪੈਣੀ ਆ, ਬੈਲੈਂਸ ਡਾਈਟ ਲੈਣੀ ਪੈਣੀ ਹੈ ਕਿਹਦੀ, ਫੈਟਸ ਦੀ। ਬਾਕੀ ਆਪਣੀ ਬੋਡੀ ਦਾ ਕਈ ਵਾਰ ਕੀ ਹੁੰਦਾ, ਕਈ ਬੰਦਿਆਂ ਦਾ ਨਾ ਮਤਲਬ ਕਈ ਬੰਦਿਆਂ ਨੂੰ ਗਰਮੀ ਵੱਧ ਲੱਗਦੀ ਆ,
ਤੇ ਕਈਆਂ ਨੂੰ ਗਰਮੀ ਘੱਟ ਲੱਗਦੀ ਆ। ਇਹਦੇ ਵਿੱਚ ਕੀ ਹੁੰਦਾ ਕਿ ਜਿਹੜਾ ਨਾਰਮਲ ਬੋਡੀ ਟੈਂਪਰੇਚਰ ਆ ਜਿਹੜਾ ਆਪਣਾ, ਉਹਦੇ ਨਾਲੋਂ ਘੱਟ ਵੱਧ ਬੋਡੀ ਟੈਂਪਰੇਚਰ ਹੋ ਜਾਂਦਾ ਬੰਦੇ ਦਾ। ਤਾਂ ਬੈਲੈਂਸ ਕਰਨ ਵਾਸਤੇ ਕਿਹੜੀ ਚੀਜ਼ ਆਪਣੇ ਬੋਡੀ ਟੈਂਪਰੇਚਰ ਨੂੰ ਬੈਲੈਂਸ ਕਰਦੀ ਹੈ? ਆਪਣੀ ਫੈਟਸ। ਠੀਕ ਹੈ, ਇਹ ਕੁਐਸਚਨ ਵੀ ਪੁੱਛਿਆ ਜਾ ਸਕਦਾ ਕਿ ਜਿਹੜਾ ਆਪਣਾ ਬੋਡੀ ਟੈਂਪਰੇਚਰ ਹੈ ਉਹਨੂੰ ਬੈਲੈਂਸ ਬਣਾਉਣ ਵਾਸਤੇ ਕਿਹੜੀ ਚੀਜ਼ ਆਪਾਂ ਨੂੰ ਸਭ ਤੋਂ ਜ਼ਿਆਦਾ ਜ਼ਰੂਰੀ ਹੈ? ਉਹ ਹੈਗੀ ਆ ਫੈਟਸ, ਜ਼ਰੂਰੀ ਹੈ। ਤਾਂ ਬਾਕੀ ਕਹਿੰਦਾ ਜਿਵੇਂ ਆਪਣੇ ਸਰੀਰ ਦੇ ਬਹੁਤ ਸਾਰੇ ਅੰਗ ਆ ਉਹਦੇ ਵਿੱਚ ਸਹਾਇਤਾ ਪ੍ਰਦਾਨ ਕਰਦੀ, ਜਿਵੇਂ ਦਿਲ ਹੋ ਗਿਆ, ਗੁਰਦੇ ਹੋ ਗਏ, ਆਂਦਰਾਂ ਹੋ ਗਈਆਂ, ਉਹਨਾਂ ਨੂੰ ਚਰਬੀ ਕੀ ਕਰਦੀ ਹੈ? ਪ੍ਰੋਵਾਈਡ ਕਰਦੀ ਆ ਫੈਟਸ। ਓਕੇ ਜੀ, ਆਈ ਹੋਪ ਤੁਹਾਨੂੰ ਸਮਝ ਲੱਗ ਗਈ ਹੋਊਗੀ ਫੈਟਸ ਹੁੰਦੀ ਕੀ ਹੈ। ਤਾਂ ਸੋਰਸ ਕੀ ਆ ਬਾਈ? ਐਨੀਮਲ ਸੋਰਸ ਵੀ ਹੈਗੇ ਆ, ਵੈਜੀਟੇਬਲ ਸੋਰਸ ਵੀ ਹੈਗੇ ਆ, ਜਿਵੇਂ ਘਿਓ, ਮੱਖਣ, ਮੀਟ ਦੀ ਚਰਬੀ, ਮੱਛੀ ਦੇ ਤੇਲ, ਕਹਿੰਦਾ ਮੂੰਗਫਲੀ ਦਾ ਤੇਲ, ਅਦਰਕ ਦਾ ਤੇਲ, ਸਰੋਂ ਦਾ ਤੇਲ, ਜਿੰਨੇ ਵੀ ਅਖਰੋਟ ਦਾ ਤੇਲ, ਨਾਰੀਅਲ ਦਾ ਤੇਲ ਵਗੈਰਾ ਸਾਰੇ ਕੀ ਆ ਜਾਂਦੇ ਆ? ਫੈਟਸ ਦੇ ਅੰਡਰ ਆ ਜਾਂਦੇ ਆ। ਆਹ ਭਾਈ ਡੇਲੀ ਰਿਕੁਆਇਰਮੈਂਟ ਲਿਖੀ ਆ, ਵੈਸੇ ਪੁੱਛਣਾ ਤਾਂ ਹੈ ਨਹੀਂ ਕਿਸੇ ਨੇ, ਪਰ ਤੁਹਾਡੀ ਨੌਲੇਜ ਵਾਸਤੇ ਮੈਂ ਲਿਖਤਾ। 20 ਤੋਂ ਲੈ ਕੇ 60 ਗ੍ਰਾਮ ਚਾਹੀਦੀ ਆ ਆਪਾਂ ਨੂੰ ਬੰਦਿਆਂ ਨੂੰ, ਤੇ 20 ਤੋਂ ਲੈ ਕੇ 40 ਗ੍ਰਾਮ ਚਾਹੀਦੀ ਹੈ ਵੋਮੈਨ ਨੂੰ ਪਰ ਡੇ, ਮਤਲਬ ਇੱਕ ਦਿਨ ਦੀ ਡਾਈਟ ਲਿਖੀ ਹੋਈ ਹੈ। ਠੀਕ ਹੈ ਜੀ, ਫੈਟਸ ਹੋ ਗਏ ਆਪਣੀ। ਹੁਣ ਕੁਐਸਚਨ ਕਿਵੇਂ ਪੁੱਛੂਗਾ? ਕਹਿੰਦਾ ਵੀ ਕਾਰਬੋਹਾਈਡਰੇਟ ਤੋਂ ਇਲਾਵਾ ਸਾਡੇ ਭੋਜਨ ਵਿੱਚ ਔਰਜਾ ਦਾ ਇੱਕ ਵੱਡਾ ਸਰੋਤ ਗਠਨ ਕਰਦੇ ਆ, ਮਤਲਬ ਕਿ ਐਨਰਜੀ ਦਾ ਸਭ ਤੋਂ ਜ਼ਿਆਦਾ। ਤਾਂ ਐਨਰਜੀ ਤੁਹਾਨੂੰ ਮੈਂ ਦੱਸਿਆ ਸਭ ਤੋਂ ਜ਼ਿਆਦਾ ਕਿਹਦੇ 'ਚ ਹੁੰਦੀ ਆ? ਕਾਰਬੋਹਾਈਡਰੇਟ ਦੇ ਵਿੱਚ ਹੁੰਦੀ ਆ, ਪਰ ਇਹਦੇ ਵਿੱਚ ਕੀ ਆ ਨਾਲ ਕੀ ਆਪਣੇ ਚਰਬੀ ਵੀ ਜ਼ਰੂਰੀ ਹੈ। ਤਾਂ ਦੋ ਮੇਨ ਮੁੱਖ ਸਰੋਤ ਹੋ ਗਏ ਆਪਣੇ ਵਿੱਚ ਐਨਰਜੀ ਦੇ, ਕਾਰਬੋਹਾਈਡਰੇਟ ਤੇ ਚਰਬੀ। ਮੈਂ ਸਟਾਰਟਿੰਗ ਦੇ ਵਿੱਚ ਕੁਐਸਚਨ ਕਰਾਇਆ ਸੀਗਾ। ਹੁਣ ਤੁਹਾਨੂੰ ਸਾਰਾ ਕੁਝ ਸਮਝ ਲੱਗ ਗਿਆ ਹੋਊਗਾ ਕਿ ਸਭ ਤੋਂ ਜ਼ਿਆਦਾ ਐਨਰਜੀ ਕਿੱਥੋਂ ਮਿਲਦੀ ਆ, ਜਾਂ ਕਿਹੜੇ ਪ੍ਰੋਟੀਨ ਤੋਂ ਕੀ ਹੁੰਦਾ ਆਪਣਾ, ਹੈ ਨਾ। ਤਾਂ ਸਾਰਾ ਕੁਝ ਇਹਨੂੰ ਪੜ੍ਹ ਲਿਓ ਇੱਕ ਵਾਰੀ, ਤਾਂ ਵੀਡੀਓ ਨੂੰ ਰਿਪੀਟ ਕਰ ਲਿਓ ਘੱਟੋ ਘੱਟ 2 ਵਾਰ, ਕਿਉਂਕਿ ਇੱਕ ਵਾਰ ਸਮਝ ਨਹੀਂ ਆਉਂਦੀ, ਕਈ ਵਾਰੀ ਕੋਈ ਚੀਜ਼ ਸਕਿਪ ਹੋ ਜਾਂਦੀ ਹੈ, ਆਪਣਾ ਮਾਈਂਡ ਧਿਆਨ ਕਿਤੇ ਆਸੇ ਪਾਸੇ ਹੋ ਜਾਂਦਾ। ਤਾਂ ਤੁਸੀਂ ਆਪਣੇ ਆਪ ਵਾਸਤੇ ਹੀ ਪੜ੍ਹਨਾ, ਕਿਸੇ ਵਾਸਤੇ ਤਾਂ ਪੜ੍ਹਨਾ ਨਹੀਂ। ਤਾਂ ਇਸ ਕਰਕੇ ਮੈਂ ਤਾਂ ਤੁਹਾਨੂੰ ਰਿਕੁਐਸਟ ਕਰੂੰਗਾ ਕਿ ਤੁਸੀਂ 2 ਵਾਰ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ, ਕਿਉਂਕਿ ਪਹਿਲੀ ਵਾਰ ਕੋਈ ਨਾ ਕੋਈ ਚੀਜ਼ ਜ਼ਰੂਰ ਸਕਿਪ ਹੋ ਜਾਂਦੀ ਹੈ। ਆਹ ਕੁਐਸਚਨ ਵੀ ਬਹੁਤ ਵਾਰੀ ਆਇਆ ਹੋਇਆ ਪੇਪਰਾਂ ਦੇ ਵਿੱਚ। ਠੀਕ ਹੈ, ਕਹਿੰਦਾ ਵੀ ਛਿੱਲੀਆਂ ਹੋਈਆਂ ਸਬਜ਼ੀਆਂ ਜਦੋਂ ਆਪਾਂ ਛਿੱਲ ਲੈਂਦੇ ਹਾਂ ਉਹਨਾਂ ਨੂੰ ਧੋਣ ਨਾਲ ਕਿਹੜਾ ਵਿਟਾਮਿਨ ਦੂਰ ਹੋ ਜਾਂਦਾ ਹੈ? ਤਾਂ ਅੱਗੇ ਆਪਾਂ ਵਿਟਾਮਿਨ ਪੜ੍ਹਾਂਗੇ, ਇਕੱਲਾ ਇਕੱਲਾ ਵਿਟਾਮਿਨ। ਠੀਕ ਹੈ, ਅਤੇ ਇਹਦੇ ਵਿੱਚ ਕੀ ਹੁੰਦਾ? ਜਿਹੜਾ ਵਿਟਾਮਿਨ ਸੀ ਹੁੰਦਾ ਨਾ, ਉਹ ਪਾਣੀ ਵਿੱਚ ਘੁਲਣਸ਼ੀਲ ਹੁੰਦਾ ਹੈ। ਜਦੋਂ ਆਪਾਂ ਉਹਨੂੰ ਧੋ ਦਿੰਦੇ ਹਾਂ ਤਾਂ ਵਿਟਾਮਿਨ ਸੀ ਕੀ ਹੁੰਦਾ? ਪਾਣੀ ਦੇ ਵਿੱਚ ਘੁਲ ਜਾਂਦਾ ਹੈ। ਜਦੋਂ ਧੋਵਾਂਗੇ ਉਹ ਕੀ ਹੋ ਜਾਊਗਾ? ਆਪਣਾ ਕੀ ਹੋ ਜਾਊਗਾ? ਖਤਮ ਹੋ ਜਾਊਗਾ। ਜਦੋਂ ਆਪਾਂ ਧੋ ਦਾਂਗੇ ਉਹ ਵੇਸਟ ਹੋ ਜਾਊਗਾ, ਪਾਣੀ ਦਾ ਥੱਲੇ ਕੀ ਆ ਮਤਲਬ ਚਲਾ ਜਾਣਾ। ਤਾਂ ਉਹਦੇ ਨਾਲ ਕੀ ਹੋਊਗਾ? ਜਿਹੜੇ ਵਿਟਾਮਿਨ ਹੋਣਗੇ ਸੀ ਉਹ ਸਾਰਾ ਖਤਮ ਹੋ ਜਾਊਗਾ। ਅੱਗੇ ਜਾ ਕੇ ਪੜ੍ਹਾਂਗੇ ਤੁਹਾਨੂੰ ਸਮਝ ਲੱਗ ਜੂਗੀ ਕਿਉਂ ਖਤਮ ਹੁੰਦਾ। ਇਸ ਤੋਂ ਬਾਅਦ ਕਹਿੰਦਾ ਵੀ ਦੁੱਧ, ਪਨੀਰ ਅਤੇ ਅੰਡੇ ਵਿੱਚ ਕਿਹੜੇ ਵਿਟਾਮਿਨ ਦੇ ਭਰਪੂਰ ਸਰੋਤ ਹਨ? ਮਤਲਬ ਜੇ ਦੁੱਧ, ਪਨੀਰ ਅਤੇ ਅੰਡੇ ਵਿੱਚ ਕਿਹੜਾ ਸਭ ਤੋਂ ਵਿਟਾਮਿਨ ਵੱਧ ਪਾਇਆ ਜਾਂਦਾ? ਤਾਂ ਵਿਟਾਮਿਨ ਏ ਅਤੇ ਵਿਟਾਮਿਨ ਡੀ। ਇਹ ਕੁਐਸਚਨ ਵੀ ਬਹੁਤ ਵਾਰ ਪੁੱਛਿਆ ਗਿਆ। ਵਿਟਾਮਿਨ ਦੇ ਉੱਪਰ ਮੋਸਟ ਇੰਪੋਰਟੈਂਟ ਮੰਨ ਜਾਂਦੇ ਆ ਵਿਟਾਮਿਨਸ, ਕਿਉਂਕਿ ਇਹਦੇ ਉੱਪਰ ਕੀ ਆ ਕੁਐਸਚਨ ਪੁੱਛੇ ਹੀ ਜਾਣਗੇ। ਇਹਦੀ ਡੈਫੀਸ਼ੀਐਂਸੀ 'ਤੇ ਵੀ ਪੁੱਛੇ ਜਾਣਗੇ ਵੀ ਇਹਨਾਂ ਦੀ ਕਮੀ ਨਾਲ ਕਿਹੜੀ ਬਿਮਾਰੀ ਹੋ ਸਕਦੀ ਹੈ, ਜਾਂ ਕਿਹੜੇ ਇਹਦੇ ਸਰੋਤ ਨੇ, ਅਤੇ ਕਿਹੜੇ ਕਿਹੜੇ ਕੈਟਾਗਰੀ 'ਚ ਆਉਂਦੇ ਨੇ। ਅਤੇ ਇਕੱਲਾ ਇਕੱਲਾ ਵਿਟਾਮਿਨ ਆਪਾਂ ਪੜ੍ਹਾਂਗੇ ਜਿਹੜਾ ਆਪਣੇ ਪੇਪਰ ਵਾਸਤੇ ਮਹੱਤਵਪੂਰਨ ਹੈ। ਪਹਿਲਾਂ ਗੱਲ ਕਰਦੇ ਆਪਾਂ ਵਿਟਾਮਿਨ ਏ ਦੀ। ਕਹਿੰਦਾ ਵਿਟਾਮਿਨ ਏ ਕੀ ਚੀਜ਼ ਆ? ਜਿਹੜਾ ਕਿ ਚਰਬੀ ਦੇ ਵਿੱਚ ਘੁਲਣਸ਼ੀਲ ਹੈ, ਮਤਲਬ ਕਿ ਜਿਹੜੀ ਆਪਣੀ ਫੈਟਸ ਹੁੰਦੀ ਹੈ, ਚਰਬੀ ਹੁੰਦੀ ਹੈ, ਉਹਦੇ ਵਿੱਚ ਸਭ ਤੋਂ ਜ਼ਿਆਦਾ ਵੱਧ ਘੁਲਣਸ਼ੀਲ ਵਿਟਾਮਿਨ ਹੁੰਦਾ ਹੈ ਕਿਹੜਾ? ਵਿਟਾਮਿਨ ਏ। ਅਤੇ ਬੇਸਿਕਲੀ ਇਹ 2 ਰੂਪਾਂ ਦੇ ਵਿੱਚ ਪਾਇਆ ਜਾਂਦਾ। ਇਹਦੀ ਕੈਟਾਗਰੀ 2 ਹੈ, ਇੱਕ ਹੈਗਾ ਰੈਟੋਇਨੋਲ, ਇੱਕ ਹੈਗਾ ਬੀਟਾ ਕੈਰੋਟੀਨ। ਠੀਕ ਹੈ, ਰੈਟੀਨੋਲ ਕੀ ਹੈ ਕਿ ਰੈਟੀਨੋਲ ਕੀ ਹੈ? ਕਹਿੰਦਾ ਜਿਵੇਂ ਮੰਨ ਲਓ ਕਿ ਜਿਵੇਂ ਆਪਾਂ ਲੈਂਦੇ ਹਾਂ, ਜਿਵੇਂ ਜਾਨਵਰਾਂ ਦੇ ਖਾਣਿਆਂ ਤੋਂ ਜਿਹੜਾ ਲੈਂਦੇ ਹਾਂ, ਜਿਵੇਂ ਜਿਗਰ ਹੋ ਗਿਆ, ਮਾਸ ਹੋ ਗਿਆ, ਚਰਬੀ ਹੋ ਗਈ, ਮੱਛੀ ਹੋ ਗਈ, ਅੰਡੇ ਹੋ ਗਏ, ਤਾਂ ਦੁੱਧ ਦੀ ਚਰਬੀ ਤੋਂ ਲੈਂਦੇ ਹਾਂ ਆਪਾਂ ਪਹਿਲੇ ਕੈਟਾਗਰੀ। ਦੂਜਾ ਬੀਟਾ ਕੈਰੋਟੀਨ ਲੈਂਦੇ ਹਾਂ ਆਪਾਂ ਜਿਹੜਾ ਆਪਣੇ ਹੋ ਗਈਆਂ ਵੈਜੀਟੇਰੀਅਨ ਹੋ ਗਈਆਂ, ਜਿਵੇਂ ਹਰੇ ਪੱਤੇਦਾਰ ਸਬਜ਼ੀਆਂ ਹੋ ਗਈਆਂ, ਚਮਕਦਾਰ ਪੀਲੇ ਫਲ ਹੋ ਗਏ, ਉਹਨਾਂ ਤੋਂ ਮਿਲਦਾ ਆਪਾਂ ਨੂੰ ਬੀਟਾ ਕੈਰੋਟੀਨ। ਤਾਂ ਇੱਥੋਂ ਵੀ ਪ੍ਰਸ਼ਨ ਪੁੱਛਿਆ ਜਾ ਸਕਦਾ ਕਿ ਜਿਹੜਾ ਬੀਟਾ ਕੈਰੋਟੀਨ ਹੈ ਉਹ ਹੈਗਾ ਵੈਜੀਟੇਰੀਅਨ ਕਿ ਨਾਨ ਵੈਜੀਟੇਰੀਅਨ ਸੋਰਸ ਹੈ? ਤਾਂ ਭਾਈ ਬੀਟਾ ਕੈਰੋਟੀਨ ਹੈਗਾ ਵੈਜੀਟੇਰੀਅਨ, ਰੈਟੋਇਨੋਲ ਹੈਗਾ ਆਪਣਾ ਨਾਨ ਵੈਜੀਟੇਰੀਅਨ। ਤਾਂ ਵਿਟਾਮਿਨ ਏ ਦੇ ਦੋਨੇ ਕੀ ਨੇ? ਸਰੋਤ ਨੇ। ਤਾਂ ਕਹਿੰਦਾ ਫੰਕਸ਼ਨ ਕੀ ਹੈ? ਕਹਿੰਦਾ ਵੀ ਜਿਵੇਂ ਵਿਟਾਮਿਨ ਏ ਬੇਸਿਕਲੀ ਆਪਾਂ ਨੂੰ ਚਾਹੀਦਾ ਹੁੰਦਾ ਵੀ ਜਿਹੜੀ ਆਪਣੀ ਨਿਗਾਹ ਵਗੈਰਾ ਅੱਖਾਂ ਦੀ ਠੀਕ ਰਵੇ। ਕਈ ਬੰਦਿਆਂ ਨੂੰ ਕੀ ਹੁੰਦਾ ਕਿ ਸ਼ਾਮ ਨੂੰ ਦਿਖਣਾ ਘੱਟ ਜਾਂਦਾ ਕਈਆਂ ਨੂੰ। ਤੁਸੀਂ ਕਾਦਰ ਖਾਨ ਦੀ ਫਿਲਮ ਦੇਖੀ ਹੋਊਗੀ, ਮੈਨੂੰ ਨਾਮ ਨਹੀਂ ਯਾਦ ਹੈਗਾ, ਉਹਦੇ ਵਿੱਚ ਕੀ ਹੁੰਦਾ? ਉਹਨੂੰ ਸ਼ਾਮ ਨੂੰ ਦਿਖਣਾ ਬੰਦ ਹੋ ਜਾਂਦਾ, ਜਿਹਨੂੰ ਨਾਈਟ ਬਲਾਈਂਡਨੈਸ ਕਹਿੰਦੇ ਆ। ਉਹਦੇ ਵਿੱਚ ਉਹ ਸੂਰਜ, ਜਦੋਂ ਸੂਰਜ ਛਿਪ ਜਾਂਦਾ ਉਹਨੂੰ ਦਿਖਣਾ ਘੱਟ ਹੋ ਜਾਂਦਾ ਹੈ। ਤਾਂ ਫਿਲਮ ਤੋਂ ਯਾਦ ਰੱਖ ਲਿਓ, ਨਾਈਟ ਬਲਾਈਂਡਨੈਸ ਜਿਹਨੂੰ ਆਮ ਦ੍ਰਿਸ਼ਟੀ ਦੇ ਵਾਸਤੇ, ਮਤਲਬ ਕਿ ਜਿੰਨੀ ਨੋਰਮਲ ਵਿਜ਼ਨ ਹੋਣੀ ਚਾਹੀਦੀ ਆਪਣੀ ਓਨੀ ਨਹੀਂ ਹੁੰਦੀ ਗੀ। ਤਾਂ ਉਹਦੇ ਵਾਸਤੇ ਕੀ ਜ਼ਰੂਰੀ ਆ? ਵਿਟਾਮਿਨ ਏ ਜ਼ਰੂਰੀ ਆ। ਬਾਕੀ ਜਿਹੜਾ ਮਨੁੱਖ ਦਾ ਸਰੀਰ ਦਾ ਪਿੰਜਰ ਹੈ ਉਹਦੇ ਵਾਸਤੇ ਵੀ ਜ਼ਰੂਰੀ ਹੈ। ਤਾਂ ਇੱਕ ਐਂਟੀ ਇਨਫੈਕਸ਼ਨਲ ਏਜੰਟ ਵਜੋਂ ਵੀ ਕੰਮ ਕਰਦਾ ਹੈ। ਜਿਵੇਂ ਆਪਣੀ ਬੋਡੀ ਦੇ ਵਿੱਚ ਕੀ ਹੈ, ਕੋਈ ਵੀ ਚੀਜ਼ ਦੇ ਲੜਨ ਵਾਸਤੇ ਐਂਟੀ ਇਨਫੈਕਸ਼ਨਲ ਏਜੰਟ ਹੁੰਦੇ ਆ, ਹੈ ਨਾ। ਏਜੰਟ ਦਾ ਮਤਲਬ ਕਿ ਸੈਲਸ ਹੋ ਗਏ। ਤਾਂ ਉਹਦੇ ਵਾਸਤੇ ਕੀ ਜ਼ਰੂਰੀ ਆ? ਵਿਟਾਮਿਨ ਏ ਜ਼ਰੂਰੀ ਆ, ਉਹਨਾਂ ਦੇ ਬਣਨ ਵਾਸਤੇ ਵੀ, ਉਹਨਾਂ ਦੇ ਟੁੱਟਣ ਵਾਸਤੇ ਵੀ, ਨਵੇਂ ਸੈੱਲ ਬਣਨ ਵਾਸਤੇ ਵੀ। ਠੀਕ ਹੈ ਜੀ, ਇਹ ਹੋ ਗਿਆ ਤੁਹਾਡਾ ਵਿਟਾਮਿਨ ਏ। ਨੈਕਸਟ ਗੱਲ ਕਰਦੇ ਹਾਂ ਡੈਫੀਸ਼ੀਐਂਸੀ ਕਿਹੜੀ ਕਿਹੜੀ ਹੋ ਸਕਦੀ ਹੈ, ਤੁਹਾਨੂੰ ਮੈਂ ਦੱਸ ਹੀ ਦਿੱਤਾ।
ਨਾਈਟ ਬਲਾਈਂਡਨੈਸ ਜਿਹਨੂੰ ਕਹਿ ਦਿੰਦੇ ਆ ਮੱਧਮ ਰੋਸ਼ਨੀ ਵਿੱਚ ਵੇਖਣ ਦੀ ਅਯੋਗਤਾ, ਮਤਲਬ ਰੋਸ਼ਨੀ ਘੱਟ ਗਈ, ਆਪਾਂ ਨੂੰ ਦਿਖਣਾ ਵੀ ਘੱਟ ਗਿਆ। ਉਸ ਤੋਂ ਬਾਅਦ ਕਹਿੰਦਾ ਜਿਵੇਂ ਆਪਣੇ ਥਰੋਟ ਚੈਸਟ ਇਨਫੈਕਸ਼ਨ, ਜਿਵੇਂ ਗਲੇ ਅਤੇ ਛਾਤੀ ਦੀ ਜਿਹੜੀ ਇਨਫੈਕਸ਼ਨ ਹੁੰਦੀ ਆ ਉਹਦੇ ਵਿੱਚ ਵੀ, ਠੀਕ ਹੈ। ਚਮੜੀ ਅਤੇ ਵਾਲਾਂ ਦੀ ਸਮੱਸਿਆ, ਜਿਵੇਂ ਖੁਸ਼ਕ ਚਮੜੀ ਹੋ ਗਈ, ਖੁਸ਼ਕ ਵਾਲ ਹੋ ਗਏ, ਕਈਆਂ ਨੂੰ ਖੁਜਲੀ ਬਹੁਤ ਹੁੰਦੀ ਹੈ, ਤਾਂ ਸਾਰੇ ਦੇ ਵਿੱਚ ਕੀ ਹੋ ਜਾਊਗਾ, ਵਿਟਾਮਿਨ ਏ ਦੀ ਕਮੀ ਨਾਲ ਉਹ ਸਾਰੀਆਂ ਬਿਮਾਰੀਆਂ ਆਪਾਂ ਨੂੰ ਹੋ ਸਕਦੀਆਂ ਨੇ। ਨੈਕਸਟ ਕਰਦੇ ਹਾਂ ਭਾਈ ਵਿਟਾਮਿਨ ਡੀ। ਵਿਟਾਮਿਨ ਡੀ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਆਟੋਮੈਟਿਕਲੀ ਆਪਣਾ ਕੁਦਰਤੀ ਸਰੋਤ ਹੈ, ਆਪਣੇ ਸੂਰਜ ਦੀਆਂ ਕਿਰਨਾਂ ਤੋਂ ਵੀ ਆਪਾਂ ਨੂੰ ਮਿਲਦਾ ਰਹਿੰਦਾ। ਆਪਾਂ ਛੋਟੇ ਹੁੰਦੇ ਪੜ੍ਹਦੇ ਆਏ ਹਾਂ ਸਾਇੰਸ ਦੇ ਵਿੱਚ। ਤਾਂ ਵਿਟਾਮਿਨ ਡੀ ਦਾ ਦੂਸਰਾ ਨਾਮ ਯੂਜ਼ ਯਾਦ ਰੱਖਣਾ, ਜਿਹਨੂੰ ਕਹਿ ਦਿੰਦੇ ਆ ਕੈਲਸੀਫਰੋਲ, ਠੀਕ ਹੈ। ਕੈਲਸੀਫਰੋਲ ਕਹਿ ਦਿੰਦੇ ਇਹਨੂੰ। ਕੈਲਸੀਫਰੋਲ ਕੀ ਹੁੰਦਾ, ਵਿਟਾਮਿਨ ਡੀ ਦਾ ਦੂਜਾ ਨਾਮ ਹੈ। ਤਾਂ ਇਹ ਕਹਿੰਦਾ ਚਰਬੀ ਨਾਲ ਘੁਲਣਸ਼ੀਲ ਵਿਟਾਮਿਨ ਹੈ, ਜੋ ਕਿ ਕਹਿੰਦਾ ਕੁਦਰਤੀ ਤੌਰ 'ਤੇ ਕੁਝ ਖਾਣਿਆਂ ਵਿੱਚ ਮੌਜੂਦ ਹੁੰਦਾ, ਠੀਕ ਹੈ। ਜਿਵੇਂ ਖੁਰਾਕ ਦੇ ਵਿੱਚ ਵੀ ਉਪਲਬਧ ਹੁੰਦਾ ਹੈ। ਕਹਿੰਦਾ ਸੂਰਜ ਦੀ ਜਿਹੜੀ ਅਲਟਰਾ ਵਾਇਲਟ ਰੇਜ਼ ਆਉਂਦੀਆਂ ਨਾ, ਯੂਵੀ ਰੇਜ਼, ਅਲਟਰਾ ਵਾਇਲਟ ਰੇਜ਼ ਹੁੰਦੀਆਂ ਨੇ, ਉਹ ਕੀ ਕਰਦੀਆਂ ਨੇ, ਆਪਣੀ ਚਮੜੀ ਦੇ ਨਾਲ ਨਾ ਇੱਕ ਕਿਰਿਆ ਕਰਦੀਆਂ ਨੇ, ਉਹ ਕਿਰਿਆ ਦੇ ਨਾਲ ਹੀ ਪੈਦਾ ਹੁੰਦਾ ਵਿਟਾਮਿਨ ਡੀ, ਠੀਕ ਹੈ ਜੀ। ਤਾਂ ਧੁੱਪ ਤੋਂ ਆਪਾਂ ਨੂੰ ਮਿਲ ਸਕਦਾ। ਤਾਂ ਪੁੱਛਿਆ ਜਾ ਸਕਦਾ ਕਿ ਜਿਹੜਾ ਨੈਚੁਰਲ ਸਰੋਤ ਹੈ ਵਿਟਾਮਿਨ ਡੀ ਦਾ ਕੀ ਹੈ, ਉਹ ਸਨ ਦੀਆਂ ਲਾਈਟਸ ਨੇ। ਕਿਹੜੀਆਂ ਲਾਈਟਸ ਨੇ, ਅਲਟਰਾ ਵਾਇਲਟਸ ਲਾਈਟ। ਕਹਿੰਦਾ ਫੰਕਸ਼ਨ ਕੀ ਕਰਦਾ, ਕਹਿੰਦਾ ਵਿਟਾਮਿਨ ਡੀ ਸਭ ਤੋਂ ਮੋਸਟ ਇੰਪੋਰਟੈਂਟ ਹੈ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਕਰਨ ਵਾਸਤੇ। ਵਿਟਾਮਿਨ ਡੀ ਦੀ ਕਮੀ ਦੇ ਨਾਲ ਕੀ ਹੁੰਦਾ, ਰੈਕਟਸ ਵਗੈਰਾ ਹੋ ਜਾਂਦਾ, ਹੱਡੀਆਂ ਮੁੜ ਜਾਂਦੀਆਂ ਨੇ, ਮਤਲਬ ਇੱਕ ਤਰ੍ਹਾਂ ਦੀਆਂ। ਤਾਂ ਕਹਿੰਦਾ ਵੀ ਹੱਡੀਆਂ ਨੂੰ, ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਕਹਿੰਦਾ ਬਹੁਤ ਸਹਾਇਤਾ ਕਰਦਾ। ਜਿਵੇਂ ਕਮਜ਼ੋਰ ਹੱਡੀਆਂ ਵਾਸਤੇ ਕੀ ਹੋ ਜਾਂਦਾ, ਐਸਟੋਪਰੈਸਿਸ ਹੋ ਜਾਂਦਾ। ਐਸਟੋਪਰੈਸਿਸ ਮੈਂ ਤੁਹਾਨੂੰ ਪਹਿਲੀ ਵੀਡੀਓ 'ਚ ਕਰਾਇਆ ਸੀਗਾ, 3 ਬਿਮਾਰੀਆਂ ਕਰਾਈਆਂ ਸੀਗੀਆਂ, ਜਿਹਦੇ ਵਿੱਚ ਮੈਂ ਕਰਾਇਆ ਸੀ ਹਿਊਮਨ ਔਰਗਨ ਨਾਲ, ਉਹਦੇ ਵਿੱਚ ਜਾ ਕੇ ਦੇਖ ਲਿਓ। ਬਾਕੀ ਆਪਾਂ ਇੱਕ ਨਾ ਡੈਫੀਸ਼ੀਐਂਸੀ 'ਤੇ ਅਲੱਗ ਵੀਡੀਓ ਕਰਾਂਗੇ ਕਿ ਕਿਹੜੀ ਚੀਜ਼ ਦੀ ਕਮੀ ਨਾਲ ਕੀ ਹੋ ਜਾਂਦਾ, ਬਹੁਤ ਇੰਪੋਰਟੈਂਟ ਬਣ ਜਾਊਗੀ ਤੁਹਾਡੇ ਪੇਪਰ ਵਾਸਤੇ। ਆਈ ਹੋਪ ਕਿ ਅਗਲੀ ਵੀਡੀਓ ਆਪਾਂ ਡਾਇਰੈਕਟ MCQ ਦੇ ਉੱਪਰ ਕਰ ਲਾਂਗੇ, ਕਿਹੜੀ ਡੈਫੀਸ਼ੀਐਂਸੀ ਹੁੰਦੀ ਹੈ ਕਿਹਦੀ ਕਮੀ ਦੇ ਨਾਲ। ਨੈਕਸਟ ਦੇਖਦੇ ਹਾਂ ਵਿਟਾਮਿਨ ਡੀ ਤੋਂ ਬਾਅਦ। ਕਹਿੰਦਾ ਵੀ ਵਿਟਾਮਿਨ ਡੀ ਬਣਦਾ ਕਿਵੇਂ ਆ, ਤਾਂ ਤੁਹਾਨੂੰ ਮੈਂ ਦੱਸ ਕੇ ਹਟਿਆ। ਕਹਿੰਦਾ ਵਿਟਾਮਿਨ D3, ਠੀਕ ਹੈ। ਇਹ ਵੀ ਪੁੱਛਿਆ ਜਾ ਸਕਦਾ। ਵਿਟਾਮਿਨ ਡੀ ਦੇ ਵਿੱਚ ਵੀ ਕੈਟਾਗਰੀਜ਼ ਆ ਜਾਂਦੀਆਂ ਨੇ। ਜਿਹੜਾ D3 ਹੁੰਦਾ ਉਹ ਬਣਦਾ ਸਨਲਾਈਟ ਤੋਂ। ਤਾਂ ਵਿਟਾਮਿਨ D3 ਦਾ ਨਿਰਮਾਣ ਕਹਿੰਦਾ ਹੁੰਦਾ ਵੀ ਇੱਕ ਜਿਹੜੀ ਡਾਈਹਾਈਡਰੋ ਕੋਲੇਸਟਰੋਲ ਦੀ, ਜੋ ਕਿ ਚਮੜੀ ਵਿੱਚ ਮੌਜੂਦ ਹੁੰਦਾ। ਕਹਿੰਦਾ ਧੁੱਪ ਦੀ ਜਿਹੜੀ UV ਕਿਰਨ ਹੁੰਦੀ ਹੈ ਉਹਦੇ ਨਾਲ ਸੰਪਰਕ 'ਚ ਆ ਜਾਂਦਾ। ਉਸ ਸੰਪਰਕ ਦੇ ਆਉਣ ਨਾਲ ਇੱਕ ਕਿਰਿਆ ਹੁੰਦੀ ਹੈ, ਕਿਰਿਆ ਦੇ ਥਰੂ ਕੀ ਬਣ ਜਾਂਦਾ, ਆਪਣਾ ਵਿਟਾਮਿਨ ਡੀ ਬਣ ਜਾਂਦਾ। ਤਾਂ ਯਾਦ ਰੱਖਿਓ, ਇਹੀ ਇੰਪੋਰਟੈਂਟ ਰਹੂਗਾ ਤੁਹਾਡੇ ਵਾਸਤੇ ਕਿ ਕਿਹੜਾ ਵਿਟਾਮਿਨ ਡੀ ਬਣਦਾ, 1 ਬਣਦਾ, 2 ਬਣਦਾ ਜਾਂ 3 ਬਣਦਾ। ਤਾਂ ਤੁਸੀਂ ਬਸ ਬੇਸਿਕਲੀ ਜੇ ਕੁਝ ਵੀ ਯਾਦ ਨਾ ਰਹੇ ਤਾਂ ਵਿਟਾਮਿਨ ਡੀ ਦਾ ਯਾਦ ਰੱਖਣਾ ਹੀ ਰੱਖਣਾ ਹੈ। ਤਾਂ ਬਾਕੀ ਕਹਿੰਦਾ ਵੀ ਬਾਕੀ ਕਿੱਥੋਂ ਲੈ ਸਕਦੇ ਹਾਂ ਆਪਾਂ, ਜਿਵੇਂ ਪਨੀਰ ਤੋਂ ਵੀ ਲੈ ਸਕਦੇ ਹਾਂ, ਅੰਡਿਆਂ ਤੋਂ ਵੀ ਲੈ ਸਕਦੇ ਹਾਂ, ਮੱਖਣ ਤੋਂ ਵੀ ਲੈ ਸਕਦੇ ਹਾਂ, ਅਤੇ ਮੱਛੀਆਂ ਦੀਆਂ ਕੁਝ ਕਿਸਮਾਂ ਹੁੰਦੀਆਂ ਉਹਨਾਂ ਤੋਂ ਵੀ ਆਪਾਂ ਲੈ ਸਕਦੇ ਹਾਂ ਵਿਟਾਮਿਨ ਡੀ। ਹੁਣ ਇਹਦੇ 'ਚ ਪੁੱਛਿਆ ਗਿਆ, ਕਹਿੰਦਾ ਵੀ ਹੇਠ ਲਿਖਿਆਂ ਵਿੱਚੋਂ ਕਿਹੜਾ ਕੈਲਸ਼ੀਅਮ ਮਜ਼ਬੂਤ ਹੱਡੀਆਂ ਬਣਾਉਣ ਲਈ ਕੰਮ ਕਰਦਾ। ਤਾਂ ਤੁਹਾਨੂੰ ਮੈਂ ਦੱਸਿਆ ਹੈ ਕਿ ਸਭ ਤੋਂ ਵੱਧ ਜੇ ਕੁਐਸਚਨ ਬਣੂਗਾ ਤਾਂ ਇਹੀ ਬਣੂਗਾ, ਜਾਂ ਬਣੂਗਾ ਸਨ ਵਾਲਾ, ਵੀ ਕਿਹੜੀ ਲਾਈਟ ਤੋਂ ਆਪਾਂ ਲੈ ਸਕਦੇ ਹਾਂ, ਸਨ ਦੀ ਲਾਈਟ ਤੋਂ ਲੈ ਸਕਦੇ ਹਾਂ। ਤਾਂ ਵਿਟਾਮਿਨ ਡੀ ਆਊਗਾ ਭਾਈ ਇਹਦਾ ਆਨਸਰ। ਤਾਂ ਸਾਰਾ ਕੁਝ ਦਿਮਾਗ ਖੋਲ੍ਹ ਕੇ ਜਾਣਾ ਪੇਪਰ ਦੇ ਵਿੱਚ, ਜਿਹੜੀਆਂ ਸੌਖੀਆਂ ਚੀਜ਼ਾਂ ਸਾਰੀਆਂ ਪੜ੍ਹ ਕੇ ਜਾਣੀਆਂ ਨੇ। ਨੈਕਸਟ ਆ ਗਿਆ ਭਾਈ ਵਿਟਾਮਿਨ ਈ। ਕਹਿੰਦਾ ਵਿਟਾਮਿਨ ਈ ਕੀ ਇੱਕ ਐਂਟੀਆਕਸੀਡੈਂਟ ਹੈ। ਐਂਟੀਆਕਸੀਡੈਂਟ ਕੀ ਹੁੰਦਾ, ਜਿਵੇਂ ਮੰਨ ਲਓ ਕਿ ਆਪਣੇ ਸੈੱਲ ਦੇ, ਜਿਵੇਂ ਸੈੱਲ ਟੁੱਟ ਗਏ, ਬਿਮਾਰੀ ਲੱਗ ਗਈ ਆਪਾਂ ਨੂੰ, ਕੋਈ ਸੈੱਲ ਡਾਊਨ ਹੋ ਗਈ, ਤਾਂ ਉਹਨਾਂ ਬਚਾਉਣ ਦੇ ਵਿੱਚ ਸਹਾਇਤਾ ਕਰਦਾ। ਬੜਾ ਸਹਾਇਤਾ ਕਰਦਾ ਵਿਟਾਮਿਨ ਈ। ਕਹਿੰਦਾ ਇੱਕ ਬਹੁਤ ਜ਼ਰੂਰੀ ਪੌਸ਼ਟਿਕ ਤੱਤ ਹੈ ਜੋ ਕਿ ਬਹੁਤ ਸਾਰੇ ਭੋਜਨ ਵਿੱਚ ਕੁਦਰਤੀ ਤੌਰ 'ਤੇ ਹੁੰਦਾ। ਤਾਂ ਇਹ ਖੁਰਾਕ ਦੇ ਮਤਲਬ ਕਿ ਇਹ ਕੀ ਆਪਾਂ ਜੋ ਵੀ ਖੁਰਾਕ ਲੈਂਦੇ ਹਾਂ ਉਹਦੇ ਵਿੱਚ ਪੂਰਕ ਦੇ ਤੌਰ 'ਤੇ ਵੀ ਉਪਲਬਧ ਹੁੰਦਾ। ਕਈ ਵਾਰੀ ਕੀ ਕਹਿੰਦਾ ਆਪਾਂ, ਜਿਵੇਂ ਪ੍ਰੋਸੈਸਡ ਭੋਜਨਾਂ ਵਿੱਚ ਹੁੰਦਾ ਜਿਹੜਾ ਕਿ ਚਰਬੀ ਨਾਲ ਘੁਲਣਸ਼ੀਲ ਹੁੰਦੇ। ਜ਼ਿਆਦਾਤਰ ਕਿ ਜਿਵੇਂ ਆਪਾਂ ਸਰੀਰ ਨੂੰ, ਜਦੋਂ ਸਰੀਰ ਆਪਣਾ ਜਿਹੜੀ ਚੀਜ਼ ਸਟੋਰ ਕਰਦਾ ਤਾਂ ਇਹਨੂੰ ਜ਼ਰੂਰਤ ਅਨੁਸਾਰ ਵਰਤਦਾ ਰਹਿੰਦਾ। ਬੇਸਿਕਲੀ ਕੀ ਕਹਿੰਦਾ ਕਿ ਇੱਕ ਤਰ੍ਹਾਂ ਦਾ ਐਕਸੀਆਕਸੀਡੈਂਟ ਹੈ, ਠੀਕ ਹੈ। ਇਹਦੇ ਵਿੱਚ ਕੀ ਹੁੰਦਾ ਵੀ ਜਿਹੜੇ ਸੈੱਲ ਹੁੰਦੇ ਆ ਉਹਨਾਂ ਨੂੰ ਬਚਾਉਣ ਦੇ ਵਿੱਚ ਕੰਮ ਕਰਦਾ। ਕਹਿੰਦਾ ਇਹ ਕੁਦਰਤੀ ਤੌਰ 'ਤੇ ਕੀ ਹੁੰਦਾ, ਕੋਈ ਵੀ ਤੁਸੀਂ ਭੋਜਨ ਖਾਂਦੇ ਹੋ ਉਹਦੇ ਵਿੱਚ ਮੌਜੂਦ ਹੁੰਦਾ ਹੀ ਹੁੰਦਾ। ਤਾਂ ਸਰੀਰ ਇਹਨੂੰ ਇਕੱਠਾ ਨਹੀਂ ਵਰਤਦਾ ਹੈਗਾ, ਜ਼ਰੂਰਤ ਦੇ ਅਨੁਸਾਰ ਵਰਤਦਾ ਰਹਿੰਦਾ। ਆਪਣੇ ਸਰੀਰ ਦੇ ਵਿੱਚ ਕੀ ਹੋ ਜਾਂਦਾ, ਸਟੋਰ ਹੋ ਜਾਂਦਾ। ਤਾਂ ਇੱਥੋਂ ਕੁਐਸਚਨ ਪੁੱਛਿਆ ਜਾ ਸਕਦਾ ਵੀ ਕਿਹੜਾ ਵਿਟਾਮਿਨ ਆ ਜਿਹੜਾ ਆਪਣਾ ਸਰੀਰ ਸਟੋਰ ਕਰਕੇ ਰੱਖਦਾ ਅਤੇ ਅਕੋਰਡਿੰਗ ਟੂ ਨੀਡ ਯੂਜ਼ ਕਰਦਾ। ਤਾਂ ਉਹ ਹੈਗਾ ਭਾਈ ਵਿਟਾਮਿਨ ਈ, ਠੀਕ ਹੈ। ਸਮਝ ਲੱਗ ਗਿਆ ਹੋਊਗਾ ਆਈ ਹੋਪ ਤੁਹਾਨੂੰ ਸਾਰਾ ਕੁਛ ਵਿਟਾਮਿਨ ਈ ਦੇ ਬਾਰੇ। ਹੁਣ ਵਿਟਾਮਿਨ ਈ ਦੇ ਸੋਰਸ ਕਿਹੜੇ ਆ, ਕਹਿੰਦਾ ਵੀ ਸਬਜ਼ੀਆਂ ਦੇ ਤੇਲ ਹੋ ਗਏ, ਠੀਕ ਹੈ, ਆਪਣੀ ਹਰੇ ਪੱਤੇਦਾਰ ਸਬਜ਼ੀਆਂ ਹੋ ਗਈਆਂ, ਅਨਾਜ ਹੋ ਗਿਆ, ਸਾਰਾ ਕੁਛ ਤੋਂ ਆਪਾਂ ਕੀ ਲੈ ਸਕਦੇ ਹਾਂ, ਵਿਟਾਮਿਨ ਈ ਲੈ ਸਕਦੇ ਹਾਂ। ਡੈਫੀਸ਼ੀਐਂਸੀ ਕੀ ਹੁੰਦੀ ਆ, ਵੈਸੇ ਤਾਂ ਕਹਿੰਦੇ ਵੀ ਜਿਵੇਂ ਹਰੇਕ ਚੀਜ਼ ਤੋਂ ਆਪਾਂ ਨੂੰ ਮਿਲਦਾ ਰਹਿੰਦਾ ਹੈ ਵਿਟਾਮਿਨ ਈ, ਕੋਈ ਵੀ ਆਪਾਂ ਚੀਜ਼ ਖਾਂਦੇ ਉਹਦੇ ਵਿੱਚ ਵਿਟਾਮਿਨ ਈ ਹੁੰਦਾ ਹੀ ਹੁੰਦਾ। ਇਸ ਕਰਕੇ ਆਪਣੇ ਕੀ ਆ ਵੀ ਆਪਾਂ ਨੂੰ ਬਹੁਤ ਘੱਟ ਬਿਮਾਰੀਆਂ ਲੱਗਦੀਆਂ ਇਹਦੀ ਕਮੀ ਦੇ ਨਾਲ, ਠੀਕ ਹੈ। ਤਾਂ ਵਿਟਾਮਿਨ ਈ ਦੀ ਕਹਿੰਦਾ ਕਮੀ ਦੇ ਨਾਲ ਜ਼ਿਆਦਾਤਰ ਜੇ ਬਿਮਾਰੀ ਆਪਾਂ ਨੂੰ ਪਹੁੰਚਦੀ ਹੋਵੇਗੀ, ਜਿਵੇਂ ਨਸਾਂ ਹੋ ਗਈਆਂ, ਆਪਣੀਆਂ ਮਾਸਪੇਸ਼ੀਆਂ ਹੋ ਗਈਆਂ, ਉਹਨਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਤਾਂ ਕਹਿੰਦਾ ਸਿੱਟੇ ਵਜੋਂ ਕੀ ਹੁੰਦਾ ਹੈ, ਜਿਵੇਂ ਆਪਣੇ ਪੈਰ ਮੂਵਮੈਂਟ ਕਰਦੇ ਆ ਜਾਂ ਆਪਣੀਆਂ ਉਂਗਲਾਂ ਮੂਵਮੈਂਟ ਕਰਦੀਆਂ, ਠੀਕ ਹੈ, ਤਾਂ ਉਹਦੇ ਵਿੱਚ ਨੁਕਸਾਨ ਹੋ ਸਕਦਾ। ਆਪਣੀਆਂ ਮਾਸਪੇਸ਼ੀਆਂ ਵਗੈਰਾ ਕੀ ਹੋ ਸਕਦੀਆਂ, ਕਮਜ਼ੋਰ ਹੋ ਸਕਦੀਆਂ, ਠੀਕ ਹੈ। ਤਾਂ ਵਿਟਾਮਿਨ ਈ ਦੀ ਜ਼ਿਆਦਾਤਰ ਕਮੀ ਹੁੰਦੀ ਨਹੀਂ, ਕਿ ਜੇ ਹੋ ਜਾਵੇ ਤਾਂ ਫਿਰ ਪ੍ਰੋਬਲਮ ਹੋ ਸਕਦੀ ਹੈ। ਨੈਕਸਟ ਹੈਗਾ ਮੋਸਟ ਇੰਪੋਰਟੈਂਟ ਵਿਟਾਮਿਨ ਹੈਗਾ ਵਿਟਾਮਿਨ ਕੇ। ਵਿਟਾਮਿਨ ਕੇ ਦਾ ਕੰਮ ਕੀ ਹੈ, ਜਿਹੜਾ ਆਪਣੇ ਬੋਡੀ ਦੇ ਵਿੱਚ ਕਲੌਟ ਬਣਦਾ ਨਾ, ਜਿਵੇਂ ਮੰਨ ਲਓ ਆਪਾਂ ਨੂੰ ਸੱਟ ਵੱਜ ਗਈ,
ਤੁਸੀਂ ਦੇਖਦੇ ਹੋਵੋਗੇ ਸੱਟ ਵੱਜ ਗਈ ਤੇ ਕੁਝ ਸੈਕਿੰਡ ਬਾਅਦ ਹੀ ਖੂਨ ਰੁਕਣਾ ਬੰਦ ਹੋ ਜਾਂਦਾ ਹੈ। ਤੇ ਜੇ ਕਿਸੇ ਬੰਦੇ 'ਚ ਵਿਟਾਮਿਨ ਦੀ ਕਮੀ ਹੋਊਗੀ, ਉਹਦਾ ਖੂਨ ਰੁਕਣਾ ਬੰਦ ਨਹੀਂ ਹੋਊਗਾ। ਜਦੋਂ ਖੂਨ ਵਹੀ ਜਾਊਗਾ ਬਾਹਰ ਆ ਜਾਊਗਾ ਤਾਂ ਉਹ ਬੰਦੇ ਦੀ ਡੈਥ ਹੋ ਜਾਊਗੀ। ਠੀਕ ਹੈ। ਤਾਂ ਜਿਵੇਂ ਮੰਨ ਲਓ ਜਿਹਨੂੰ ਆਪਾਂ ਕਹਿ ਦਿੰਦੇ ਨਾ ਕਿ ਆਪਣੀ ਸੱਟ ਵੱਜ ਗਈ, ਉਹਦੇ 'ਤੇ ਖਰਿੰਡ ਤੋਂ ਬਾਅਦ ਕੀ ਆਪਣੀ ਨੋਰਮਲ ਚਮੜੀ ਆ ਜਾਂਦੀ ਆ, ਤਾਂ ਉਹ ਕੀ ਹੁੰਦਾ, ਇੱਕ ਤਰ੍ਹਾਂ ਦਾ ਖੂਨ ਦਾ ਗਤਲਾ ਕਹਿ ਦਿੰਦੇ ਉਹਨੂੰ, ਜਿਹਨੂੰ ਕਲੌਟ ਵੀ ਕਹਿ ਦਿੰਦੇ ਅੰਗਰੇਜ਼ੀ ਦੇ ਵਿੱਚ। ਤਾਂ ਉਸ ਚੀਜ਼ ਦੇ ਬਣਨ ਵਾਸਤੇ ਵਿਟਾਮਿਨ ਕੇ ਬਹੁਤ ਜ਼ਰੂਰੀ ਹੈ। ਇਸ ਤੋਂ ਬਿਨਾਂ ਕੀ ਆ ਉਹ ਚੀਜ਼ ਨਹੀਂ ਬਣੂਗੀ। ਤਾਂ ਲਿਖਿਆ ਹੋਇਆ ਭਾਈ ਵਿਟਾਮਿਨ ਕੇ ਦੇ ਕਹਿੰਦਾ ਖੂਨ ਦੇ ਗਤਲੇ ਨੂੰ ਵਧੇਰੇ ਖੂਨ ਵਗਣ ਤੋਂ ਰੋਕਣ ਵਿੱਚ ਮਦਦ ਕਰਦਾ ਹੈ। ਠੀਕ ਹੈ। ਤਾਂ ਇਹ ਕਹਿੰਦਾ ਵੀ ਵਿਟਾਮਿਨ ਕੇ ਹੁੰਦਾ, ਕਹਿੰਦਾ ਆਮ ਤੌਰ 'ਤੇ ਖੁਰਾਕ ਦੇ ਵਿੱਚ ਨਹੀਂ ਹੁੰਦਾ। ਜਿਵੇਂ ਵਿਟਾਮਿਨ ਹੁਣੇ ਤੁਹਾਨੂੰ ਮੈਂ ਜਿਹੜਾ ਈ ਕਰਾਇਆ ਉਹ ਕੀ ਹੁੰਦਾ, ਨੋਰਮਲ ਡਾਈਟ ਦੇ ਵਿੱਚ ਆਪਾਂ ਨੂੰ ਮਿਲ ਜਾਂਦਾ, ਪਰ ਜਿਹੜਾ ਕੇ ਆ ਉਹ ਨੋਰਮਲ ਨਹੀਂ ਮਿਲਦਾ ਗਾ, ਇਹਨੂੰ ਲੈਣਾ ਪੈਂਦਾ। ਠੀਕ ਹੈ। ਤਾਂ ਇਹਦੇ ਵਿੱਚ ਕੀ ਹੁੰਦਾ, ਕਹਿੰਦਾ ਵੀ 2 ਤਰ੍ਹਾਂ ਦੇ ਵਿਟਾਮਿਨ ਹੁੰਦੇ, ਇਹਦੇ 'ਚ ਵਿਟਾਮਿਨ K1 ਵੀ ਹੋ ਸਕਦਾ ਅਤੇ ਵਿਟਾਮਿਨ K2 ਵੀ ਹੋ ਸਕਦਾ ਹੈ। ਠੀਕ ਹੈ। ਤਾਂ ਪੱਤੇਦਾਰ ਜਿਵੇਂ ਸਾਗ ਹੋ ਗਿਆ, ਕੁਝ ਹੋਰ ਸਬਜ਼ੀਆਂ ਹੋ ਗਈਆਂ, ਉਹਨਾਂ ਤੋਂ ਆਪਾਂ ਵਿਟਾਮਿਨ 1 ਪ੍ਰਾਪਤ ਕਰਦੇ ਹਾਂ K1। ਅਤੇ ਵਿਟਾਮਿਨ K2 ਕੀ ਹੈ, ਕੋਈ ਨਾ ਮਿਸ਼ਰਣ ਹੈ, ਮਤਲਬ ਕਿ ਇੱਕ ਤੋਂ ਵੱਧ ਚੀਜ਼ਾਂ ਦਾ, ਜਿਵੇਂ ਮੀਟ ਹੋ ਗਿਆ, ਪਨੀਰ ਹੋ ਗਿਆ, ਆਂਡਿਆਂ ਹੋ ਗਿਆ, ਉਹ ਤੋਂ ਆਪਾਂ ਪ੍ਰਾਪਤ ਕਰ ਸਕਦੇ ਹਾਂ ਵਿਟਾਮਿਨ K2 ਅਤੇ ਵਿਟਾਮਿਨ K1। ਠੀਕ ਹੈ। ਇਹਨੂੰ ਵੀ ਯਾਦ ਰੱਖ ਲਿਓ, K1 ਕੀ ਹੈ ਸ਼ਾਕਾਹਾਰੀ ਅਤੇ K2 ਕੀ ਹੈ ਮਾਸਾਹਾਰੀ। ਅਤੇ ਬੇਸਿਕਲੀ ਯਾਦ ਰੱਖਣਾ ਜਿਹੜਾ ਆਪਣਾ ਮੋਸਟ ਇੰਪੋਰਟੈਂਟ ਕੁਐਸਚਨ ਬਣ ਸਕਦਾ, ਕਹਿੰਦਾ ਖੂਨ ਦੇ ਜੰਮਣ ਲਈ ਕਿਹੜਾ ਵਿਟਾਮਿਨ ਜ਼ਰੂਰੀ ਹੈ, ਤਾਂ ਵਿਟਾਮਿਨ ਕੇ ਕੀ ਹੈ, ਕਲੌਟਸ ਬਣਾਉਣ ਵਾਸਤੇ ਜ਼ਰੂਰੀ ਹੈ, ਖੂਨ ਦੇ ਜੰਮਣ ਵਾਸਤੇ। ਨੈਕਸਟ ਆ ਗਿਆ ਭਾਈ ਵਿਟਾਮਿਨ ਸੀ, ਜਿਹਨੂੰ ਐਸਕੋਰਬਿਕ ਐਸਿਡ ਕਿਹਾ ਜਾਂਦਾ ਭਾਈ। ਇਹ ਕਹਿੰਦਾ ਪਾਣੀ 'ਚ ਘੁਲਣਸ਼ੀਲ ਹੁੰਦਾ। ਸਭ ਤੋਂ ਮੋਸਟ ਇੰਪੋਰਟੈਂਟ ਲਾਈਨ ਹੈ, ਕਹਿੰਦਾ ਪਾਣੀ ਦੇ ਵਿੱਚ ਘੁਲਣਸ਼ੀਲ ਕਿਹੜਾ ਹੁੰਦਾ ਸਭ ਤੋਂ ਜ਼ਿਆਦਾ, ਵਿਟਾਮਿਨ ਸੀ। ਤਾਂ ਹੀ ਆਪਾਂ ਜਦੋਂ ਫਲ ਸਬਜ਼ੀਆਂ ਧੋਨੇ ਆ ਤਾਂ ਇਹ ਆਟੋਮੈਟਿਕਲੀ ਕੀ ਹੋ ਜਾਂਦਾ, ਉਹਦੇ ਵਿੱਚ ਵਹਿ ਜਾਂਦਾ ਅਤੇ ਆਪਾਂ ਨੂੰ ਉਹ ਪ੍ਰੋਪਰ ਡਾਈਟ ਦੇ ਵਿੱਚ ਨਹੀਂ ਮਿਲਦਾ ਗਾ। ਅਤੇ ਇਹ ਫੰਕਸ਼ਨ ਕੀ ਕਰਦਾ, ਕਹਿੰਦਾ ਐਂਟੀਆਕਸੀਡੈਂਟ ਦਾ ਕੰਮ ਵੀ ਕਰਦਾ। ਜਿਵੇਂ ਟਿਸ਼ੂ ਹੋ ਗਏ, ਆਕਸੀਜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ। ਕੋਈ ਇਨਫੈਕਸ਼ਨ ਹੋ ਗਈ, ਉਹਨੂੰ ਉਹਦੇ ਵਿੱਚ ਲੜਨ ਵਿੱਚ ਸਹਾਇਤਾ ਕਰਦਾ ਸਰੀਰ ਦੇ ਵਿੱਚ ਸੈੱਲਾਂ ਦੀ। ਪਲਾਜ਼ਮਾ ਹੋ ਗਿਆ, ਕਹਿੰਦਾ ਪਲਾਜ਼ਮਾ ਤੋਂ ਲੋਹੇ ਦੇ ਟਿਸ਼ੂਆਂ ਵਿੱਚ ਤਬਦੀਲ ਕਰਦਾ, ਜਿਵੇਂ ਆਪਣੀ ਬੈਨ ਮੈਰੋ ਹੋ ਗਈ, ਸਪਾਈਨ ਹੋ ਗਈ, ਜਿਹਨੂੰ ਤਿੱਲੀ ਕਹਿ ਦਿੰਦੇ ਆ, ਜਿਗਰ ਵਿੱਚ ਸਟੋਰ ਕਰਨ ਵਿੱਚ ਸਹਾਇਤਾ ਕਰਦਾ ਕਿਹੜਾ, ਵਿਟਾਮਿਨ ਸੀ। ਨੈਕਸਟ ਦੇਖਦੇ ਹਾਂ ਭਾਈ ਆਪਾਂ ਕੁਐਸਚਨ ਕੀ ਆਊਗਾ, ਕਹਿੰਦਾ ਵੀ ਕਿਹੜਾ ਪਾਣੀ ਵਿੱਚ ਘੁਲਣਸ਼ੀਲ ਵਿਟਾਮਿਨ ਹੈ ਜਿਹੜਾ ਕਿ ਹਰ ਰੋਜ਼ ਇਸ ਨੂੰ ਲੈਣ ਦੀ ਜ਼ਰੂਰਤ ਹੈ। ਤਾਂ ਤੁਹਾਨੂੰ ਮੈਂ ਦੱਸਿਆ ਜਦੋਂ ਪਾਣੀ 'ਚ ਘੁਲਣਸ਼ੀਲ ਵਾਲੀ ਗੱਲ ਆ ਗਈ ਤਾਂ ਚੁੱਪ ਕਰਕੇ ਵਿਟਾਮਿਨ ਸੀ ਲਾਇਓ ਨਾ, ਤੁਹਾਡਾ ਆਨਸਰ 101% ਕਰੈਕਟ ਹੋਊਗਾ। ਉਸ ਤੋਂ ਬਾਅਦ ਕਹਿੰਦਾ ਵੀ ਸਿਹਤਮੰਦ ਪ੍ਰਤੀਨੋਧੀ ਪ੍ਰਣਾਲੀ ਲਈ ਹੇਠ ਵਿੱਚੋਂ ਕਿਹੜਾ ਪੌਸ਼ਟਿਕ ਤੱਤ ਲੋੜੀਂਦਾ ਹੈ, ਮਤਲਬ ਪ੍ਰੋਪਰ ਸਿਹਤਮੰਦ ਰਹੀਏ ਆਪਾਂ। ਆਪਣੀ ਪ੍ਰਣਾਲੀ ਦਾ ਮਤਲਬ ਕਿ ਆਪਣਾ ਜਿਹੜੀ ਸਰਕੂਲੇਟ ਹੁੰਦੀ ਰਹਿੰਦੀ ਹੈ ਖੂਨ ਦਾ ਸੰਚਾਰ ਵਗੈਰਾ, ਤਾਂ ਵਿਟਾਮਿਨ ਸੀ ਉਹਦੇ ਵਾਸਤੇ ਕੀ ਹੈ, ਜ਼ਰੂਰੀ ਹੈ। ਨੈਕਸਟ ਹੈਗਾ ਭਾਈ ਵਿਟਾਮਿਨ B1, ਜਿਹਨੂੰ ਕਹਿ ਦਿੰਦੇ ਆ ਥਾਈਮਾਈਨ ਕੀ ਹੈ, ਇੱਕ ਵਿਟਾਮਿਨ B ਦਾ ਦੂਸਰਾ ਨਾਮ ਹੈ। ਕਹਿੰਦਾ ਬਹੁਤ ਜ਼ਰੂਰੀ ਪੌਸ਼ਟਿਕ ਤੱਤ ਹੈ ਜੋ ਕਿ ਸਰੀਰ ਦੇ ਟਿਸ਼ੂਆਂ ਨੂੰ ਸਹੀ ਕੰਮ ਕਰਨ ਦੀ ਜ਼ਰੂਰਤ ਦੇ ਵਿੱਚ ਸਹਾਇਤਾ ਕਰਦਾ ਹੈ। ਤਾਂ ਵਿਟਾਮਿਨ ਕਹਿੰਦਾ ਵੀ ਜੇ ਥਾਈਮਾਈਨ ਹੈ, ਉਹਦਾ ਪਹਿਲਾਂ B ਵਿਟਾਮਿਨ ਸੀ ਜਿਸ ਦੀ ਖੋਜ ਵਿਗਿਆਨੀਆਂ ਨੇ ਕੀਤੀ, ਤਾਂ ਇਹਨੂੰ B1 ਵੀ ਕਹਿ ਦਿੰਦੇ ਆ। B1 ਤਾਂ ਹੀ ਕਹਿੰਦੇ ਇਹਨੂੰ ਕਿਉਂਕਿ ਸਭ ਤੋਂ ਪਹਿਲਾਂ ਇਹਦੀ ਖੋਜ ਹੋਈ ਸੀ ਵਿਗਿਆਨੀਆਂ ਦੁਆਰਾ, ਤਾਂ ਹੀ ਕਰਕੇ ਇਹਦਾ ਨਾਮ B1 ਦਿੱਤਾ। ਜਿਵੇਂ ਹੁਣ ਬਾਕੀ B1 B12 ਵੀ ਹੈਗੇ ਆਪਣੇ ਕੋਲੇ। ਤਾਂ ਇਹ ਕੁਐਸਚਨ ਪੁੱਛਿਆ ਜਾ ਸਕਦਾ ਕਿ ਜਿਹੜਾ ਸਭ ਤੋਂ ਪਹਿਲਾਂ ਵਿਟਾਮਿਨ ਜਿਹਦੀ ਖੋਜ ਕੀਤੀ ਸੀ ਉਹ ਕਿਹੜਾ ਸੀਗਾ, ਤਾਂ ਉੱਥੇ ਨਾਮ ਸਿੱਧਾ ਨਹੀਂ ਲਿਖਿਆ ਹੋਊਗਾ ਵਿਟਾਮਿਨ B1, ਉੱਥੇ ਲਿਖਿਆ ਹੋਊਗਾ ਥਾਈਮਾਈਨ। ਤਾਂ ਤੁਸੀਂ ਯਾਦ ਰੱਖਣਾ ਥਾਈਮਾਈਨ ਕੀ ਆ, ਵਿਟਾਮਿਨ B1 ਹੀ ਹੈ। B1 ਵੀ ਤਾਂ ਹੀ ਕਹਿੰਦੇ ਇਹਦੀ ਖੋਜ ਸਭ ਤੋਂ ਪਹਿਲਾਂ ਹੋਈ ਸੀ ਕਿਉਂਕਿ ਨੰਬਰ 1 'ਤੇ ਹੈ। ਠੀਕ ਹੈ ਜੀ। ਅਤੇ ਇਹਦੀ ਜਿਹੜੀ ਕਮੀ ਹੁੰਦੀ ਇਹਦੇ ਨਾਲ ਹੁੰਦਾ ਭਾਈ ਬੇਰੀ ਦਾ ਰੋਗ, ਤੁਸੀਂ ਸੁਣਿਆ ਵੀ ਹੋਊਗਾ। ਜਿਵੇਂ ਉਹ ਬੇਰੀ ਦਾ ਰੋਗ ਤਾਂ ਹੁੰਦਾ ਜਿਹੜਾ ਬੰਦਾ ਸਿਰਫ ਚੌਲ ਖਾਂਦਾ, ਠੀਕ ਹੈ, ਉਹਦੇ ਕਰਕੇ ਹੁੰਦਾ ਹੈ। ਇਕੱਲੇ ਚੌਲ ਖਾਣ ਨਾਲ ਕੀ ਹੁੰਦਾ, ਬੇਰੀ ਦਾ ਰੋਗ ਹੋ ਜਾਂਦਾ। ਤਾਂ ਇਹ ਤੋਂ ਯਾਦ ਰੱਖ ਲਿਓ ਭਾਈ ਬਈਆਂ ਤੋਂ, ਬਈਏ ਚੌਲ ਬਹੁਤ ਖਾਂਦੇ ਇਸ ਕਰਕੇ ਉਹਨਾਂ ਨੂੰ ਬੇਰੀ ਦਾ ਰੋਗ ਹੋ ਜਾਂਦਾ। ਬਸ ਯਾਦ ਰੱਖਣਾ ਦਿਮਾਗ 'ਚ, ਆਪਾਂ ਕਿਹੜਾ ਕਿਸੇ ਦੀ ਇਨਸਲਟ ਕਰ ਰਹੇ ਹਾਂ, ਯਾਦ ਰੱਖਣ ਦੀ ਟ੍ਰਿਕ ਬਣਾਉਣੀ ਆਪਾਂ। ਹੁਣ ਕਹਿੰਦਾ ਵਿਟਾਮਿਨ B2 ਦੀ ਗੱਲ ਕਰਦੇ ਹਾਂ। B1 ਮੈਂ ਕਰਾਤਾ ਤੁਹਾਨੂੰ, ਵਿਟਾਮਿਨ B2 ਕੀ ਹੈ, ਕਹਿੰਦਾ ਇੱਕ ਰਿਬੋਫਲੈਵਿਨ ਹੈ। ਰਿਬੋਫਲੈਵਿਨ ਵੀ ਕਿਹਾ ਜਾਂਦਾ ਦੂਸਰਾ ਨਾਮ ਵਿਟਾਮਿਨ B2 ਦਾ। ਬਸ ਤੁਸੀਂ ਨਾਮ ਯਾਦ ਰੱਖਣੇ, ਇਹਦੇ ਵਿੱਚ ਹੋਰ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ ਗਾ। ਤਾਂ ਇਹਦੇ ਵਿੱਚ ਕੀ ਹੁੰਦਾ, ਕਹਿੰਦਾ ਜਿਹੜਾ ਵਿਟਾਮਿਨ B2 ਹੈ, ਕਹਿੰਦਾ ਵੀ ਪਾਣੀ ਵਿੱਚ ਘੁਲਣਸ਼ੀਲ ਵਿਟਾਮਿਨ ਹੈ ਜੋ ਕਿ ਹਰ ਰੋਜ਼ ਸਰੀਰ 'ਚੋਂ ਬਾਹਰ ਕੱਢਿਆ ਜਾਂਦਾ ਹੈ। ਤਾਂ ਮਤਲਬ ਕਿ ਜਿਹੜਾ ਵੀ ਆਪਾਂ ਬਾਥਰੂਮ ਵਗੈਰਾ ਕਰਦੇ ਹਾਂ, ਇਹਦੇ ਵਿੱਚ ਕੀ ਹੁੰਦਾ, ਜਿਹੜੀ ਚੀਜ਼ ਬਾਹਰ ਨਿਕਲਦੀ ਹੈ ਉਹ ਕਿਹੜਾ ਵਿਟਾਮਿਨ ਬਾਹਰ ਨਿਕਲਦਾ, ਵਿਟਾਮਿਨ B2। ਇਸ ਕਰਕੇ ਇਹਨੂੰ ਜ਼ਰੂਰੀ ਹੋ ਜਾਂਦਾ ਕਿ ਰੋਜ਼ ਲੈਣਾ ਵੀ ਪੈਂਦਾ ਆਪਾਂ ਨੂੰ, ਕਿਉਂਕਿ ਰੋਜ਼ ਆਪਣੇ ਸਰੀਰ ਦੇ ਵਿੱਚੋਂ ਬਾਹਰ ਵੀ ਨਿਕਲ ਜਾਂਦਾ ਹੈ। ਤਾਂ ਇਸ ਕਰਕੇ ਲਿਖਿਆ ਹੋਇਆ ਦੇਖੋ, ਇਸ ਲਈ ਕਹਿੰਦਾ ਇਸ ਨੂੰ ਹਰ ਦਿਨ ਮੁੜ ਸਥਾਪਿਤ ਕਰਨਾ ਲਾਜ਼ਮੀ ਹੋ ਜਾਂਦਾ ਹੈ। ਕਿ ਮੰਨ ਲਓ ਜੇ ਆਪਾਂ ਜਿੰਨਾ ਲਿਆ ਉਹ ਜਿਹੜਾ ਵੇਸਟੇਜ ਦੇ ਵਿੱਚ ਨਿਕਲ ਗਿਆ, ਉਹਨਾਂ ਹੀ ਆਪਾਂ ਨੂੰ ਕੀ ਕਰੂਗਾ, ਹੋਰ ਲੈਣਾ ਪਊਗਾ। ਤਾਂ ਇਸ ਕਰਕੇ ਕਹਿੰਦਾ ਵੀ ਜਿਵੇਂ ਡੈਰੀ ਦੇ ਜਿੰਨੇ ਵੀ ਪ੍ਰੋਡਕਟ ਹੁੰਦੇ ਆ, ਸੋਇਆਬੀਨ ਵਗੈਰਾ ਹੋ ਗਿਆ, ਦੁੱਧ, ਮੱਖਣ, ਹੈ ਨਾ, ਇਹ ਪਨੀਰ ਵਗੈਰਾ ਸਾਰੇ ਕੀ ਆ, ਕਿਹਦੇ ਸਰੋਤ ਨੇ, ਆਪਣੇ ਵਿਟਾਮਿਨ B2 ਦੇ, ਜਿਹਨੂੰ ਕਹਿ ਦਿੰਦੇ ਆ ਰਿਬੋਫਲੈਵਿਨ। ਯਾਦ ਰੱਖਿਓ ਭਾਈ ਨਾਮ ਜ਼ਰੂਰ। ਥਰਡ ਹੈਗਾ ਭਾਈ ਅਗਲਾ ਵਿਟਾਮਿਨ B3, ਜਿਹਨੂੰ ਕਹਿ ਦਿੰਦੇ ਆ ਨਾਈਸਿਨ ਕਹਿ ਦਿੰਦੇ ਆ ਵਿਟਾਮਿਨ B3 ਨੂੰ। ਤਾਂ ਇਹ ਨਾਮ ਯਾਦ ਰੱਖ ਲਿਓ ਭਾਈ। ਕਹਿੰਦਾ ਇਹਦਾ ਕੰਮ ਕੀ ਹੁੰਦਾ, ਜਿਹੜੇ ਸਰੀਰ ਦੇ ਹਰ ਹਿੱਸੇ ਦਾ ਸਹੀ ਕੰਮ ਕਰਨਾ, ਇਹਦੀ ਜ਼ਰੂਰਤ ਹੁੰਦੀ ਹੈ। ਆਪਣੇ ਬੋਡੀ ਦਾ ਹਰ ਇੱਕ ਪਾਰਟ ਪ੍ਰੋਪਰ ਵਰਕ ਕਰੇ।
ਕਹਿੰਦਾ ਇੱਕ ਤਰ੍ਹਾਂ ਦਾ ਕਹਿੰਦਾ ਵੀ ਜੇ ਆਪਣੇ ਸਰੀਰ ਦੇ ਵਿੱਚ ਕੈਸਟਰੋਲ ਵਗੈਰਾ ਵੱਧ ਜਾਵੇ ਨਾ, ਉਹਨੂੰ ਘਟਾਉਣ ਦੇ ਵਿੱਚ ਇਹ ਹੈਲਪ ਕਰਦਾ। ਜਿਵੇਂ ਗਠੀਏ ਹੋ ਗਏ ਆਪਣੇ ਹੈ ਨਾ, ਗੱਠਾਂ ਪੈ ਗਈਆਂ ਸਰੀਰ ਦੇ ਵਿੱਚ, ਹੱਡੀਆਂ ਦੇ ਵਿੱਚ ਜਾਂ ਮਾਸਪੇਸ਼ੀਆਂ ਦੇ ਵਿੱਚ, ਦਿਮਾਗ ਦੇ ਜਿਹੜੇ ਆਪਾਂ ਉਤਸ਼ਾਹਿਤ ਕੰਮ ਕਰਦੇ, ਆਪਾਂ ਪੋਜ਼ਿਟਿਵ ਰਹਿੰਦੇ ਹਾਂ ਵੀ ਆਪਾਂ ਬਹੁਤ ਪੋਜ਼ਿਟਿਵ ਆ, ਵੀ ਆਪਾਂ ਜੋਬ ਮਿਲ ਹੀ ਜਾਣੀ ਆ, ਆਪਾਂ ਇੰਨੀ ਮਿਹਨਤ ਕਰ ਰਹੇ ਹਾਂ, ਕਿਉਂ ਨਹੀਂ ਮਿਲੂਗੀ ਜੋਬ, ਹੈ ਨਾ। ਪੋਜ਼ਿਟਿਵ ਚੀਜ਼ਾਂ ਆਪਣੇ ਦਿਮਾਗ 'ਚ ਆਉਣੀਆਂ, ਉਹਦੇ ਵਾਸਤੇ ਵੀ ਸਹਾਇਤਾ ਕਰਦਾ ਵਿਟਾਮਿਨ B3। ਅਤੇ ਹੁਣ ਤੱਕ ਮਿਲਦਾ ਕਿੱਥੋਂ ਭਾਈ? ਮੀਟ, ਮੱਛੀ, ਅੰਡੇ, ਹਰੇਦਾਰ ਸਬਜ਼ੀਆਂ, ਹੈ ਨਾ, ਅਨਾਜ, ਸਾਰੇ ਖਾਣਿਆਂ 'ਚ ਪਾਇਆ ਜਾਂਦਾ ਵਿਟਾਮਿਨ B3, ਜਿਹਨੂੰ ਕਹਿ ਦਿੰਦੇ ਆ ਨਿਆਸਿਨ। ਤਾਂ ਨਾਮ ਯਾਦ ਰੱਖਣਾ ਜ਼ਰੂਰੀ ਬਣ ਜਾਂਦਾ ਹੈ। ਅਗਲਾ ਹੈਗਾ ਭਾਈ ਵਿਟਾਮਿਨ B6, ਜਿਹਨੂੰ ਕਹਿ ਦਿੰਦੇ ਆ ਪਾਇਰੋਡੋਕਸਾਈਨ। ਪਾਇਰੋਡੋਕਸਾਈਨ ਕਿਹਾ ਜਾਂਦਾ ਦੂਸਰਾ ਨਾਮ ਇਹਦਾ। ਇਹ ਵੀ ਪਾਣੀ 'ਚ ਘੁਲਣਸ਼ੀਲ ਵਿਟਾਮਿਨ ਹੈ। ਤਾਂ ਕਹਿੰਦਾ ਸਰੀਰ ਦੇ ਬਹੁਤ ਸਾਰੇ ਕਾਰਜਾਂ ਵਾਸਤੇ ਜ਼ਰੂਰਤ ਹੁੰਦੀ ਹੈ, ਜਿਵੇਂ ਪ੍ਰੋਟੀਨ, ਚਰਬੀ, ਕਾਰਬੋਹਾਈਡਰੇਟ। ਤਾਂ ਬੇਸਿਕਲੀ ਇਹਦਾ ਕੰਮ ਕੀ ਹੁੰਦਾ? ਜਿਹੜੇ ਰੈੱਡ ਬਲੱਡ ਸੈੱਲ ਹੁੰਦੇ ਆ ਉਹਨਾਂ ਦੇ ਬਣਨ ਵਿੱਚ ਕੀ ਇਹ ਸਹਾਇਤਾ ਕਰਦਾ? ਕਿਹੜਾ? ਵਿਟਾਮਿਨ B6 ਤੋਂ ਬਿਨਾਂ ਇਹ ਪੈਦਾ ਨਹੀਂ ਹੁੰਦੇ ਆਪਣੇ ਵਿੱਚ ਰੈੱਡ ਸੈੱਲ। ਤਾਂ ਰੈੱਡ ਸੈੱਲ ਬਹੁਤ ਜ਼ਰੂਰੀ ਹੁੰਦੇ ਆ। ਤਾਂ ਕਹਿੰਦਾ ਵੀ ਜਿਹੜਾ ਵਿਟਾਮਿਨ B6 ਹੈ, ਕਹਿੰਦਾ ਇਹਦੇ ਵਿੱਚ ਇੱਕ ਕੇਂਦਰੀ ਦਿਮਾਗ ਪ੍ਰਣਾਲੀ ਨੂੰ ਲਾਭ ਪਹੁੰਚਾਉਂਦਾ। ਜਿਹੜੀ ਆਪਣੀ ਸੈਂਟਰਲ ਨਰਵਸ ਸਿਸਟਮ ਹੁੰਦਾ ਉਹਦੇ ਵਾਸਤੇ ਬਹੁਤ ਜ਼ਰੂਰੀ ਹੈ। ਤਾਂ ਇੱਥੋਂ ਕੁਐਸਚਨ ਪੁੱਛਿਆ ਜਾ ਸਕਦਾ ਕਿ ਕਿਹੜਾ ਵਿਟਾਮਿਨ ਆਪਣੀ ਸੈਂਟਰਲ ਨਰਵਸ ਸਿਸਟਮ ਵਾਸਤੇ ਜਾਂ ਸਰਕੂਲੇਟਰੀ ਸਿਸਟਮ ਵਾਸਤੇ ਜ਼ਰੂਰੀ ਹੈ? ਤਾਂ ਵਿਟਾਮਿਨ B6 ਜ਼ਰੂਰੀ ਹੈ। ਨੈਕਸਟ ਕਰਦੇ ਹਾਂ ਭਾਈ, ਮੋਸਟ ਇੰਪੋਰਟੈਂਟ ਵਿਟਾਮਿਨ ਹੈਗਾ ਵਿਟਾਮਿਨ B12, ਜਿਹਨੂੰ ਕਹਿ ਦਿੰਦੇ ਆ ਸਾਈਨੋਕੋਬਲੈਮਿਨ। ਇਹ ਭਾਈ ਤਾਂ ਇਹ ਇੰਪੋਰਟੈਂਟ ਹੈ ਕਿ ਇੱਕ ਬਨਾਵਟੀ ਹੈ, ਇਹ ਨੈਚੁਰਲ ਨਹੀਂ ਹੈਗਾ, ਇਹ ਮਨੁੱਖ ਦੁਆਰਾ ਬਣਾਇਆ ਗਿਆ ਹੈ ਵਿਟਾਮਿਨ B12। ਠੀਕ ਹੈ ਜੀ। ਇਹ ਕੰਮ ਕੀ ਕਰਦਾ? ਜਿਵੇਂ ਆਪਣੇ ਸੈੱਲ ਹੋ ਗਏ, ਉਹਦੇ ਪ੍ਰਜਨਨ ਵਾਸਤੇ, ਖੂਨ ਦੇ ਗਠਨ ਵਾਸਤੇ, ਪ੍ਰੋਟੀਨ ਅਤੇ ਟਿਸ਼ੂਆਂ ਦੇ ਸੰਸਲੇਸ਼ਨ ਵਾਸਤੇ ਕੀ ਹੈ? ਮਹੱਤਵਪੂਰਨ ਹੈ। ਕਿਹੜਾ? ਵਿਟਾਮਿਨ B12। ਇੱਕ ਮਤਲਬ ਕੀ ਹੈ? ਡੁਪਲੀਕੇਟ ਕਹਿ ਸਕਦੇ ਹਾਂ ਜਾਂ ਨਕਲੀ ਬਣਾਇਆ ਹੋਇਆ ਮਨੁੱਖ ਦੇ ਦੁਆਰਾ। ਇਸ ਦੀ ਵਰਤੋਂ ਕਹਿੰਦਾ ਕੀ ਕੀਤੀ ਜਾਂਦੀ ਹੈ? ਲਾਲ ਲਹੂ ਦੇ ਸੈੱਲ ਬਣਾਉਣ ਵਾਸਤੇ ਵੀ ਕੀਤੀ ਜਾਂਦੀ ਹੈ। ਮਿਲਦਾ ਕਿੱਥੋਂ ਆ ਭਾਈ? ਅੰਡੇ, ਮੱਛੀ, ਦੁੱਧ ਤੋਂ ਵੀ ਮਿਲ ਸਕਦਾ ਹੈ। ਅਤੇ ਜਦੋਂ ਆਪਾਂ ਜ਼ਿਆਦਾ, ਇੱਕ ਗੱਲ ਹੋਰ ਨੋਟ ਕਰ ਲਿਓ, ਜਦੋਂ ਆਪਾਂ ਜ਼ਿਆਦਾ ਪਕਾ ਲੈਂਦੇ ਭੋਜਨ ਨੂੰ ਤਾਂ ਆਪਾਂ ਕੀ ਕਰ ਸਕਦੇ ਹਾਂ? ਉਹਦੇ ਵਿੱਚ ਕੀ ਖਤਮ ਹੋ ਜਾਂਦਾ? ਵਿਟਾਮਿਨ B12। ਤਾਂ ਰੋਟੀ ਨੂੰ ਜ਼ਿਆਦਾ ਸੇਕ ਲਈਏ ਜਾਂ ਮੀਟ ਨੂੰ ਜ਼ਿਆਦਾ ਪਕਾ ਲਈਏ, ਠੀਕ ਹੈ, ਉਹਦੇ ਕਰਕੇ ਕੀ ਹੋ ਜਾਊਗਾ? ਇਹਦੇ 'ਚ ਵਿਟਾਮਿਨ B2 ਆਟੋਮੈਟਿਕਲੀ ਖਤਮ ਹੋ ਜਾਂਦਾ ਜ਼ਿਆਦਾ ਪਕਾਉਣ ਦੇ ਨਾਲ। ਅਗਲਾ ਹੈਗਾ ਭਾਈ ਫੋਲਿਕ ਐਸਿਡ। ਫੋਲਿਕ ਐਸਿਡ ਮੈਂ ਤਾਂ ਨਾਮ ਲਿਖਿਆ ਕਿਉਂਕਿ ਇਹ ਵਿਟਾਮਿਨ B ਹੁੰਦਾ ਹੈ। ਤਾਂ ਕੁਐਸਚਨ ਬਹੁਤ ਵਾਰ ਆਇਆ ਹੋਇਆ ਕਿ ਵਾਟ ਇਜ਼ ਫੋਲਿਕ ਐਸਿਡ? ਵਿਟਾਮਿਨ B ਦਾ ਦੂਸਰਾ ਨਾਮ ਕੀ ਆ? ਫੋਲਿਕ ਐਸਿਡ ਹੈ। ਇਹ ਵੀ ਆਪਣੇ ਸੈੱਲ ਬਣਾਉਣ ਦੇ ਕੰਮ ਕਰਦਾ, ਸੈੱਲ ਬਣਾਉਣ ਦੇ ਵਿੱਚ ਜ਼ਰੂਰੀ ਹੁੰਦਾ। ਠੀਕ ਹੈ। ਇਹ ਬੇਸਿਕਲੀ ਜ਼ਰੂਰਤ ਹੁੰਦੀ ਸਭ ਤੋਂ ਜ਼ਿਆਦਾ ਜਿਹੜੀਆਂ ਲੇਡੀਜ਼ ਪ੍ਰੈਗਨੈਂਟ ਵਗੈਰਾ ਹੁੰਦੀਆਂ, ਉਹ ਬੱਚੇ ਦੇ ਜਨਮ ਤੋਂ ਲੈ ਕੇ ਐਂਡ ਤੱਕ ਉਹਨਾਂ ਨੂੰ ਹਰ ਮਾਤਰਾ ਦੇ ਵਿੱਚ ਲੈਣਾ ਪੈਂਦਾ ਫੋਲਿਕ ਐਸਿਡ, ਕਿਉਂਕਿ ਜਿਹੜਾ ਬੱਚੇ ਦਾ ਦਿਮਾਗ ਦੀ ਗਰੋਥ ਹੋਣੀ ਆ, ਰੀੜ੍ਹ ਦੀ ਹੱਡੀ ਦੀ ਗਰੋਥ ਹੋਣੀ ਆ ਜਨਮ ਮੌਕੇ, ਇਹ ਬਹੁਤ ਜ਼ਿਆਦਾ ਜ਼ਰੂਰੀ ਆ। ਤਾਂ ਕੁਐਸਚਨ ਪੁੱਛਿਆ ਜਾ ਸਕਦਾ ਕਿ ਪ੍ਰੈਗਨੈਂਟ ਵੂਮਨ ਵਾਸਤੇ ਸਭ ਤੋਂ ਜ਼ਿਆਦਾ ਵਿਟਾਮਿਨ ਕਿਹੜਾ ਇੰਪੋਰਟੈਂਟ ਹੈ? ਤਾਂ ਉੱਥੇ ਫੋਲਿਕ ਐਸਿਡ ਲਿਖਿਆ ਹੋਊਗਾ। ਤੁਸੀਂ ਸਮਝ ਜਾਣਾ ਫੋਲਿਕ ਐਸਿਡ ਕਿਹਦਾ ਨਾਮ ਹੈ? ਵਿਟਾਮਿਨ B ਦਾ। ਅਤੇ ਮਿਲਦਾ ਕਿੱਥੋਂ ਭਾਈ? ਜ਼ਿਆਦਾਤਰ ਸਰੋਤ ਸਾਰੇ ਸੇਮ ਹੀ ਆ ਸਾਰਿਆਂ ਦੇ, ਜਿਵੇਂ ਪੱਤੇਦਾਰ ਸਬਜ਼ੀਆਂ ਹੋ ਗਈਆਂ, ਹਰੀਆਂ ਸਬਜ਼ੀਆਂ ਹੋ ਗਈਆਂ, ਅੰਡਾ ਹੋ ਗਿਆ, ਦਾਲ ਹੋ ਗਿਆ, ਤਾਂ ਸਾਰੀ ਚੀਜ਼ਾਂ ਤੋਂ ਮਿਲਦਾ ਆਪਾਂ ਨੂੰ ਫੋਲਿਕ ਐਸਿਡ। ਲਾਸਟ ਕੈਟਾਗਰੀ ਕਰਦੇ ਹਾਂ ਆਪਾਂ ਖਣਿਜ, ਜਿਹਨੂੰ ਕਹਿ ਦਿੰਦੇ ਆ ਮਿਨਰਲਸ। ਤਾਂ ਠੀਕ ਆ, ਖਣਿਜ ਕਿਹੜੇ ਕਿਹੜੇ ਹੁੰਦੇ ਆ? ਜਿਵੇਂ ਆਪਣੇ ਸਰੀਰ ਦੇ ਵਿੱਚ ਮੌਜੂਦ ਹੁੰਦੇ ਆ ਨਾ, ਜਿਵੇਂ ਭੋਜਨ ਖਾਂਦੇ ਆ ਤਾਂ ਉਹਨਾਂ ਤੋਂ ਮਿਲਦੇ ਆਪਾਂ ਨੂੰ, ਜਿਵੇਂ ਕੈਲਸ਼ੀਅਮ ਹੋ ਗਿਆ, ਫਾਸਫੋਰਸ ਹੋ ਗਿਆ, ਸੋਡੀਅਮ ਹੋ ਗਿਆ, ਪੋਟਾਸ਼ੀਅਮ ਹੋ ਗਿਆ। ਇਹ ਸਾਰੇ ਆਪਣੇ ਕੀ ਹੁੰਦੇ ਆ? ਮਿਨਰਲਸ ਹੁੰਦੇ, ਜਿਹੜੇ ਆਪਣੀ ਬੋਡੀ ਦੇ ਵਿੱਚ ਮਿਲਦੇ ਆ। ਮਿਲਦੇ ਕਿੱਥੋਂ ਆ? ਤੁਹਾਨੂੰ ਮੈਂ ਦੱਸਿਆ, ਜਿਹੜਾ ਭੋਜਨ ਆਪਾਂ ਖਾਂਦੇ ਉਹਨਾਂ ਤੋਂ ਮਿਲਦੇ ਆ ਭਾਈ। ਸੁੱਕੇ ਜਿਵੇਂ ਡਰਾਈ ਫਰੂਟ ਵਗੈਰਾ ਹੋ ਗਿਆ, ਉਹ ਤੋਂ ਜ਼ਿਆਦਾ ਮਿਲਦੇ ਆ। ਤਾਂ ਪੁੱਛਿਆ ਜਾ ਸਕਦਾ ਜਿਵੇਂ ਆਪਾਂ ਬਦਾਮ ਖਾਂਦੇ ਆ, ਅਖਰੋਟ ਖਾਂਦੇ ਆ, ਉਹਨਾਂ ਤੋਂ ਜ਼ਿਆਦਾ ਮਿਲਦੇ ਆ ਮਿਨਰਲਸ। ਤਾਂ ਕੰਮ ਕੀ ਕਰਦੇ? ਆਪਣੇ ਡਾਈਜੈਸਟਿਵ ਸਿਸਟਮ ਵਾਸਤੇ ਬਹੁਤ ਇੰਪੋਰਟੈਂਟ ਨੇ। ਜਿਵੇਂ ਆਪਣੇ ਕੋਈ ਪਾਚਕ ਕਿਰਿਆ ਹੁੰਦੀ ਆ, ਉਹਦੇ ਕੋਈ ਭੋਜਨ ਨੂੰ ਪਚਾਉਣ ਵਾਸਤੇ ਜੋ ਵੀ ਕੰਮ ਹੋਣਾ ਉਹ ਮਿਨਰਲਸ ਨੇ ਕਰਨਾ ਹੈ। ਜਾਂ ਆਪਣੇ ਸਰੀਰ ਦੇ ਜਿਹੜੇ ਨਵੇਂ ਟਿਸ਼ੂ ਹੋ ਗਏ, ਹੱਡੀਆਂ ਹੋ ਗਈਆਂ, ਦੰਦ ਹੋ ਗਏ, ਨਹੁੰ ਹੋ ਗਏ, ਹੈ ਨਾ, ਮਾਸਪੇਸ਼ੀਆਂ ਹੋ ਗਈਆਂ, ਉਹਨਾਂ ਦਾ ਬਣਤਰ ਦਾ ਹਿੱਸਾ ਨੇ ਕਿਹੜੇ? ਮਿਨਰਲਸ ਨੇ। ਜਾਂ ਸਰੀਰ ਦੇ ਵਿਕਾਸ ਵਾਸਤੇ ਵੀ ਬਹੁਤ ਜ਼ਰੂਰੀ ਨੇ। ਮਿਲਦੇ ਕਿੱਥੋਂ ਨੇ? ਤੁਹਾਨੂੰ ਮੈਂ ਦੱਸਦਾ ਸਾਰਾ ਕੁਛ। ਹੁਣ ਆਹ ਕੁਐਸਚਨ ਵੀ ਬਹੁਤ ਇੰਪੋਰਟੈਂਟ ਹੈ। ਕਹਿੰਦਾ ਵੀ ਜਿਹੜੇ ਬੰਦੇ ਨੂੰ ਬਲੱਡ ਪ੍ਰੈਸ਼ਰ ਵੱਧਦਾ ਹੈ, ਉਹਨੂੰ ਕਿਹੜੇ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ? ਤਾਂ ਉਹਦੇ ਨੂੰ ਸੋਡੀਅਮ ਵਾਲੇ ਭੋਜਨ ਤੋਂ, ਉਹਨੂੰ ਮਤਲਬ ਕੀ ਹੈ? ਸੋਡੀਅਮ ਵਾਲਾ ਭੋਜਨ ਨਹੀਂ ਖਾਣਾ ਚਾਹੀਦਾ। ਉਹਦੇ ਨਾਲ ਕੀ ਹੋਊਗਾ? ਬਲੱਡ ਪ੍ਰੈਸ਼ਰ ਉਹਦਾ ਆਟੋਮੈਟਿਕਲੀ ਵਧੂਗਾ। ਤਾਂ ਕੁਐਸਚਨ ਪੁੱਛਿਆ ਜਾ ਸਕਦਾ ਕਿ ਉਹ ਕਿਹੜੇ ਬੰਦੇ ਨੂੰ ਕਿਹੜਾ ਭੋਜਨ ਨਹੀਂ ਖਾਣਾ ਚਾਹੀਦਾ? ਜਿਹਦੇ ਵਿੱਚ ਸੋਡੀਅਮ ਜ਼ਿਆਦਾ ਹੋਊਗਾ ਉਹਨੂੰ ਨਹੀਂ ਖਾਣਾ ਚਾਹੀਦਾ, ਜਿਹਦਾ ਬਲੱਡ ਪ੍ਰੈਸ਼ਰ ਵਗੈਰਾ ਵੱਧਦਾ ਹੈ। ਲਾਸਟ ਭਾਈ ਆਪਣਾ ਕੋਲ ਆ ਗਈ ਸਲਾਈਡ ਬੈਲੈਂਸ ਡਾਈਟ, ਜਿਹਨੂੰ ਕਹਿ ਦਿੰਦੇ ਆ ਸੰਤੁਲਿਤ ਖੁਰਾਕ। ਪ੍ਰੋਪਰ ਖੁਰਾਕ ਜਿਹੜੀ ਆਪਣੀ ਜਿੰਨੀ ਸਰੀਰ ਨੂੰ ਲੋੜ ਆ ਉਨੀ ਆਪਾਂ ਲੈ ਰਹੇ ਹਾਂ। ਅਤੇ ਤਾਂ ਮੈਂ ਦੱਸਿਆ ਕਿਉਂਕਿ ਮੈਂ ਤੁਹਾਨੂੰ ਲਾਸਟ ਦੇ ਵਿੱਚ ਇੱਕ ਕੁਐਸਚਨ ਪੁੱਛਿਆ, ਇਸੇ ਸਲਾਈਡ 'ਤੇ ਡਿਪੈਂਡੈਂਟ ਆ ਕੁਐਸਚਨ, ਤੁਸੀਂ ਉਹਦਾ ਆਨਸਰ ਜ਼ਰੂਰ ਕਰਕੇ ਜਾਣਾ, ਕਿਉਂਕਿ ਬਹੁਤ ਮੋਸਟ ਇੰਪੋਰਟੈਂਟ ਕੁਐਸਚਨ ਬਣ ਜਾਂਦਾ ਆਪਣੇ ਪੇਪਰ ਵਾਸਤੇ। ਕਹਿੰਦਾ ਵੀ ਜਿਹੜੀ ਸੰਤੁਲਿਤ ਖੁਰਾਕ ਹੈ, ਕਹਿੰਦਾ ਵੀ ਉਹ ਬਹੁਤ ਜ਼ਰੂਰੀ ਹੈ। ਕਹਿੰਦਾ ਕਿਸੇ ਵੀ
ਕਿਸਮਾਂ ਦੇ ਵਿੱਚ ਆਪਾਂ ਲੈ ਸਕਦੇ ਹਾਂ, ਕਿੰਨੀ ਵੀ ਮਾਤਰਾਵਾਂ ਦੇ ਵਿੱਚ ਲੈ ਸਕਦੇ ਹਾਂ ਨਾ। ਪ੍ਰੋਪਰ ਤੁਸੀਂ ਦੇਖਿਆ ਹੋਊਗਾ ਡਾਈਟ ਚਾਰਟ ਬਣਾਉਂਦੇ ਆ ਨਾ ਜਿਹੜੇ, ਜਿਵੇਂ ਆਪਣੇ ਹੀਰੋ ਹੀਰੋਇਨ ਹੁੰਦੇ ਆ, ਡਾਈਟ ਚਾਰਟ ਬਣਾਉਂਦੇ, ਕਿਉਂਕਿ ਉਹਨਾਂ ਨੇ ਕੀ ਆ, ਲੋਕਾਂ ਸਾਹਮਣੇ ਪਰਦੇ 'ਤੇ ਆਉਣਾ ਹੁੰਦਾ, ਪ੍ਰੋਪਰ ਡਾਈਟ ਲੈਣੀ ਪੈਂਦੀ ਆ। ਸਕਿਨ ਗਲੋ ਕਰੇ, ਸਾਡੀ ਬੋਡੀ ਸਹੀ ਦਿਖੇ, ਮਜ਼ਬੂਤ ਦਿਖੀਏ, ਪੋਜ਼ਿਟਿਵ ਦਿਖੀਏ, ਤਾਂ ਉਹਦੇ ਵਾਸਤੇ ਕੀ ਹੁੰਦਾ, ਇੱਕ ਬੈਲੈਂਸ ਡਾਈਟ ਲੈਣੀ ਜ਼ਰੂਰੀ ਹੁੰਦੀ ਹੈ, ਸਹੀ ਮਾਤਰਾ ਦੇ ਵਿੱਚ, ਕਿੰਨੇ ਅਨੁਪਾਤ 'ਚ ਲੈਣੀ ਆ, ਕਿੰਨੇ ਟਾਈਮ 'ਤੇ ਲੈਣੀ ਆ। ਇਹਦੇ ਵਿੱਚ ਕੀ ਹੁੰਦਾ ਵੀ ਆਪਣੀ ਊਰਜਾ ਹੋ ਗਈ, ਅਮੀਨੋ ਐਸਿਡ ਹੋ ਗਏ, ਵਿਟਾਮਿਨ ਹੋ ਗਏ, ਖਣਿਜ ਹੋ ਗਏ, ਕਾਰਬੋਹਾਈਡਰੇਟ ਹੋ ਗਏ, ਪੌਸ਼ਟਿਕ ਤੱਤ ਹੋ ਗਏ, ਸਾਰੀਆਂ ਚੀਜ਼ਾਂ ਹੀ ਆ ਜਾਂਦੀਆਂ। ਅਤੇ ਜੋ ਸਾਰੀਆਂ ਚੀਜ਼ਾਂ ਆਪਾਂ ਪ੍ਰੋਪਰ ਵੇ ਦੇ ਨਾਲ ਲਵਾਂਗੇ, ਉਹਨੂੰ ਕਹਿ ਦਿੰਦੇ ਆਪਾਂ ਇੱਕ ਬੈਲੈਂਸਡ ਡਾਈਟ ਕਹਿ ਦਿੰਦੇ ਹਾਂ। ਤਾਂ ਕੁਐਸਚਨ ਕੀ ਪੁੱਛਿਆ ਗਿਆ, ਕਹਿੰਦਾ ਵੀ ਸਰੀਰ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਊਰਜਾ, ਕਾਰਬੋਹਾਈਡਰੇਟ, ਪ੍ਰੋਟੀਨ, ਚਰਬੀ, ਫਾਈਬਰ, ਮਤਲਬ ਸਾਰਾ ਕੁਛ ਜਿਹੜਾ ਸਹੀ ਮਾਤਰਾ 'ਚ ਲੈਂਦੇ ਉਸ ਖੁਰਾਕ ਨੂੰ ਕੀ ਕਹਿੰਦੇ ਆ, ਪੋਸ਼ਣ ਕਹਿੰਦੇ ਆ, ਸੰਪੂਰਨ ਖੁਰਾਕ ਕਹਿੰਦੇ ਆ, ਭੋਜਨ ਪਿਰਾਮਿਡ ਕਹਿੰਦੇ ਆ। ਤਾਂ ਭੋਜਨ ਪਿਰਾਮਿਡ ਵੀ ਮੈਂ ਕਰਾਊਂਗਾ, ਸੰਪੂਰਨ ਖੁਰਾਕ ਨਹੀਂ ਕਹਿੰਦੇ, ਉਹਨੂੰ ਕਹਿੰਦੇ ਸੰਤੁਲਿਤ ਖੁਰਾਕ ਕਹਿੰਦੇ ਆ। ਤਾਂ ਯਾਦ ਰੱਖਿਓ, ਤੁਹਾਨੂੰ ਗੁੰਮਰਾਹ ਕਰਨ ਵਾਸਤੇ ਸੰਪੂਰਨ ਖੁਰਾਕ ਲਿਖਿਆ ਹੋਊਗਾ, ਬੱਚੇ ਸੰਪੂਰਨ ਖੁਰਾਕ ਹੀ ਲਾ ਕੇ ਆਉਣਗੇ, ਕਿਉਂਕਿ ਸੰਪੂਰਨ ਦਾ ਮਤਲਬ ਕੀ ਹੁੰਦਾ, ਪ੍ਰੋਪਰ ਖੁਰਾਕ। ਲੇਕਿਨ ਪ੍ਰੋਪਰ ਵਰਡ ਅਲੱਗ ਚੀਜ਼ ਆ, ਬੈਲੈਂਸ ਡਾਈਟ ਅਲੱਗ ਚੀਜ਼ ਹੈ। ਬੈਲੈਂਸ ਦੇ ਵਿੱਚ ਕੀ ਆ ਕਿ ਕਿੰਨੀ ਮਾਤਰਾ 'ਚ ਲੈਣੀ ਆ, ਕਿਹੜੇ ਟਾਈਮ 'ਤੇ ਲੈਣੀ ਆ, ਉਹ ਸਾਰਾ ਕੁਛ ਆ ਜਾਂਦਾ। ਸਰ ਕੀ ਆਨਸਰ ਆਊਗਾ, ਸੰਤੁਲਿਤ ਖੁਰਾਕ ਆਨਸਰ ਆਊਗਾ। ਅਗਲਾ ਕਹਿੰਦਾ ਵੀ ਵਿਟਾਮਿਨ, ਖਣਿਜ ਅਤੇ ਪ੍ਰੋਟੀਨ ਸਹੀ ਮਾਤਰਾ ਵਿੱਚ ਸਰੀਰ ਨੂੰ ਕਿਸ ਦੁਆਰਾ ਦਿੱਤੇ ਜਾਂਦੇ ਆ, ਤਾਂ ਦਿੱਤੇ ਜਾਂਦੇ ਆ ਜਿਹੜੇ ਆਪਾਂ ਗਿਰੀਦਾਰ ਭੋਜਨ ਖਾਂਦੇ ਹਾਂ, ਜਿਵੇਂ ਨਟਸ ਹੋ ਗਿਆ, ਸੋਇਆਬੀਨਸ ਹੋ ਗਈਆਂ, ਇਹ ਗਿਰੀਦਾਰ ਭੋਜਨ ਹੁੰਦੇ, ਸਾਰੀਆਂ ਦਾਲਾਂ ਵਗੈਰਾ, ਤਾਂ ਉਹਨਾਂ ਤੋਂ ਮਿਲਦੇ ਆਪਾਂ ਨੂੰ। ਲਾਸਟ ਹੈਗਾ ਭਾਈ ਫੂਡ ਪਿਰਾਮਿਡ। ਪਿਰਾਮਿਡ ਤੁਸੀਂ ਦੇਖੇ ਹੋਣਗੇ, ਠੀਕ ਹੈ, ਇਹਨੂੰ ਪਿਰਾਮਿਡ ਕਹਿ ਦਿੰਦੇ ਆ। ਤਾਂ ਫੂਡ ਪਿਰਾਮਿਡ ਹੈ ਕੀ ਚੀਜ਼ ਹੈ, ਇੱਕ ਤਰ੍ਹਾਂ ਦੀ ਕਹਿੰਦਾ ਰੂਪ ਰੇਖਾ ਤਿਆਰ ਕੀਤੀ ਹੈ, ਜੋ ਕਿ ਸਮਝ ਲਓ ਵੀ WHO ਨੇ ਕੀਤੀ ਸੀਗੀ, ਵਰਲਡ ਹੈਲਥ ਆਰਗੇਨਾਈਜੇਸ਼ਨ ਨੇ, ਠੀਕ ਹੈ। ਤਾਂ WHO ਨੇ ਕੀਤੀ ਹੋਈ ਆ ਭਾਈ ਫੂਡ ਪਿਰਾਮਿਡ, ਇੱਕ ਰੂਪ ਰੇਖਾ ਜਿਹੜੀ ਕਿ ਆਪਣੇ ਹਰ ਦਿਨ ਆਪਾਂ ਨੂੰ ਕੀ ਖਾਣਾ ਚਾਹੀਦਾ ਹੈ, ਕਿੰਨਾ ਖਾਣਾ ਚਾਹੀਦਾ ਹੈ ਸਿਹਤਮੰਦ ਰਹਿਣ ਵਾਸਤੇ। ਤੁਹਾਨੂੰ ਮੈਂ ਦਿਖਾ ਦਿੰਦਾ ਫੂਡ ਪਿਰਾਮਿਡ ਹੁੰਦਾ ਕੀ ਹੈ। ਆਹ ਹੁੰਦਾ ਭਾਈ ਫੂਡ ਪਿਰਾਮਿਡ। ਸਭ ਤੋਂ ਜ਼ਿਆਦਾ ਆਪਾਂ ਨੂੰ ਲੈਣੇ ਪੈਂਦੇ, ਜਿਵੇਂ ਬ੍ਰੈਡ ਹੋ ਗਿਆ, ਠੀਕ ਹੈ। ਅਤੇ ਉਸ ਤੋਂ ਬਾਅਦ ਕਹਿੰਦਾ ਆਪਾਂ ਨੂੰ 35% ਲੈਣਾ ਚਾਹੀਦਾ ਫਰੂਟ ਵੈਜੀਟੇਬਲ, 20% ਲੈਣਾ ਚਾਹੀਦਾ ਮੀਟ, ਮੱਛੀਆਂ ਅਤੇ ਆਂਡੇ, 5% ਲੈਣਾ ਚਾਹੀਦਾ ਆਪਾਂ ਨੂੰ ਆਇਲ ਵਗੈਰਾ, ਸਵੀਟ ਵਗੈਰਾ। ਤਾਂ ਕੁਐਸਚਨ ਪੁੱਛਿਆ ਜਾ ਸਕਦਾ ਸਭ ਤੋਂ ਘੱਟ ਕੀ ਲੈਣਾ ਚਾਹੀਦਾ, ਸਭ ਤੋਂ ਵੱਧ ਕੀ ਲੈਣਾ ਚਾਹੀਦਾ, ਤਾਂ ਕਿਤੋਂ ਵੀ ਕੁਐਸਚਨ ਪੁੱਛਿਆ ਜਾ ਸਕਦਾ। ਜ਼ਿਆਦਾ ਹੋਰ ਨਹੀਂ ਪੁੱਛੂਗਾ ਤਾਂ ਘੱਟ ਵੱਧ ਪੁੱਛ ਸਕਦਾ ਫੂਡ ਪਿਰਾਮਿਡ ਤੋਂ। ਤਾਂ ਤੁਹਾਨੂੰ ਮੈਂ ਕੁਐਸਚਨ ਕਰਵਾਊਂਗਾ ਅੱਗੇ ਜਾ ਕੇ, ਘੱਟ ਪੁੱਛਿਆ ਹੋਇਆ ਕਿਤੇ ਨਾ ਕਿਤੇ ਪੇਪਰ ਦੇ ਵਿੱਚ। ਕਹਿੰਦਾ ਫੂਡ ਪਿਰਾਮਿਡ ਗਾਈਡ ਦੇ ਅਨੁਸਾਰ ਚਰਬੀ ਦੇ ਤੇਲ ਅਤੇ ਮਠਿਆਈਆਂ ਦੀ ਵਰਤੋਂ ਕਿੰਨੀ ਕੁ ਕਰਨੀ ਚਾਹੀਦੀ ਹੈ, ਹਰ ਰੋਜ਼ ਕਰਨੀ ਚਾਹੀਦੀ ਆ, ਅਕਸਰ ਜਾਂ ਥੋੜ੍ਹੀ ਜਿਹੀ ਮਾਤਰਾ 'ਚ, ਜਾਂ ਕਦੇ ਵੀ ਨਹੀਂ। ਤਾਂ ਤੁਹਾਨੂੰ ਮੈਂ ਦਿਖਾਤਾ, ਦੇਖੋ ਸਭ ਤੋਂ ਘੱਟ ਕੀ ਕਰਦੇ ਹਾਂ ਆਪਾਂ, ਆਇਲ ਵਗੈਰਾ ਤਾਂ ਸਵੀਟ ਵਗੈਰਾ ਕਰਦੇ ਹਾਂ, ਤਾਂ 5% ਹੀ ਕਰਦੇ ਹਾਂ। ਜੇ ਵੱਧ ਪੁੱਛ ਲੂਗਾ ਤਾਂ ਆਪਾਂ ਕਹਾਂਗੇ ਬ੍ਰੈਡ ਵਗੈਰਾ, ਪਾਸਤਾ ਵਗੈਰਾ, ਕ੍ਰੇਡਨੈਲਸ ਵਗੈਰਾ, ਠੀਕ ਹੈ। ਤਾਂ ਸਾਰਾ ਕੁਝ ਯਾਦ ਰੱਖਣਾ ਤੁਸੀਂ ਭਾਈ, ਤੁਹਾਡੇ ਪੇਪਰ ਵਾਸਤੇ ਇੰਪੋਰਟੈਂਟ ਰਹੂਗਾ। ਲਾਸਟ ਦੇ ਵਿੱਚ ਜਿਹੜਾ ਕੁਐਸਚਨ ਪੁੱਛਿਆ ਆਪਾਂ ਕਿ WFP, ਪੰਜਾਬੀ 'ਚ ਮੈਂ ਤਾਂ ਨਹੀਂ ਪੁੱਛਿਆ, ਤੁਹਾਨੂੰ ਸਮਝ ਨਹੀਂ ਆਉਣੀ ਸੀਗੀ। ਕਹਿੰਦਾ ਜਿਹੜਾ WFP ਹੈ ਉਹ ਆਪਣੇ ਭੋਜਨ ਦੇ ਨਾਲ ਹੀ ਆ, ਨਿਊਟਰੀਐਂਟਸ ਦੇ ਨਾਲ ਹੀ ਰਿਲੇਟਿਡ ਹੈ। ਉਹਦਾ ਫੁੱਲ ਫਾਰਮ ਕੀ ਹੈ, ਵਾਈਲਡ ਫੂਡ ਪ੍ਰੋਗਰਾਮ ਹੈ, ਵਰਲਡ ਫੂਡ ਪ੍ਰੋਗਰਾਮ ਹੈ, ਵਾਈਲਡ ਫਾਇਰ ਪ੍ਰੋਟੈਕਸ਼ਨ ਹੈ, ਜਾਂ ਵਾਈਲਡ ਫੈਨੋਨਾ ਪ੍ਰੋਟੈਕਸ਼ਨ ਹੈ। ਇਹਦਾ ਆਨਸਰ ਕਮੈਂਟ ਬਾਕਸ 'ਚ ਜ਼ਰੂਰ ਕਰਕੇ ਜਾਇਓ। ਹੁਣ ਭਾਈ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ, ਤੁਹਾਨੂੰ ਲੱਗੇ ਕਿ ਮੈਂ ਹਾਰਡ ਵਰਕ ਕੀਤਾ ਤੁਹਾਡੇ ਵਾਸਤੇ, ਤਾਂ ਪਲੀਜ਼ ਇਹਨੂੰ ਲਾਈਕ ਜ਼ਰੂਰ ਕਰਿਓ, ਸ਼ੇਅਰ ਜ਼ਰੂਰ ਕਰਿਓ, ਕਿਉਂਕਿ ਸ਼ੇਅਰ ਕਰਨ ਦੇ ਨਾਲ ਕਿਸੇ ਨਾ ਕਿਸੇ ਦਾ ਭਲਾ ਹੋਊਗਾ। ਕਿਉਂਕਿ ਆਪਣਾ ਮਕਸਦ ਕੀ ਆ, ਕਰ ਭਲਾ, ਹੋ ਭਲਾ ਅਤੇ ਸਰਬੱਤ ਦਾ ਭਲਾ। ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਠੀਕ ਹੈ। ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਤੁਹਾਡੇ ਸਭ ਦਾ ਤਹਿ ਦਿਲ ਤੋਂ ਧੰਨਵਾਦ। ਮਾਫੀ ਚਾਹੁੰਦੇ ਹਾਂ ਕਿ ਵੀਡੀਓ ਆਉਣ ਦੇ ਵਿੱਚ ਦੇਰੀ ਹੋ ਗਈ, ਕਿਉਂਕਿ ਮੈਂ ਇੱਕ ਰਿਕਾਰਡਿੰਗ ਵੀ ਸੈਂਡ ਕੀਤੀ ਸੀ ਟੈਲੀਗ੍ਰਾਮ ਗਰੁੱਪ ਦੇ ਉੱਪਰ, ਕੁਛ ਪ੍ਰੋਬਲਮ ਹੋਣ ਕਰਕੇ, ਬਹੁਤ ਜ਼ਿਆਦਾ ਸੀਰੀਅਸ ਪ੍ਰੋਬਲਮ ਹੋਣ ਕਰਕੇ ਫੈਮਿਲੀ ਦੇ ਵਿੱਚ, ਮੈਂ ਲੇਟ ਹੋ ਗਈ। ਅਦਰਵਾਈਜ਼ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੀ ਵੱਧ ਤੋਂ ਵੱਧ ਹੈਲਪ ਹੋ ਜੇ। ਬਾਕੀ ਪ੍ਰੋਮਿਸ ਹੈ ਤੁਹਾਡੇ ਨਾਲ ਕਿ ਅੱਜ ਤੋਂ ਬਾਅਦ ਡੇਲੀ ਤੁਹਾਨੂੰ ਇੱਕ ਤੋਂ ਵੱਧ ਵੀਡੀਓ ਮਿਲਣਗੀਆਂ, ਔਰ ਪ੍ਰੋਪਰ ਆਪਾਂ ਕੰਮ ਕਰਾਂਗੇ। ਪੇਪਰ ਦੇ ਜਾਣ ਤੋਂ ਪਹਿਲਾਂ ਆਪਾਂ ਇੱਕ ਚੰਗੀ ਤਿਆਰੀ ਕਰਕੇ ਜਾਵਾਂਗੇ ਪਾਰਟ B ਦੀ। ਆਈ ਹੋਪ ਤੁਸੀਂ ਪਾਰਟ 1 ਕਰ ਰਹੇ ਹੋਵੋਗੇ। ਜੇ ਕੁਛ ਨਹੀਂ ਪਤਾ ਚੱਲ ਰਿਹਾ ਤਾਂ ਤੁਸੀਂ ਮੈਨੂੰ ਜਦੋਂ ਮਰਜ਼ੀ ਮੈਸੇਜ WhatsApp 'ਤੇ ਕਰ ਸਕਦੇ ਹੋ, ਟੈਲੀਗ੍ਰਾਮ 'ਤੇ ਕਰ ਸਕਦੇ ਹੋ, ਜਿੱਥੇ ਮਰਜ਼ੀ ਕਰ ਸਕਦੇ ਹੋ। ਧੰਨਵਾਦ। ਸਰਬੱਤ ਦਾ ਭਲਾ ਬਾਬਾ ਮਿਹਰ ਕਰੇ, ਸਾਰੇ ਦੀਆਂ ਜ਼ਿੰਦਗੀਆਂ ਦੇ ਵਿੱਚ ਕੀ ਖੁਸ਼ੀਆਂ ਲੈ ਕੇ ਆਵੇ। ਸਰਬੱਤ ਦਾ ਭਲਾ।